ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ 17 ਅਗਸਤ ਸਨ 2021 ਦਿਨ ਹੈ ਮੰਗਲਵਾਰ। 2 ਭਾਦੋਂ ਹੋ ਚੁੱਕੀ ਹੈ ਨਾਨਕਸ਼ਾਹੀ ਸੰਮਤ 553। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸ਼ਾਮ ਦੇ 6:36 ਹੋ ਚੁੱਕੇ ਨੇ। ਆਵਾਜ਼ ਦੀਆਂ ਤਰੰਗਾਂ ਤੇ ਪਰਮਿੰਦਰ ਟਿਵਾਣਾ ਵੱਲੋਂ ਆਪ ਸਭ ਸੱਜਣਾਂ ਦਾ ਹਾਰਦਿਕ ਸਵਾਗਤ ਹੈ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਪ੍ਰੋਗਰਾਮ ਪੇਸ਼ ਕਰੀਦਾ। ਜਿਸ ਦੌਰਾਨ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਉਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 9876309655 9876309655 9876309655 ਨੰਬਰ ਤੇ ਚੇਂਜ ਕਰੋ ਤੇ ਕਾਲ ਕਰੋ। ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣਨ ਦੇ ਵਾਸਤੇ ਵੱਖ-ਵੱਖ ਮਾਧਿਅਮ ਨੇ। ਮਸਲਨ ਸਾਡੀ ਵੈਬਸਾਈਟ ਹੈ tiwana.radio.com। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਇਸ ਤੋਂ ਇਲਾਵਾ ਉੱਥੇ ਤੁਸੀਂ ਕਾਲ ਟੂ ਲਿਸਨ ਨੰਬਰ ਆਪਣਾ 667-930-9260 667-930-9260 ਨੰਬਰ ਹੈ ਅਮਰੀਕਾ ਦਾ। ਕਾਲ ਟੂ ਲਿਸਨ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਸਾਡੀਆਂ ਐਪਸ ਨੇ, ਆਈਫੋਨ ਤੇ ਐਂਡਰਾਇਡ ਐਪਸ ਨੇ, ਉਹਨਾਂ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਤੇ ਇਸ ਤੋਂ ਬਿਨਾਂ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਪੇਜ ਦਾ ਲਿੰਕ ਵੀ ਮਿਲੇਗਾ, ਉਹ ਵੀ ਤੁਸੀਂ ਇੰਸਟਾਲ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਵੋ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ। ਤੇ ਇਸ ਦੇ ਨਾਲ ਜੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ WhatsApp ਤੇ ਮੰਗਵਾਉਣਾ ਤਾਂ ਫਿਰ ਸਾਡਾ ਜਿਹੜਾ WhatsApp ਨੰਬਰ ਹੈ ਜਿਸ ਤੇ ਤੁਸੀਂ ਕਾਲ ਵੀ ਕਰਦੇ ਹੋ, ਉਸੇ ਨੰਬਰ ਤੇ ਜਿਹੜਾ ਲਿੰਕ ਤੁਸੀਂ ਹਾਸਲ ਕਰ ਸਕਦੇ ਹੋ। ਉਸ ਦੇ ਵਾਸਤੇ ਮੈਨੂੰ 9876309655 ਨੰਬਰ ਤੇ ਸੰਪਰਕ ਕਰੋ। ਪ੍ਰੋਗਰਾਮ ਸ਼ੁਰੂ ਹੁੰਦਿਆਂ ਹੀ ਤੁਹਾਨੂੰ ਪ੍ਰੋਗਰਾਮਾਂ ਦੀ ਲਿੰਕ ਨੇ ਜਿਹੜੇ ਉਹ ਸੈਂਡ ਕਰ ਦਿੱਤੇ ਜਾਂਦੇ ਨੇ, ਕਿਉਂਕਿ YouTube ਚੈਨਲ ਦਾ ਕੋਈ ਭਰੋਸਾ ਨਹੀਂ ਹੁੰਦਾ। ਅੱਜ ਹੈ 10 ਮਿੰਟ ਨੂੰ 5 ਮਿੰਟ ਨੂੰ ਬੰਦ ਵੀ ਹੋ ਜਾਂਦੇ ਆ। ਸੋ ਇਸੇ ਕਰਕੇ YouTube ਚੈਨਲ ਬਦਲਦੇ ਰਹਿੰਦੇ ਨੇ। ਮੀਡੀਆ ਦੇ ਵਿੱਚ ਇਹ ਮੁਸ਼ਕਲਾਤ ਬਹੁਤ ਨੇ, ਜਿਸ ਤਰ੍ਹਾਂ ਫੇਸਬੁੱਕ ਪੇਜ ਮੇਰਾ ਬੰਦ ਹੀ ਹੋਇਆ। ਤੇ ਇਸ ਸਿਲਸਿਲੇ ਦੇ ਵਿੱਚ ਗੁਜ਼ਾਰਿਸ਼ ਹੈ ਕਿ ਜਿਹੜਾ WhatsApp ਨੰਬਰ ਹੈ ਜ਼ਰੂਰ ਸੇਵ ਰੱਖੋ। ਜਦੋਂ ਵੀ ਪ੍ਰੋਗਰਾਮ ਸੁਣਦੇ ਹੋ, ਅਗਰ ਤੁਹਾਨੂੰ ਚੈਨਲ ਤੇ YouTube ਚੈਨਲ ਤੇ ਲਿੰਕ ਨਹੀਂ ਮਿਲਦਾ ਤਾਂ ਤੁਸੀਂ ਇਸ ਸੰਬੰਧੀ ਕਿਸੇ ਦੂਸਰੇ ਚੈਨਲ ਜਿੱਥੋਂ ਅਸੀਂ ਔਨ 에ਅਰ ਹੋਣੇ ਆ ਤੇ ਉਹ ਲਿੰਕ ਤੁਸੀਂ ਫੋਨ ਦੇ ਜ਼ਰੀਏ ਸਾਡੇ ਤੋਂ ਦੁਬਾਰਾ ਹਾਸਲ ਕਰ ਸਕਦੇ ਹੋ ਤਾਂ ਜੋ ਰਾਬਤਾ ਬਣਿਆ ਰਹੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਜੀ ਸੁਖੀ ਘੁੰਮਣ ਬੇਕਰਸਫੀਲਡ ਇਲਾਕੇ ਦੇ ਵਿੱਚ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਹੈ ਤੇ ਨਾਲ ਬਣਿਆ ਹੋਇਆ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲੈ ਸਕਦੇ ਹੋ। ਹੋਰ ਭਾਰਤੀ ਵਿਦੇਸ਼ੀ ਖਾਣੇ ਵੀ ਉੱਥੇ ਛਕਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ, ਟਰੱਕ ਧਵਾ ਸਕਦੇ ਹੋ ਯੂਨੀਅਨ ਵਿਲੇਜ ਟਰੱਕ ਸਟਾਪ ਤੇ। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੱਥੇ ਤੁਹਾਨੂੰ ਐਡਰੈਸ ਨੋਟ ਕਰਨਾ ਹੋਏਗਾ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ ਹੈ 93307। ਆਪਣੀ ਦੂਸਰੇ ਸਪਾਂਸਰ ਨੇ ਸਿਆਟਲ ਇਲਾਕੇ ਦੇ ਵਿੱਚ ਅਗਰ ਲੋਕਲ ਲੋਡ ਚਾਹੁੰਦੇ ਹੋ ਤਾਂ ਸੰਪਰਕ ਕਰੋ ਵਾਸ਼ਿੰਗਟਨ ਫੀਡ ਸਰਵਿਸ ਨੂੰ। ਜੇ ਤੁਸੀਂ ਓਨਰ ਆਪਰੇਟਰ ਡਰਾਈਵਰ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ ਤਾਂ ਤੁਸੀਂ ਸਾਂਝ ਬਣਾ ਸਕਦੇ ਹੋ ਵਾਸ਼ਿੰਗਟਨ ਫੀਡ ਸਰਵਿਸ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਸੀਂ ਕਾਲ ਕਰਨੀ ਹੈ ਜਗਦੇਵ ਸਿੰਘ ਸੰਧੂ ਹੋਰਾਂ ਨੂੰ 253 266 6924 2532666924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206354 4060 ਨੰਬਰ ਹੈ ਗੈਰੀ ਧਾਲੀਵਾਲ ਹੋਰਾਂ ਦਾ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਤੁਸੀਂ ਕੈਨੇਡਾ ਨਵੇਂ ਆਏ ਹੋ, ਰੀਨਿਊਵਲ ਹੋਣ ਵਾਲੀ ਹੈ ਜਾਂ ਡਰਾਈਵਿੰਗ ਦੇ ਵਿੱਚ ਹੋ, ਇਸ ਦੇ ਵਾਸਤੇ ਤੁਸੀਂ ਸੰਪਰਕ ਕਰਨਾ ਪੈਣਾ ਨਹੀਂ ਮਨਦੀਪ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਦਾ ਨੰਬਰ ਹੈ 647 615 5000 647 615 5000। ਤਾਲਿਬਾਨ ਨੂੰ ਲੈ ਕੇ ਖਬਰਾਂ ਕਾਫੀ ਚਰਚਾ ਦੇ ਵਿੱਚ ਨੇ। ਤਾਲਿਬਾਨ ਨੇ ਭਾਵੇਂ ਕਿ ਐਲਾਨ ਕੀਤਾ ਕਿ ਉਹ ਔਰਤਾਂ ਦੀ ਸ਼ਮੂਲੀਅਤ ਵਾਲੀ ਸਰਕਾਰ ਬਣਾਉਣਗੇ, ਪਰ ਜਿਹੜੇ ਲੋਕ ਸਰਕਾਰ ਬਣਾਉਣ ਜਾ ਰਹੇ ਨੇ ਉਹ ਪ੍ਰਮੁੱਖ ਵਿਅਕਤੀ
ਜਿਹੜੇ ਨੇ ਬੜੇ ਗੰਭੀਰ ਕਿਸਮ ਦੇ ਬਦਨਾਮੀ ਨੁਮਾ ਮਾਮਲਿਆਂ ਦਾ ਸਾਹਮਣਾ ਵੀ ਕਰ ਰਹੇ ਨੇ। ਤੇ ਇਸੇ ਦੌਰਾਨ ਪਾਕਿਸਤਾਨ ਤੋਂ ਵੀ ਮੰਦਭਾਗੀਆਂ ਖਬਰਾਂ ਨੇ ਕਿ ਪਾਕਿਸਤਾਨ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੀਜੀ ਵਾਰੀ ਭੰਨ ਤੋੜ ਕੀਤੀ ਗਈ ਹੈ। ਇਸ ਸੰਬੰਧੀ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਸ ਬਾਰੇ ਟਵਿੱਟਰ ਤੇ ਸਖਤ ਟਿੱਪਣੀ ਕੀਤੀ ਹੈ ਕਿ ਸ਼ਰਮਨਾਕ ਕਾਰਾ ਜਾਲ ਲੋਕਾਂ ਦਾ ਸਾਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਉਹ ਨਹੀਂ ਜਾਣਦੇ ਕਿ ਅਜਿਹੀਆਂ ਹਰਕਤਾਂ ਦੇ ਨਾਲ ਦੇਸ਼ ਦਾ ਅਕਸ ਪੂਰੀ ਦੁਨੀਆ ਦੇ ਵਿੱਚ ਬਦਨਾਮ ਹੁੰਦਾ ਹੈ, ਪਰ ਕੁਝ ਸਿਰਫ ਮਜ਼ਹਬੀ ਲੋਕ ਨੇ ਜਿਹੜੇ ਕਿ ਏਜੰਸੀਆਂ ਦੇ ਢਹੇ ਚੜ੍ਹ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਜਿਸ ਕਰਕੇ ਦੂਸਰੇ ਭਾਈਚਾਰਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪਿਛਲੇ ਦਿਨੀ TLP ਦੇ ਵਰਕਰਾਂ ਦੁਆਰਾ ਇਹ ਜਿਹੜੀ ਤਹਿਰੀਕ-ਏ ਲਬਾਇਕ ਪਾਕਿਸਤਾਨ ਦੇ ਜਿਹੜੇ ਲੋਕ ਨੇ, ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਕਿ ਕੁਝ ਬਰੇਲਵੀ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ, ਜਿਸ ਤਰ੍ਹਾਂ ਉਹ ਕਾਜ਼ੀ ਰਜਵੀ ਸੀ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਕਸਰ ਹੀ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਸੀ। ਵਿਵਾਦਤ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਉਹ ਟਿੱਪਣੀਆਂ ਜਾਂ ਉਹ ਦੋਸ਼ ਮਹਾਰਾਜਾ ਰਣਜੀਤ ਸਿੰਘ ਤੇ ਲਾਉਂਦਾ ਸੀ ਤੇ ਉਸ ਦੇ ਹੀ ਸੰਬੰਧਿਤ ਇਹ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਕਰਦੇ ਨੇ। ਸੋ ਤਹਿਰੀਕ-ਏ ਲਬਾਇਕ ਪਾਕਿਸਤਾਨ TLP ਦੇ ਇਹ ਮੈਂਬਰ ਨੇ ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਬੀਤੇ ਦਿਨ ਵੀ ਇਸੇ ਤਰ੍ਹਾਂ ਦੇ ਕੁਝ ਸਿਰਫਿਰੇ ਲੋਕਾਂ ਨੇ ਹਿੰਦੂ ਮੰਦਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਇਸ ਦੇ ਨਾਲ ਜਿਹੜੀ ਆਪਸੀ ਤੌਰ ਤੇ ਭਾਈਚਾਰਕ ਸਾਂਝ ਹੈ, ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੇ ਦੁਵੱਲੇ ਰਿਸ਼ਤੇ ਨੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਤੇ ਮੁਸਲਮਾਨਾਂ ਦੇ ਦਰਮਿਆਨ ਮੁਹੱਬਤ ਕੁਝ ਜ਼ਿਆਦਾ ਹੀ ਵੱਧ ਰਹੀ ਹੈ। ਇਹ ਉਹਨਾਂ ਫਿਰਕਿਆਂ ਨੂੰ ਜਿਹੜੀ ਹੈ ਹਜਮ ਨਹੀਂ ਹੁੰਦੀ ਜੋ ਇਸ ਸਾਂਝ ਨੂੰ ਵੇਖਣਾ ਨਹੀਂ ਚਾਹੁੰਦੇ ਤੇ ਇਸ ਕਰਕੇ ਕੁਝ ਏਜੰਸੀਆਂ ਦੇ ਕਾਰੇ ਨੇ, ਕੁਝ ਸਿਰਫਿਰੇ ਲੋਕ ਇੱਧਰ ਵੀ ਨੇ ਤੇ ਕੁਝ ਸਿਰਫਿਰੇ ਉੱਧਰ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਸਮੇਂ-ਸਮੇਂ ਵਰਤਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਚ ਕਰਦੇ ਨੇ। ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਨੇ, UP ਤੇ ਹੋਰ 5 ਸੂਬਿਆਂ ਦੇ ਵਿੱਚ ਇਲੈਕਸ਼ਨ ਨੇ ਜਿਹੜੀ ਕਿ ਹਿੰਦੂ ਸਿੱਖ ਮਜ਼ਹਬ ਦੇ ਆਧਾਰ ਤੇ ਲੜੀਆਂ ਜਾਂਦੀਆਂ ਨੇ। ਭਾਰਤ ਦੀ ਤੇ ਪਾਕਿਸਤਾਨ ਦੀ ਇਹ ਫਿਤਰਤ ਹੈ ਕਿ ਇੱਥੇ ਜਿਹੜੀਆਂ ਨੇ ਵੋਟਾਂ ਨੇ ਉਹ ਵਰਗ ਵੰਡ ਦੇ ਆਧਾਰ ਤੇ ਹੀ ਜਿਹੜੀਆਂ ਨੇ ਪੋਲ ਹੁੰਦੀਆਂ ਨੇ। ਇਹ ਬਦਕਿਸਮਤੀ ਸਾਡੇ ਸਿਸਟਮ ਦੀ ਹੈ, ਜਿਸ ਕਾਰਨ ਉਸ ਤਰ੍ਹਾਂ ਦੇ ਵਰਤਾਰਿਆਂ ਨੂੰ ਅਕਸਰ ਇਹ ਲੋਕ ਕੈਸ਼ ਕਰਨ ਦੇ ਵਿੱਚ ਕੋਈ ਕਸਰ ਫਿਰ ਨਹੀਂ ਛੱਡਦੇ। ਤੇ ਰਾਜਨੀਤਿਕ ਚਰਚਾ ਦੇ ਵਾਸਤੇ ਆਪਾਂ ਜੁੜਦੇ ਹਾਂ ਐਡਵੋਕੇਟ ਸੁਰਿੰਦਰ ਸਿੰਘ ਹੋਰਾਂ ਦੇ ਨਾਲ ਤੇ ਇਸ ਤੋਂ ਇਲਾਵਾ ਤਾਲਿਬਾਨ ਨਾਲ ਸੰਬੰਧਿਤ ਜਿਹੜੀਆਂ ਕਾਫੀ ਸਾਰੀਆਂ ਖਬਰਾਂ ਨੇ ਉਹਨਾਂ ਦਾ ਵੀ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂਗੇ। ਕੁਝ ਪੰਜਾਬ ਦੀ ਸਿਆਸਤ ਦੀਆਂ ਖਬਰਾਂ ਨੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਗਵਰਨਰ ਨੂੰ ਮਿਲੀ ਹੈ, ਉਸ ਨੇ ਤਰਕ ਦਿੱਤਾ ਕਿ ਜਿਹੜੀਆਂ ਵਿਧਾਇਕਾਂ ਨੂੰ ਪੈਨਸ਼ਨਾਂ ਕਈ ਦਿੱਤੀਆਂ ਜਾਂਦੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਪਰ ਗੱਲ ਇਹ ਹੈ ਕਿ ਅਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਇੱਕ ਪੈਨਸ਼ਨ ਹੀ ਲੈਂਦੇ ਨੇ ਤੇ ਜਦੋਂ ਇਹਨਾਂ ਕੋਲ 2-3 ਦਿਨ ਹੋਣ ਲੱਗ ਪਈਆਂ ਤੇ ਫਿਰ ਇਹਨਾਂ ਨੇ ਵੀ ਉਹੀ ਪੈਟਰਨ ਅਪਣਾ ਲੈਣਾ। ਚੰਗੀ ਗੱਲ ਹੈ ਕਿ ਉਹਨਾਂ ਨੇ ਇਸ ਮਾਮਲੇ 'ਚ ਸ਼ੁਰੂਆਤ ਕੀਤੀ ਹੈ, ਪਰ ਜਿਹੜਾ ਵਿਧਾਇਕ ਹੋਰ ਵਾਧੂ ਬੈਨੀਫਿਟ ਲੈਂਦੇ ਨੇ ਕੀ ਆਮ ਆਦਮੀ ਪਾਰਟੀ ਉਹਨਾਂ ਦੇ ਬਾਰੇ ਸਟੈਂਡ ਲੈਂਦੀ ਹੈ? ਜਿਸ ਤਰ੍ਹਾਂ ਵਿਧਾਇਕਾਂ ਦੀ ਜੋ ਇਨਕਮ ਟੈਕਸ ਦੇ ਖਰਚੇ ਨੇ ਜਾਂ ਜਿਹੜੀ ਉਹਨਾਂ ਦੀ ਆਮਦਨ ਹੈ ਉਹ ਆਮਦਨ ਟੈਕਸ ਵੀ ਪੰਜਾਬ ਸਰਕਾਰ ਭਰਦੀ ਹੈ। ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਬਰੀ ਨਹੀਂ ਕੀਤੇ ਜਾ ਸਕਦੇ, ਉਹ ਵੀ ਇਸੇ ਵਰਤਾਰੇ ਦੇ ਵਿੱਚ ਆਉਂਦੇ ਨੇ ਜਿਸ ਦੇ ਵਿੱਚ ਬਾਕੀ ਦੇ ਵਿਧਾਇਕ ਆਉਂਦੇ ਨੇ। ਇਸ ਸੰਬੰਧੀ ਆਮ ਆਦਮੀ ਪਾਰਟੀ ਨੂੰ ਉਹਨਾਂ ਮੁੱਦਿਆਂ ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਾ ਹੋਏਗਾ ਤੇ ਇਹਨਾਂ ਸਾਰਿਆਂ ਮਾਮਲਿਆਂ ਬਾਰੇ ਚਰਚਾ ਕਰਨ ਵਾਸਤੇ ਸੁਰਿੰਦਰ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਨੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ, ਐਡਰੈਸ ਹੈ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਮਿਲੇਗੀ। ਇਸ ਤੋਂ ਇਲਾਵਾ ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278 ਤੇ। ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਦੀਆਂ ਸੁਵਿਧਾਵਾਂ ਮੰਨ ਸਕਦੇ ਹੋ। ਇਸ ਤੋਂ ਬਿਨਾਂ ਨਾਲ ਲਿਕਰ ਸ਼ਾਪ ਵੀ ਆ, ਸਦ ਉਪਯੋਗ ਕਰੋ। ਤੇ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਕੰਪਨੀਆਂ ਤੋਂ ਗੈਸ ਸਟੇਸ਼ਨ ਓਨਰ ਆਪਰੇਟਰ ਵੀ ਫਿਊਲ ਫਰੈਂਚਾਈਜ਼ ਲੈ ਸਕਦੇ ਨੇ ਤੇ ਗੈਸ ਸਟੇਸ਼ਨ ਮਾਲਕ ਇਹਨਾਂ ਤੋਂ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਲੈ ਸਕਦੇ ਹੋ।
बलवीर सिंह उस्मानपुर होरां दे भरा हरजाप सिंह दा नंबर है जे कोई डील बनाउणी है 425 232 84 13 425 232 8413। सुरेंद्र सिंह जी सत श्री अकाल, स्वागत है तुहाडा। सॉरी सत श्री अकाल कहने संपर्क कट गया। तो इस दौरान तुसी इस प्रोग्राम दे विच कॉल करनी है तो उसके वास्ते लाइनां खोलियां ने 98 763 096 55 आप जी कॉल कर सकते हो। वकील साहब स्वागत, वेलकम। सुरेंद्र जी स्वागत है तुहाडा। लाइन ते बने ने, कॉल थ्रू नहीं हो रही, माफी चाहुंदे आ। ते इस दौरान आम आदमी पार्टी जिस तरह अज पंजाब के गवर्नर नूं मिली है, उन्होंने मंग की है कि विधायकों नूं दित्तियां जांदियां जिहड़ियां एक तो वध पेनशन बंद कीतियां जाण। मुद्दा चंगा है, आम आदमी पार्टी ने इस मुद्दे नूं कैश कीता है, करना भी चाहिए कि पंजाब दे जिहड़े विधायक ने जो एक तो वध पेनशनां लैंदे ने वो बंद कीतियां जाण। इस मुतलक आम आदमी पार्टी दे आगू कुलवीर सिंह संधवा ते हरपाल सिंह चीमा जां होर सारे MLAs ने मुलाकात पंजाब के गवर्नर नाल कीती है ते मंग पत्र दिता है ते कहा कि अमरिंदर सिंह की अगवाई वाली कांग्रेस सरकार ने साल 2004 दे विच सुधारां दे नां ते पंजाब के सरकारी कर्मचारियों की तां पेनशन बंद कर दी, जिस नूं लैके पंजाब के समुचे कर्मचारी हड़तालां कर रहे हैं। पर दूजे बन्ने पंजाब के विधायकों नूं 5-5 पेनशनां दित्तियां जा रही ने। सो इस संबंधी ये तर्क उन्हां वल्लों पेश किया गया कि किस आधार ते ये दोहरे मापदंड, सरकारी मुलाजम जिहड़ा उम्र दराज हो जाता है, आमदन के साधन नहीं होंदे, उन्हां दी पेनशन बंद, पर एक दिन विधायक रहा व्यक्ति पेनशन का हकदार, वो भी 50-50 हज़ार। मुद्दा जायज़ है तो इस संबंधी आम आदमी पार्टी ने जो उत्ता चुकया उस मुतलक। सुरेंद्र जी स्वागत है तुहाडा, वेलकम। हाँ जी स्वागत। सुरेंद्र जी आवाज आ रही है? हाँ जी हाँ जी हाँ जी हाँ जी आ रही है। ठीक है, थैंक यू। तो इस दौरान जिस तरह इस मुद्दे ते आपां भी गलबात कीती सी, कुछ पार्टियां नाराज भी होईयां सी कि बादल साहब दीयां पेनशनां क्यों गिणदे हो, कहंदे नोटिस भेजना। मैं कोई नहीं, वकील घर दा ही है, असीं किहड़ा मुੱਲ ਲੈਣਾ वकील, बाहरों फीस भरनी। हुण आम आदमी पार्टी ने मुद्दा चुक्या, मुद्दा जायज़ भी है क्योंकि पेनशन सरकारी मुलाजमां नूं नहीं मिलदी। 2004 तो सुधार कीते सी कप्तान साहब ने, पर सारे सुधारां दा फायदा अपना आप ही सुधारदे ने। आप 5-5 पेनशनां ला गए ने ये लुट के सरकारां वाले, ते मुलाजम नूं एक भी नहीं मिलदी। मंग तां आम आदमी पार्टी दी भी जायज़ है, जिहड़े अज गवर्नर नूं नहीं स्पीकर नूं मिले ने, KP सिंह नूं, राणा KP नूं, गवर्नर नूं नहीं मिले। इस संबंधी मुद्दा तां जायज़ है कि उस मुद्दे नूं जिहड़ा हैगा लोक लहर बना सकणगे, भुना सकणगे, पर जिहड़ियां विधायकां नूं होर सुधार ने, मसलन इनकम टैक्स भरन दे, ਉਹਦੇ ते किवें बरी करनगे अपने आप नूं? जी सुरेंद्र वीर। देखो 2015 ਦੇ ਵਿੱਚ ਇੱਕ ਸੋਧ ਕੀਤੀ ਗਈ ਸੀਗੀ ਪੰਜਾਬ ਦੇ ਵਿੱਚ, ਜਿਹੜੇ MLA ਸੀਗੇ ਉਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਆ, ਉਸ ਤਨਖਾਹ ਦੇ ਉੱਪਰ ਜਿਹੜਾ ਇਨਕਮ ਟੈਕਸ ਸੀ ਉਹ ਪੰਜਾਬ ਸਰਕਾਰ ਭਰ ਰਹੀ ਹੈ 2015 ਤੋਂ ਲਗਾਤਾਰ। ਉਸ ਵੇਲੇ ਤਕਰੀਬਨ 1.5 ਸਾਲ ਇਹਨਾਂ ਦਾ ਰਹਿੰਦਾ ਸੀਗਾ, ਅਕਾਲੀ BJP ਦਾ ਉਹ ਲੰਘ ਗਿਆ ਤੇ 4.5 ਸਾਲ ਇਹ ਲੰਘ ਗਏ। ਹੁਣ ਤੱਕ ਕੋਈ ਨਹੀਂ ਬੋਲਿਆ, ਈਵਨ ਕਿ ਆਮ ਆਦਮੀ ਪਾਰਟੀ ਵੀ ਨਹੀਂ ਬੋਲੀ। ਆਮ ਆਦਮੀ ਪਾਰਟੀ ਚੋਂ ਇੱਕ ਕੱਲਾ ਅਮਨ ਅਰੋੜਾ ਜਿਹੜਾ ਲਿਖ ਕੇ ਦੇ ਕੇ ਆਇਆ ਆਪਣਾ ਵਿਧਾਨ ਸਭਾ ਦੇ ਸਪੀਕਰ ਨੂੰ ਕਿ ਮੈਂ ਆਪਣਾ ਟੈਕਸ ਆਪ ਭਰਾਂਗਾ, ਪਰ ਜਿਹੜਾ ਪਿਛਲਾ 4.5 ਸਾਲ ਭਰਿਆ ਉਹਦੇ ਲਈ ਨਹੀਂ ਉਹ ਬੋਲਿਆ। ਠੀਕ ਹੈ, ਕਈ ਲੋਕ ਕਹਿੰਦੇ ਆ ਕਿ ਦੇਖੋ ਜੀ ਸਾਰਾ ਟੈਕਸ ਨਹੀਂ, ਕੇਵਲ ਜਿਹੜੀ ਉਹਨਾਂ ਨੂੰ ਸੈਲਰੀ ਮਿਲਦੀ ਆ ਪੰਜਾਬ ਸਰਕਾਰ ਵੱਲੋਂ MLA ਨੂੰ ਮਿਲਦੀ, ਉਹਦੇ ਉੱਪਰ ਜਿਹੜਾ ਟੈਕਸ ਆ ਉਹ ਪੰਜਾਬ ਸਰਕਾਰ ਭਰਦੀ ਆ। ਇਹ 2015 ਤੋਂ ਲਗਾਤਾਰ ਚੱਲ ਰਿਹਾ। ਪਹਿਲੀ ਗੱਲ ਤਾਂ ਉਹ ਚਾਹੀਦਾ ਨਹੀਂ ਸੀ। ਦੂਸਰੀ ਗੱਲ, ਤੁਸੀਂ ਗੱਲ ਕੀਤੀ ਪੈਨਸ਼ਨ ਦੀ, ਪੈਨਸ਼ਨ ਬੰਦ ਕਰ ਦਿੱਤੀ ਗਈ ਕਿ ਜਿੰਨਾ ਵੀ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋਏਗਾ, ਕਿਉਂਕਿ ਉਹਨੇ ਨੌਕਰੀ ਕੀਤੀ, ਕਹਿੰਦੇ ਜੀ ਜਿੰਨੀ ਦੇਰ ਨੌਕਰੀ ਕੀਤੀ ਓਨੀ ਦੇਰ ਦੀ ਉਹਨੂੰ ਤਨਖਾਹ ਦਿੱਤੀ, ਉਹਦੇ ਬਾਅਦ ਆਪਣੇ ਘਰੇ ਜਾਵੇ, ਸਾਨੂੰ ਦੇਸ਼ ਨੂੰ ਉਹਦੀ ਕੋਈ ਜ਼ਰੂਰਤ ਨਹੀਂ ਹੈ, ਜਿੱਥੋਂ ਮਰਜ਼ੀ ਆਪਣੇ ਬੱਚੇ ਪਾਲੇ ਨਾ ਪਾਲੇ ਕੋਈ ਨਹੀਂ। ਪਰ ਜਿਹੜਾ ਇੱਕ ਦਿਨ ਮੈਂਬਰ ਪਾਰਲੀਮੈਂਟ ਰਹਿ ਗਿਆ ਜਾਂ ਇੱਕ ਦਿਨ MLA ਰਹਿ ਗਿਆ, ਉਹਨੂੰ ਪੈਨਸ਼ਨ ਮਿਲਦੀ ਆ। ਉਹ ਕਿੱਥੋਂ? ਜੇ ਉਹ MLA ਬਣਿਆ ਤੇ MLA ਤੋਂ ਬਾਅਦ ਜੇ ਉਹਨੇ ਅਸਤੀਫਾ ਦੇ ਦਿੱਤਾ, ਠੀਕ ਹੈ, ਅਸਤੀਫਾ ਦਿੱਤਾ ਤਾਂ ਦੀ ਉਹ ਇੱਕ ਦਿਨ ਰਿਹਾ ਨਾ, ਅਸਤੀਫਾ ਦੇ ਦਿੱਤਾ ਇਹਦਾ ਮਤਲਬ ਉਹ ਕਾਬਲ ਨਹੀਂ ਸੀ ਤਾਂ ਹੀ ਅਸਤੀਫਾ ਦੇ ਗਿਆ। ਫਿਰ ਉਹਦੀ ਪੈਨਸ਼ਨ ਕਿਉਂ ਆ?
ਸਵਾਲ ਇਹ ਖੜਾ ਹੁੰਦਾ। ਮੁੱਦਾ ਤਾਂ ਜਾਇਜ਼ ਆ, ਪਰ ਆਮ ਆਦਮੀ ਪਾਰਟੀ ਆਪ ਕਈ ਮੁੱਦਿਆਂ 'ਚ ਘਿਰੀ ਹੋਈ ਆ। ਠੀਕ ਹੈ, ਜੇ ਹੁਣ ਬਾਕੀ ਸਾਰੇ ਦੇ ਸਾਰੇ 117 MLA ਨੇ, ਉਹਦੇ ਵਿੱਚ ਇਹਨਾਂ ਦੇ ਵੀ ਤਾਂ ਚਲੋ ਪਹਿਲਾਂ ਤਾਂ 20 ਸੀ, ਹੁਣ ਕੁੱਲ ਮਿਲਾ ਕੇ ਜਿਹੜੇ ਇਹਨਾਂ ਕੋਲੇ ਉਹ 12-13 ਬਚਦੇ ਨੇ। ਹੁਣ ਉਹ 12-13 ਜਿਹੜੇ ਬਚਦੇ ਨੇ ਉਹ ਵੀ ਤਾਂ ਲਗਾਤਾਰ ਉਦੋਂ ਦਾ ਉਹਨਾਂ ਦੀ ਸੈਲਰੀ ਦੇ ਉੱਪਰ ਜਿਹੜਾ ਟੈਕਸ ਸੀਗਾ ਉਹ ਭਰਿਆ ਜਾ ਰਿਹਾ ਨਾ। ਪ੍ਰੋਫੈਸਰ ਬਲਜਿੰਦਰ ਕੌਰ ਸੀ, ਉਹ ਕਹਿੰਦੀ ਸੀ ਅਸੀਂ ਇਕੱਲੇ ਥੋੜੀਆਂ ਸਾਫ ਬਾਕੀਆਂ ਦੇ ਵੀ ਭਰ ਹੁੰਦਾ, ਬਾਕੀ ਵੀ ਛੱਡਣ। ਉਹ ਬਾਕੀ ਛੱਡਣ ਨਾ ਛੱਡਣ, ਤੁਸੀਂ ਵੱਖਰੀ ਸਿਆਸਤ ਕਰਨ ਆਏ ਸੀ। ਜੇ ਦੂਸਰੇ ਖੂਹ 'ਚ ਗਿਰਦੇ ਤੇ ਤੁਸੀਂ ਵੀ ਖੂਹ 'ਚ ਗਿਰਨਾ। ਤੁਹਾਨੂੰ ਘੱਟੋ ਘੱਟ ਉਸ ਵੇਲੇ ਤੇ ਸਟੈਂਡ ਲੈਣਾ ਚਾਹੀਦਾ ਸੀ, ਪਰ ਬਦਕਿਸਮਤੀ ਕਿਸੇ ਨੇ ਸਟੈਂਡ ਨਹੀਂ ਲਿਆ। ਹੁਣ ਜਿੱਥੋਂ ਤੱਕ ਰਹਿ ਗਈ ਗੱਲ ਆਮ ਮੁਲਾਜ਼ਮਾਂ ਦੀ, ਆਮ ਮੁਲਾਜ਼ਮਾਂ ਇੱਕ ਦੇਖੋ ਭਾਵੇਂ 8 ਘੰਟੇ ਦੀ ਡਿਊਟੀ ਲਾਓ, ਕਈ ਮੁਲਾਜ਼ਮ ਤੇ ਐਸੇ ਆ ਜਿਨ੍ਹਾਂ ਦੀ 24 ਆਵਰਸ ਵੀ ਡਿਊਟੀ ਆ, ਪਰ ਡਿਊਟੀ ਤਾਂ ਡਿਊਟੀ ਆ ਨਾ। ਜੇ ਅਸੀਂ ਕਰਪਸ਼ਨ ਦੀ ਗੱਲ ਕਰੀਏ, ਕਰਪਸ਼ਨ ਵੀ PM ਤੋਂ ਲੈ ਕੇ ਉੱਪਰ ਤੱਕ ਆ, ਚਾਹੇ ਰਾਸ਼ਟਰਪਤੀ ਹੋਵੇ, ਚਾਹੇ ਉਹ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਵੇ, ਤੇ ਚਾਹੇ ਉਹ ਚੀਫ ਇਲੈਕਸ਼ਨ ਕਮਿਸ਼ਨ ਹੋਵੇ, ਸਾਰੇ ਤੱਕ ਚੱਲਦੀ ਆ। ਕਿਤੇ ਕਿਸੇ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਹੜਾ ਦਫ਼ਤਰ ਹੈ ਜਿਸ 'ਚ ਨਹੀਂ ਚੱਲਦੀ ਹੈ। ਜੋ ਕੁਛ ਉਹਦੇ ਤੇ ਵੀ ਬਾਅਦ 'ਚ ਆਵਾਂਗੇ। ਮਤਲਬ ਹਰ ਜਗ੍ਹਾ ਤੇ ਇਹ ਕੁਝ ਚੱਲ ਰਿਹਾ। ਤਾਂ ਫਿਰ ਮੁਲਾਜ਼ਮਾਂ ਨੂੰ ਸੈਲਰੀ ਜਿਹੜੀ ਆ ਉਹ ਉਹਨਾਂ ਨੂੰ ਸੈਲਰੀ ਮਿਲਦੀ, ਉਹਨਾਂ ਦੀ ਪੈਨਸ਼ਨ ਜਿਹੜੀ ਉਹ ਕਿਉਂ ਬੰਦ ਆ? ਜੇ ਬੰਦ ਕਰਨੀ ਫਿਰ ਜਿਹੜਾ MLA ਮੈਂਬਰ ਪਾਰਲੀਮੈਂਟ ਵੀ ਆ ਤੇ MLA ਵੀ ਆ, ਦੋਨਾਂ ਦੇ ਲਈ ਜੇ ਉਹ ਜਿੰਨੀ ਦੇਰ ਪਬਲਿਕ ਨੇ ਚੁਣ ਕੇ ਭੇਜਿਆ, 5 ਸਾਲ ਲਈ ਭੇਜਿਆ, 2 ਸਾਲ ਲਈ ਭੇਜਿਆ, ਸਾਲ ਲਈ ਭੇਜਿਆ, 1 ਦਿਨ ਲਈ ਆਇਆ, ਜੇ ਇੰਨੀ ਦੇਰ ਉਹਨੇ ਨੌਕਰੀ ਕੀਤੀ, ਉਹਦੀ ਤਨਖਾਹ ਲੈ ਲਈ। ਜਦੋਂ ਉਹਦੀ ਤਨਖਾਹ ਲੈ ਲਈ ਤੇ ਫਿਰ ਉਹਦੇ ਬਾਅਦ ਉਹਦੀ ਪੈਨਸ਼ਨ ਕਿਉਂ ਆ? ਜਦੋਂ ਬਾਕੀ ਸਾਰਿਆਂ ਤੇ ਲਾਗੂ ਹੁੰਦਾ ਤਾਂ ਫਿਰ ਇਹਨਾਂ ਤੇ ਕਿਉਂ ਨਹੀਂ ਲਾਗੂ? ਮੁੱਦਾ ਜਾਇਜ਼ ਆ, ਚਾਹੇ ਉਹ ਚੋਣਾਂ ਨੂੰ ਕਰਕੇ ਚੱਕਿਆ ਗਿਆ, ਪਰ ਮੁੱਦਾ ਜਾਇਜ਼ ਆ, ਇਹਦੇ ਤੇ ਰੋਕ ਲੱਗਣੀ ਚਾਹੀਦੀ। ਔਰ 2022 ਦੀ ਵਿਧਾਨ ਸਭਾ 'ਚ ਇਹ ਮੁੱਦਾ ਬਣਨਾ ਚਾਹੀਦਾ। ਮੁੱਦਾ ਡਰੱਗਸ ਦਾ ਬਣੇਗਾ ਕਿ ਪੰਜਾਬ ਨੂੰ ਰੋਲਿਆ ਕਿਹਨੇ, ਨਸ਼ਿਆਂ ਦੇ ਵਿੱਚ ਕਿਹਨੇ ਜਿਹੜਾ ਉਹ ਕੀ ਕਹਿੰਦੇ ਗਲ ਤੱਕ ਉਹਨੂੰ ਡੁਬੋਇਆ। ਠੀਕ ਹੈ, ਦੂਸਰੀ ਗੱਲ ਕਿ ਬੇਅਦਬੀ ਦੇ ਦੋਸ਼ੀ ਜਿਹੜੇ ਉਹ ਕੌਣ ਨੇ, ਉਹ ਜਿਹੜਾ ਇਹਨਾਂ ਦੋ ਚੀਜ਼ਾਂ ਦੇ ਨਾਲ ਤੀਸਰਾ ਮੁੱਦਾ ਜਿਹੜਾ ਉਹ ਪੈਨਸ਼ਨ ਦਾ ਹੋਣਾ ਚਾਹੀਦਾ ਕਿ ਜੇ ਬਾਕੀ ਸਭ ਦੀ ਪੈਨਸ਼ਨ ਬੰਦ ਆ ਤੇ ਫਿਰ ਜਿਹੜੇ MLA ਤੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਵੀ ਹੋਵੇ। ਜੇ ਪਾਰਲੀਮੈਂਟ ਮੈਂਬਰਾਂ ਦੀ ਤੇ ਨਹੀਂ, ਚਲੋ ਵਿਧਾਨ ਸਭਾ ਕਰ ਸਕੋ, ਕੋਈ ਘੱਟੋ ਘੱਟ ਇਹ ਆ ਕਿ ਜਿਹੜੀ ਵੀ ਪਾਰਟੀ ਸੱਤਾ 'ਚ ਆਵੇ ਇੱਕ ਹੋਵੇ ਕਿ ਉਹ ਕਵੇ ਕਿ ਜਿਹੜੀ 2017 ਦੇ ਵਿੱਚ ਸਰਕਾਰ ਚੁਣੀ ਜਾਏਗੀ ਪੰਜਾਬ ਦੀ, ਵਿਧਾਨ ਸਭਾ 'ਚ ਰੈਜੂਲੇਸ਼ਨ ਆਏਗਾ ਕਿ ਇਹ ਬਿਲਕੁਲ ਵੀ ਪੈਨਸ਼ਨ ਨਹੀਂ ਲੈਣਗੇ, ਪੈਨਸ਼ਨ ਦੇ ਹੱਕਦਾਰ ਨਹੀਂ ਹੋਣਗੇ, ਤੇ ਗੱਲ ਖਤਮ ਹੋ ਜਾਏਗੀ। ਇੱਕ ਵਾਰੀ ਕਾਨੂੰਨ ਬਣ ਗਿਆ, ਉਹਦੇ ਬਾਅਦ ਕੱਲ ਨੂੰ ਜਿਹੜਾ ਉਹ 'ਚ ਅਮੈਂਡਮੈਂਟ ਕਰੇਗਾ ਆਪਣੇ ਆਪ ਲੋਕ ਉਹਨੂੰ ਪੁੱਛਣਗੇ, ਕਟਹਿਰੇ 'ਚ ਖੜਾ ਕਰਨਗੇ, ਫਿਰ ਉਹ ਭੱਜਣ ਦਾ ਹੱਕ ਦਾ ਭੱਜ ਨਹੀਂ ਸਕੂਗਾ। ਜੇ ਭੱਜੂਗਾ ਤਾਂ ਫਿਰ ਲੋਕਾਂ ਦੇ ਰੋਹ ਦਾ ਜਿਹੜਾ ਉਹ ਸ਼ਿਕਾਰ ਵੀ ਹੋਵੇਗਾ। ਇਸ ਕਰਕੇ ਕਿਤੇ ਨਾ ਕਿਤੇ ਮੁੱਦਾ ਜਾਇਜ਼ ਆ ਔਰ ਮੁੱਦਾ 2022 ਦੀ ਵਿਧਾਨ ਸਭਾ ਦੇ ਵਿੱਚ ਇਹ ਚੋਣਾਂ ਦੇ ਵਿੱਚ ਜਿਹੜਾ ਮੁੱਦਾ ਬਣਨਾ ਚਾਹੀਦਾ। ਤੇ ਸਰੋਤੇ ਅਫਗਾਨਿਸਤਾਨ ਦੀ ਗੱਲ ਕਾਫੀ ਸੁਣਨਾ ਚਾਹੁੰਦੇ ਨੇ। ਸੈਮ ਚਾਲ ਕਹਿੰਦੇ ਸਵੇਰੇ ਵੀ ਦੱਸ ਕੇ ਨਹੀਂ ਗਏ। ਨਹੀਂ, ਸਵੇਰੇ ਗੱਲ ਕੀਤੀ ਸੀ ਚਾਲ ਸਾਹਿਬ, ਸ਼ਾਇਦ ਥੋੜੀ ਡਿਸਟਰਬੈਂਸ ਸੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਨਹੀਂ ਸੁਣ ਸਕੇ। ਸਵੇਰੇ ਵੀ ਗੱਲਬਾਤ ਇਸ ਮੁਤਲਕ ਕੀਤੀ ਸੀ, ਅਫਗਾਨਿਸਤਾਨ ਦੀ ਸਾਰੀ ਅਪਡੇਟ। ਇਸ ਵਾਰੀ ਤਿਉਹਾਰ ਤੇ ਦੂਰ ਰੱਖੜੀ ਵੇਲੇ ਡਰਾਈ ਫਰੂਟ ਨੂੰ ਕਾਫੀ ਰਗੜਾ ਲੱਗਣਾ। 20 ਤੋਂ 25-30% ਰੇਟ ਨੇ ਜਿਹੜੇ ਉਹ ਅਫਗਾਨਿਸਤਾਨ ਦੇ ਵਿੱਚ ਵਧਣੇ ਆ। ਅਫਗਾਨਿਸਤਾਨ ਤੋਂ ਡਰਾਈ ਫਰੂਟ ਨਾ ਹੋਣ ਕਰਕੇ ਭਾਰਤ ਦੇ ਵਿੱਚ ਵਧਣੇ ਆ। ਹਾਲਾਂਕਿ ਅਫਗਾਨਿਸਤਾਨ ਤੋਂ ਗੱਲਬਾਤ ਸ਼ੁਰੂ ਕਰੀਏ, ਫਿਰ ਥੋੜਾ ਜਿਹੀ ਚਲੋ ਪੰਜਾਬ ਦੀ ਸਿਆਸਤ ਵੱਲ ਨੂੰ ਆਵਾਂਗੇ। ਅਖੀਰ ਦੇ ਵਿੱਚ ਤਾਲਿਬਾਨ ਨੇ ਵੱਡਾ ਐਲਾਨ ਕੀਤਾ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਵਿੱਚ ਔਰਤਾਂ ਦੀ ਵੀ ਸ਼ਮੂਲੀਅਤ ਕਰਾਂਗੇ। ਹਾਲਾਂਕਿ ਕਈ ਅਜਿਹੇ ਨੇਤਾ ਨੇ ਸੁਰਿੰਦਰ ਵੀਰ ਜਿਹੜੇ ਔਰਤਾਂ ਤੇ ਤਸ਼ੱਦਦ ਕਰਨ ਜਾਂ ਔਰਤਾਂ ਪ੍ਰਤੀ ਆਪਣੀ ਤੰਗ ਸੋਚ ਦੇ ਵਾਸਤੇ ਇਸ ਕਾਫੀ ਬਦਨਾਮ ਨੇ। ਤੇ ਉਸ ਦੌਰਾਨ ਪੰਜਾਬ ਤੋਂ ਵੀ 200 ਦੇ ਕਰੀਬ ਪੰਜਾਬੀ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ। ਯੂਪੀ ਦੇ 18 ਨਾਗਰਿਕ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ। ਜਿਹੜੇ 5 ਵਿਅਕਤੀਆਂ ਨੇ ਸਰਕਾਰ ਚਲਾਉਣੀ ਹੈ, ਇਹਨਾਂ 'ਚ ਤਾਂ ਕਈ ਆਤਮਘਾਤੀ ਹਮਲਿਆਂ ਦੇ ਮਾਸਟਰਮਾਈਂਡ ਨੇ ਜਾਂ ਕਈ ਮਹਿਲਾਵਾਂ ਦੇ ਹੱਕਾਂ ਦੇ ਦੁਸ਼ਮਣ ਨੇ। ਸੋ ਉਹਨਾਂ ਦੇ ਹੱਥ ਦੇ ਵਿੱਚ ਅਫਗਾਨਿਸਤਾਨ ਦੀ ਸੱਤਾ ਹੋਏਗੀ। ਸੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਬੜੇ ਗੰਭੀਰ ਮੁਕੱਦਮੇ ਵੀ ਨੇ ਤੇ ਔਰਤਾਂ ਦੇ ਪ੍ਰਤੀ ਜਿਨ੍ਹਾਂ ਦਾ ਬੜਾ ਕੱਟੜ ਰਵੱਈਆ, ਖਾਸ ਕਰਕੇ ਹਿਬਤੁੱਲਾ ਅਖੁੰਦਜ਼ਾਦਾ, ਅਬਦੁਲ ਗਨੀ ਬਹਾਦਰ, ਮੁਹੰਮਦ ਯਕੂਬ, ਸਿਰਾਜੁਦੀਨ ਹੱਕਾਨੀ ਤੇ ਅਬਦੁਲ ਹਕੀਮ। ਸੋ ਇਹ ਬੜੇ ਕਈ ਮਾਮਲਿਆਂ ਦੇ ਵਿੱਚ, ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਹੁਣ ਇਸਲਾਮਿਕ ਅਮੀਰਾਤ ਬਣ ਚੁੱਕਾ, ਅਫਗਾਨ ਹੁਣ ਇਸਲਾਮਿਕ ਅਮੀਰਾਤ ਬਣ ਚੁੱਕਾ। ਸੋ ਮੌਲਵੀ ਹਿਬਤੁੱਲਾ
अखुंदजादा इस दा अमीर अल मोमनीन घोषित होया। तालिबान ने राष्ट्रपति भवन ते संसद समेत सरकारी इमारतां ते कब्जा कर लिया। पूरे देश दे विच अफरा तफरी है ते उन्हां लोगां दे नां सामने आए ने जिहड़े हुण तक तालिबान दे नहीं पूरी दुनिया दे विच बदनाम ने। ते हिज़बुल्लाह अखुंदजादा तो इलावा मुल्ला अब्दुल गनी बहादुर, मुल्ला मुहम्मद यूकूद, सिराजुद्दीन हकानी ਨੂੰ ਇਹ ਜ਼ਿੰਮੇਵਾਰੀ ਸੌਂਪਣੀ ਜਾਣੀ ਹੈ। ਇਹਨਾਂ ਦੇ ਵਿੱਚੋਂ ਕੁਝ 1996 ਤੋਂ ਲੈ ਕੇ 2001 ਤੱਕ ਚੱਲਿਆ ਜਿਹੜਾ ਤਾਲਿਬਾਨ ਦੀ ਪੈਰਲਲ ਸਰਕਾਰ ਸੀ ਉਸ ਦੇ ਵਿੱਚ, ਤੇ ਕੁਝ ਅਮਰੀਕਾ ਦੇ ਖਿਲਾਫ 20 ਸਾਲ ਚੱਲੀ ਜੰਗ ਦੇ ਵਿੱਚ ਅਹਿਮ ਭੂਮਿਕਾ ਇਹਨਾਂ ਲੋਕਾਂ ਨੇ ਨਿਭਾਈ ਹੈ। ਤੇ ਇਸ ਸੰਬੰਧੀ ਮੌਲਵੀ ਹਿਬਤੁੱਲਾ ਅਖੁੰਦਜ਼ਾਦਾ ਨੇ ਰਾਜਨੀਤਿਕ, ਧਾਰਮਿਕ ਤੇ ਮਿਲਟਰੀ ਮਾਮਲਿਆਂ ਦੀ ਟੌਪ ਅਥਾਰਟੀ ਹੈ। 2016 ਚ ਇਸਨੇ ਕਮਾਨ ਸੰਭਾਲੀ ਸੀ। ਤੇ ਇਸੇ ਦੌਰਾਨ ਮੁੱਲਾ ਅਬਦੁਲ ਗਨੀ ਬਹਾਦਰ ਹੈ ਜੋ ਕਿ ਰਾਜਨੀਤਿਕ ਮਾਮਲਿਆਂ ਦਾ ਮੁਖੀਆ ਤੇ ਤਾਲਿਬਾਨ ਦਾ ਕੋ ਫਾਊਂਡਰ ਵੀ ਹੈ। ਤੇ ਮੁੱਲਾ ਮੁਹੰਮਦ ਯੂਕੂਬ ਮਿਲਟਰੀ ਆਪਰੇਸ਼ਨ ਦਾ ਕਮਾਂਡਰ ਹੈ ਤੇ ਤਾਲਿਬਾਨ ਦਾ ਫਾਊਂਡਰ ਮੁੱਲਾ ਉਮਰ ਦਾ ਬੇਟਾ ਹੈ। ਤੇ ਸਿਰਾਜੁद्दीन ਹਕਾਨੀ ਹੈ ਜਿਹੜਾ ਰਾਜਨੀਤਿਕ ਤਾਲਿਬਾਨੀ ਨੇਤਾ ਜਲਾਲੁद्दीन ਹਕਾਨੀ ਦਾ ਬੇਟਾ ਹੈ ਤੇ ਹਕਾਨੀ ਨੈਟਵਰਕ ਦਾ ਮੁਖੀਆ ਰਿਹਾ। ਸੋ ਇਹਨਾਂ ਦੀ ਅਗਵਾਈ ਦੇ ਵਿੱਚ ਹੋਰ 26 ਲੋਕ ਨੇ ਜਿਹੜੇ ਇਹਨਾਂ ਦੀ ਸੈਕੰਡ ਕਮਾਂਡ ਨੇ ਲੀਡਰਸ਼ਿਪ ਕੌਂਸਲ ਦੀ, ਜਿਹਨੂੰ ਰਹਿਬਰੀ ਸ਼ੂਰਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਮਿਸ਼ਨ ਹੈ ਤਾਲਿਬਾਨ ਦੀ ਕੈਬਨਿਟ ਹੈ ਜਿਸ ਦੇ ਵਿੱਚ ਮਿਲਟਰੀ, ਪੋਲੀਟੀਕਲ ਅਤੇ ਇਕੋਨਮੀ ਸਮੇਤ 16 ਵਿਭਾਗ ਬਣਾਏ ਗਏ ਨੇ। ਤੇ ਇਸ ਸੰਬੰਧੀ ਇਹ ਹਰ ਰਾਜ ਦੇ ਵਿੱਚ ਤਾਲਿਬਾਨ ਦਾ ਇੱਕ ਗਵਰਨਰ ਤੇ ਇੱਕ ਕਮਾਂਡਰ ਹੁੰਦਾ ਹੈ ਤੇ ਇਹਨਾਂ ਦੋਹਾਂ ਅਹੁਦਿਆਂ ਤੇ ਨਿਯੁਕਤ ਮਿਲਟਰੀ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ। ਤੇ ਜੇ ਦੇਖਿਆ ਜਾਵੇ ਤਾਂ ਮੌਲਵੀ ਹਿਬਤੁੱਲਾ ਅਖੁੰਦਜ਼ਾਦਾ ਜੋ ਕਿ ਸੁਪਰੀਮ ਪਾਵਰ ਨੇ ਇਹਨਾਂ ਪੰਜਾਂ ਚੋਂ, ਇਹ ਫਤਵਿਆਂ ਦਾ ਮਾਸਟਰ ਮਾਈਂਡ ਹੈ। ਸੋ ਅਰਬੀ ਭਾਸ਼ਾ ਦੇ ਵਿੱਚ ਹਿਬਤੁੱਲਾ ਦਾ ਮਤਲਬ ਹੁੰਦਾ ਰੱਬ ਦਾ ਤੋਹਫਾ, ਅੱਲਾ ਦਾ ਤੋਹਫਾ। ਸੋ ਆਪਣੇ ਨਾਂ ਦੇ ਉਲਟ ਇਹ ਹਿਬਤੁੱਲਾ ਅਖੁੰਦਜ਼ਾਦਾ ਅਜਿਹਾ ਜਾਹਲ ਕਿਸਮ ਦਾ ਕਮਾਂਡਰ ਹੈ ਜਿਸਨੇ ਕਾਤਲਾਂ ਤੇ ਨਜਾਇਜ਼ ਸੰਬੰਧ ਰੱਖਣ ਵਾਲਿਆਂ ਦੀਆਂ ਹੱਤਿਆ ਕਰਵਾਈਆਂ ਤੇ ਚੋਰੀ ਕਰਨ ਵਾਲਿਆਂ ਦੇ ਹੱਥ ਕੱਟਣ ਦੀਆਂ ਸਜ਼ਾਵਾਂ ਵੀ ਦਿੱਤੀਆਂ ਸੀ। ਕਿਉਂਕਿ ਜੋ ਇਸਲਾਮ ਦੇ ਵਿੱਚ ਆ ਉਹਨਾਂ ਦੇ ਲਈ ਸੌਫਟ ਹੈ, ਦੂਜਿਆਂ ਨੂੰ ਲੱਗਦਾ ਹੈ ਕਿ ਚੋਰੀ ਦੀ ਬਿਨਾਂ ਤੇ ਹੱਥ ਕੱਟਣਾ ਬਹੁਤ ਪਾਪ ਹੈ। ਪਰ ਆਪਣੇ ਇੰਡੀਆ 'ਚ ਲੋਕ ਕਹਿੰਦੇ ਨੇ ਜੇ ਕਿਸੇ ਦੀ ਅੱਖ ਕੱਢੀ, ਅੱਖ ਬਦਲੇ ਅੱਖ, ਹੱਥ ਬਦਲੇ ਹੱਥ, ਜਾਨ ਬਦਲੇ ਜਾਨ ਲਈ ਜਾਵੇ। ਇਸ ਤਰ੍ਹਾਂ ਦੇ ਤਾਲਿਬਾਨੀ ਕਾਨੂੰਨ ਨੇ, ਇਸਲਾਮਿਕ ਕਾਨੂੰਨ ਨੇ ਜਿਨ੍ਹਾਂ ਨੂੰ ਉਹ ਇੰਪਲੀਮੈਂਟ ਕਰਦੇ ਨੇ। ਤੇ ਖਾਸ ਕਰਕੇ 1961 ਦੇ ਨੇੜੇ ਤੇੜੇ ਅਫਗਾਨਿਸਤਾਨ ਦੇ ਕੰਧਾਰ ਸੂਬੇ ਦੇ ਪੰਜਵਾਈ ਜ਼ਿਲ੍ਹੇ ਦੇ ਵਿੱਚ ਪੈਦਾ ਹੋਇਆ ਸੀ। ਉਹ ਨੂਰਜਈ ਕਬੀਲੇ ਨਾਲ ਤਾਲੁਕ ਰੱਖਦਾ। ਇਸ ਦਾ ਪਿਤਾ ਮੁਹੰਮਦ ਆਖੁੰਦ ਇੱਕ ਧਾਰਮਿਕ ਸਕਾਲਰ ਸੀਗਾ ਤੇ ਉਹ ਪਿੰਡ ਦੀ ਮਸਜਿਦ ਦਾ ਇਮਾਮ ਸੀ। 1996 ਦੇ ਵਿੱਚ ਜਦੋਂ ਤਾਲਿਬਾਨ ਨੇ ਕਾਬਲ ਤੇ ਕਬਜ਼ਾ ਕੀਤਾ ਸੀ ਤਾਂ ਉਸ ਵਕਤ ਅਖੁੰਦਜ਼ਾਦਾ ਨੂੰ ਫਰਾਹ ਸੂਬੇ ਦਾ ਧਾਰਮਿਕ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਸੀ। ਇਸ ਤੋਂ ਬਾਅਦ ਉਹ ਕੰਧਾਰ ਚਲਾ ਗਿਆ ਸੀ ਤੇ ਮਦਰਸੇ ਦਾ ਮੌਲਵੀ ਬਣਿਆ। ਤੇ ਉਸ ਮਦਰਸੇ ਦੇ ਵਿੱਚ ਤਾਲਿਬਾਨ ਫਾਊਂਡਰ ਉੱਲਾ ਉਮਰ ਉਸ ਨੂੰ ਚਲਾਉਂਦਾ ਸੀ, ਜਿਸ ਦੇ ਉਸ ਵਕਤ 1 ਲੱਖ ਦੇ ਕਰੀਬ ਵਿਦਿਆਰਥੀ ਸਨ। ਇਹ ਸੁਰਿੰਦਰ ਵੀ ਜਿਹੜਾ ਹਿਬਤੁੱਲਾ ਅਖੁੰਦਜ਼ਾਦਾ ਇਸਲਾਮਿਕ ਅਮੀਰਾਤ ਅਫਗਾਨਿਸਤਾਨ ਦੀ ਸ਼ਰੀ ਅਦਾਲਤ ਦਾ ਚੀਫ ਜਸਟਿਸ ਵੀ ਰਿਹਾ। ਮੁੱਲਾ ਮਸੂਰ ਦੀ ਮੌਤ ਤੋਂ ਬਾਅਦ 25 ਮਈ 2016 ਨੂੰ ਇਹ ਹਿਬਤੁੱਲਾ ਅਖੁੰਦਜ਼ਾਦਾ ਤਾਲਿਬਾਨ ਦੀ ਕਮਾਨ ਇਸ ਨੂੰ ਸੌਂਪੀ ਗਈ ਸੀ ਤੇ ਉਦੋਂ ਤੋਂ ਇਸ ਸਮੂਹ ਦੀ ਉਹ ਟੌਪ ਅਥਾਰਟੀ ਹੈ। ਦੂਸਰੇ ਨੰਬਰ ਤੇ ਮੁੱਲਾ ਅਬਦੁਲ ਗਨੀ ਬਹਾਦਰ ਹੈ। ਉਹਦੀ ਜੇ ਪੱਤਰੀ ਫਰੋਲੀ ਜਾਵੇ ਉਹ ਸ਼ਾਂਤੀ ਵਾਰਤਾ ਦਾ ਹਮਾਇਤੀ ਰਿਹਾ ਜਿਹੜਾ ਡਾਇਲੌਗ ਇਹਨਾਂ ਦਾ ਅਮਰੀਕਾ ਨਾਲ ਹੋਇਆ। ਮੁੱਲਾ ਅਬਦੁਲ ਗਨੀ ਬਹਾਦਰ ਉਹਨਾਂ 4 ਲੋਕਾਂ ਦੇ ਵਿੱਚ ਇੱਕ ਹੈ ਜਿਨ੍ਹਾਂ ਨੇ ਤਾਲਿਬਾਨ ਨੂੰ ਗਠਿਤ ਕੀਤਾ ਸੀ। ਉਹ ਤਾਲਿਬਾਨ ਦੇ ਫਾਊਂਡਰ ਮੁੱਲਾ ਉਮਰ ਦਾ ਡਿਪਟੀ ਸੀ। 2001 ਦੇ ਵਿੱਚ ਅਮਰੀਕਨ ਹਮਲੇ ਦੇ ਵਕਤ ਉਹ ਦੇਸ਼ ਦਾ ਰੱਖਿਆ ਮੰਤਰੀ ਸੀ। 2010 ਦੇ ਵਿੱਚ ਜਦੋਂ ਅਮਰੀਕਾ ਤੇ ਪਾਕਿਸਤਾਨ ਨੇ ਇੱਕ ਆਪਰੇਸ਼ਨ ਕੀਤਾ ਸੀ ਉਸ ਦੌਰਾਨ ਇਸ ਬਰਾਦਰ ਨੂੰ ਗ੍ਰਿਫਤਾਰ ਕੀਤਾ ਸੀਗਾ। ਤੇ ਉਸ ਵਕਤ ਜਿਹੜੀ ਸ਼ਾਂਤੀ ਅਮਨ ਗੱਲਬਾਤ ਹੋਈ ਸੀ ਉਸ ਦੇ ਵਿੱਚ ਅਫਗਾਨਿਸਤਾਨ ਸਰਕਾਰ ਬ੍ਰਦਰ ਦੀ ਰਿਹਾਈ ਦੀ ਮੰਗ ਕਰਦੀ ਸੀ ਤੇ 2013 ਦੇ ਵਿੱਚ ਉਸ ਨੂੰ ਰਿਹਾ ਕੀਤਾ ਗਿਆ ਸੀ। 2018 ਦੇ ਵਿੱਚ ਜਦੋਂ ਤਾਲਿਬਾਨ ਨੇ ਕਤਰ ਦੇ ਦੋਹਾ ਦੇ ਵਿੱਚ ਆਪਣਾ ਰਾਜਨੀਤਿਕ ਦਫ਼ਤਰ ਖੋਲ੍ਹਿਆ ਸੀ ਤੇ ਅਮਰੀਕਾ ਦੇ ਨਾਲ ਅਮਨ ਗੱਲਬਾਤ ਦਾ ਰਸਤਾ ਚਲਾਇਆ ਸੀ ਤੇ ਉਦੋਂ ਇਸ ਮੁੱਲਾ ਅਬਦੁਲ ਗਨੀ ਬ੍ਰਦਰ ਹੀ ਪ੍ਰਮੁੱਖ ਸੀ ਅਮਰੀਕਾ ਨਾਲ ਗੱਲਬਾਤ ਕਰਨ ਵਾਲਾ ਤੇ ਉਹ ਹਮੇਸ਼ਾ ਅਮਰੀਕਾ ਦੇ ਨਾਲ ਸਬੰਧਾਂ ਦਾ ਸਮਰਥਕ ਰਿਹਾ। ਇੰਟਰਪੋਲ ਦੇ ਮੁਤਾਬਕ ਮੁੱਲਾ ਬ੍ਰਦਰ ਦਾ ਜਨਮ ਉਜ਼ਬੇਕਿਸਤਾਨ ਪ੍ਰਾਂਤ ਦੇ ਦੇਰਾਵੁਰਦ ਜ਼ਿਲ੍ਹੇ ਦੇ ਵਿੱਚ ਹੋਇਆ। 1968 ਦਾ ਇਹ ਜੰਮਪਲ ਹੈ ਤੇ ਇਸ ਦਾ ਸਬੰਧ ਦੁਰਾਨੀ ਕਬੀਲੇ ਦੇ ਨਾਲ ਹੈ। ਜਿਹੜਾ ਦੁਰਾਨੀ ਆਪਣੇ ਇੰਡੀਆ 'ਚ ਵੀ ਬੜਾ ਮਸ਼ਹੂਰ ਹੋਇਆ ਸੀ ਹਮਲਿਆਂ ਦੇ ਲਈ ਦੁਰਾਨੀ। ਤੇ ਉਹ ਰਾਸ਼ਟਰਪਤੀ, ਵੈਸੇ ਸਾਬਕਾ ਰਾਸ਼ਟਰਪਤੀ ਹਾਮਦ ਕਰਜ਼ਈ ਉਹ ਵੀ ਦੁਰਾਨੀ ਸਨ। ਇਸੇ ਤਰ੍ਹਾਂ ਮੁੱਲਾ ਮੁਹੰਮਦ ਯੂਕੂਬ ਹੈ, ਇਹ ਤਾਲਿਬਾਨ ਦੇ ਫਾਊਂਡਰ ਦਾ ਬੇਟਾ ਹੈ। ਤਾਲਿਬਾਨ ਦੇ ਜੋ ਸੰਸਥਾਪਕ ਸੀ ਮੁੱਲਾ ਉਮਰ
ਉਹ ਪਾਕਿਸਤਾਨ ਦੇ ਵਿੱਚ ਉਸਦੀ ਟੀਬੀ ਦੇ ਨਾਲ ਮੌਤ ਹੋ ਗਈ ਸੀ ਮੁੱਲਾ ਉਮਰ ਦੀ। ਇਸ ਤੋਂ ਬਾਅਦ ਮੰਨਿਆ ਜਾਂਦਾ ਕਿ ਤਾਲਿਬਾਨ ਨੇ ਮੁੱਲਾ ਉਮਰ ਦੇ ਪਰਿਵਾਰ ਨੂੰ ਦਾ ਦਖਲ ਖਤਮ ਕਰ ਦਿੱਤਾ ਜਾਏਗਾ, ਪਰ 2016 ਦੇ ਵਿੱਚ ਮੁੱਲਾ ਉਮਰ ਦੇ ਬੇਟਾ ਮੁਹੰਮਦ ਯਕੂਬ ਸਾਹਮਣੇ ਆਇਆ। ਉਸਨੇ ਖੁਦ ਜਦਾ ਨੂੰ ਤਾਲਿਬਾਨ ਚੀਫ ਬਣਾਏ ਜਾਣ ਦਾ ਸਮਰਥਨ ਕੀਤਾ ਤੇ ਫਿਰ ਗਾਇਬ ਹੋ ਗਿਆ। ਤੇ ਇਸ ਸਾਲ 29 ਫਰਵਰੀ ਨੂੰ ਅਮਰੀਕਾ ਤੇ ਤਾਲਿਬਾਨ ਦੇ ਸਮਝੌਤੇ ਦੇ 3 ਮਹੀਨੇ ਮਗਰੋਂ ਮੁਹੰਮਦ ਯਕੂਬ ਦਾ ਨਾਂ ਚਰਚਾ ਦੇ ਵਿੱਚ ਆਇਆ। ਤਾਲਿਬਾਨ ਦੀ ਰਹਿਬਰੀ ਸ਼ੂਰਾ ਜੋ ਉਸਨੇ ਮੁਹੰਮਦ ਯਕੂਬ ਨੂੰ ਮਿਲਟਰੀ ਵਿੰਗ ਦਾ ਕਮਾਂਡਰ ਨਿਯੁਕਤ ਕੀਤਾ ਸੀ ਤੇ ਮੁਹੰਮਦ ਯਕੂਬ ਹੁਣ ਕਮਾਂਡਰ ਮੁੱਲਾ ਯਕੂਬ ਬਣ ਚੁੱਕਾ। ਇਹ ਦੂਸਰੇ ਨੰਬਰ ਦੀ ਅਥਾਰਟੀ ਹੈ ਤੇ ਕੁਝ ਐਕਸਪਰਟ ਇਹ ਵੀ ਮੰਨਦੇ ਨੇ ਕਿ ਤਾਲਿਬਾਨ ਦਾ ਮੌਜੂਦਾ ਲੀਡਰ ਤੀਜੇ ਨੰਬਰ ਦੀ ਅਥਾਰਟੀ ਹੈ। ਮੁੱਲਾ ਯਕੂਬ ਸਭ ਤੋਂ ਜ਼ਿਆਦਾ ਨਰਮਪੰਥੀ ਰਵੱਈਏ ਵਾਲਾ ਤੇ ਅਲ-ਕਾਇਦਾ ਦੇ ਤਰ੍ਹਾਂ ਉਹ ਅਮਰੀਕਾ ਤੇ ਦੂਜੇ ਪੱਛਮ ਦੇਸ਼ਾਂ ਦਾ ਦੁਸ਼ਮਣ ਨਹੀਂ ਹੈ ਅਲ-ਕਾਇਦਾ ਦੀ ਤਰ੍ਹਾਂ। ਇਸੇ ਤਰ੍ਹਾਂ ਸਰਾਜੁਦੀਨ ਹਕਾਨੀ ਹੈ ਜੋ ਆਤਮਘਾਤੀ ਹਮਲਿਆਂ ਦਾ ਮਾਸਟਰਮਾਈਂਡ ਹੈ। ਇਹ ਸਰਾਜੁਦੀਨ ਹਕਾਨੀ ਮੁਜਾਹਿਦੀਨ ਕਮਾਂਡਰ ਜਲਾਲੁਦੀਨ ਹਕਾਨੀ ਦਾ ਬੇਟਾ ਹੈ। ਉਹ ਆਪਣੇ ਪਿਤਾ ਦੁਆਰਾ ਬਣਾਏ ਹਕਾਨੀ ਨੈਟਵਰਕ ਨੂੰ ਚਲਾਉਂਦਾ। ਇਹ ਨੈਟਵਰਕ ਪਾਕਿਸਤਾਨ ਬਾਰਡਰ ਤੇ ਤਾਲਿਬਾਨ ਦੀ ਫਾਈਨੈਂਸ਼ੀਅਲ ਤੇ ਮਿਲਟਰੀ ਪ੍ਰਾਪਰਟੀ ਦੀ ਦੇਖਭਾਲ ਕਰਦਾ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹਕਾਨੀ ਨੇ ਹੀ ਅਫਗਾਨਿਸਤਾਨ ਦੇ ਵਿੱਚ ਆਤਮਘਾਤੀ ਹਮਲਿਆਂ ਦੀ ਸ਼ੁਰੂਆਤ ਕਰਾਈ ਸੀ। ਹਕਾਨੀ ਨੈਟਵਰਕ ਅਫਗਾਨਿਸਤਾਨ ਦੇ ਵਿੱਚ ਕਈ ਹਾਈ ਪ੍ਰੋਫਾਈਲ ਹਮਲਿਆਂ ਦੇ ਲਈ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਮੁੱਲਾ ਅਬਦੁਲ ਹਕੀਮ ਹੈ ਜੋ 5ਵੀਂ ਵੱਡੀ ਅਥਾਰਟੀ ਹੈ, ਸ਼ਰੀਅਤ ਦਾ ਜਾਣਕਾਰ ਹੈ ਤੇ ਚੀਫ ਜਸਟਿਸ ਹੈ। ਤਾਲਿਬਾਨ ਸ਼ਾਂਤੀ ਵਾਰਤਾ ਟੀਮ ਦਾ ਇਹ ਮੈਂਬਰ ਵੀ ਸੀਗਾ ਤੇ ਤਾਲਿਬਾਨ ਦੇ ਸ਼ਾਸਨ ਦੇ ਦੌਰਾਨ ਮੁੱਖ ਜੱਜ ਵੀ ਰਿਹਾ ਤੇ ਧਾਰਮਿਕ ਸਕਾਲਰ ਦੀ ਪਾਵਰਫੁਲ ਪਰਿਸ਼ਦ ਦਾ ਮੈਂਬਰ ਵੀ ਰਿਹਾ। ਅਜਿਹਾ ਮੰਨਿਆ ਜਾਂਦਾ ਕਿ ਤਾਲਿਬਾਨ ਸਰਗਣਾ ਹਿਬਤੁੱਲਾ ਅਖੁੰਜ਼ਾਦਾ ਅਬਦੁਲ ਹਕੀਮ ਹਕਾਨੀ ਦੇ ਕਹਿਣ ਤੇ ਹੀ ਸਭ ਤੋਂ ਜ਼ਿਆਦਾ ਭਰੋਸਾ ਕਰਦਾ ਹੈ। ਸੋ ਇਸ ਤਰ੍ਹਾਂ ਇਹ ਜਿਹੜੇ 5 ਪਾਵਰਫੁਲ ਲੋਕ ਨੇ ਇਹ ਕੱਟੜ ਫਤਵੇ ਜਾਰੀ ਕਰਨ ਦੇ ਲਈ ਤੇ ਔਰਤਾਂ ਦੇ ਖਿਲਾਫ ਕੱਟੜ ਰਵੱਈਏ ਦੇ ਵਾਸਤੇ ਬੜੇ ਚਰਚਿਤ ਨੇ। ਪਰ ਜਿਸ ਤਰ੍ਹਾਂ ਹੁਣ ਉਹਨਾਂ ਦਾ ਪੱਖ ਸਾਹਮਣੇ ਆ ਰਿਹਾ ਕਿ ਉਹ ਇੱਕ ਅਮਨ ਪਸੰਦ ਸਰਕਾਰ ਦੀ ਕਾਇਮੀ ਚਾਹੁੰਦੇ ਨੇ ਜੋ ਗੁਆਂਢੀ ਸੂਬਿਆਂ ਦੇ ਨਾਲ ਦੇਸ਼ਾਂ ਦੇ ਨਾਲ ਵੀ ਉਹਨਾਂ ਦੇ ਤਾਲੁਕ ਬਿਹਤਰ ਰਹਿਣਗੇ। ਹਾਲਾਂਕਿ ਅਫਗਾਨਿਸਤਾਨ ਦੇ ਵਿੱਚ ਫਸੇ 150 ਦੇ ਕਰੀਬ ਭਾਰਤੀਆਂ ਨੂੰ ਹਿਡਨ 에ਅਰਬੇਸ ਪਹੁੰਚਾਇਆ ਗਿਆ। 에ਅਰ ਫੋਰਸ ਦਾ ਵਿਮਾਨ ਜਿਹੜਾ ਜਹਾਜ਼ ਹੈ ਉਹਨਾਂ ਨੂੰ ਲੈ ਕੇ ਆਇਆ। ਹਿਡਨ 에ਅਰਪੋਰਟ ਹੈ ਜੋ ਦਿੱਲੀ ਦਾ 150 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਆਇਆ ਤੇ ਉੱਥੋਂ ਬੱਸਾਂ ਦੇ ਰਾਹੀਂ ਇਹ ਵੱਖ-ਵੱਖ ਜਗ੍ਹਾ ਤੇ ਭੇਜੇ ਗਏ ਨੇ। ਸੋ 150 ਦੇ ਕਰੀਬ ਇਹ ਜਿਹੜੇ ਲੋਕ ਸੀਗੇ ਇਹ ਭੇਜੇ ਗਏ ਨੇ ਇੰਡੀਅਨ 에ਅਰ ਫੋਰਸ ਦਾ C-17 ਜਹਾਜ਼ ਦੇ ਰਾਹੀਂ। ਅਫਗਾਨਿਸਤਾਨ ਦੇ ਵਿੱਚ ਫਸੇ ਲੋਕਾਂ ਨੂੰ ਅੱਜ ਸ਼ਾਮ 4 ਵਜੇ ਜਿਹੜਾ ਲਿਆਂਦਾ ਗਿਆ ਤੇ ਜਿਸ ਦੌਰਾਨ ਇਹਨਾਂ ਨੂੰ 2 ਘੰਟੇ ਬਾਅਦ ਹੀ ਬੱਸਾਂ ਦੇ ਰਾਹੀਂ ਉਹਨਾਂ ਦੇ ਜਾਂ ਆਪਣੇ ਵਾਹਨਾਂ ਦੇ ਰਾਹੀਂ ਘਰੇ ਭੇਜਿਆ ਗਿਆ। ਸੋ ਕਾਬਲ ਦੇ ਵਿੱਚ ਇਹ ਜਹਾਜ਼ 150 ਲੋਕਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਮਨਗਰ ਗੁਜਰਾਤ ਉਤਰਿਆ ਸੀ ਤੇ ਇੱਥੇ ਜਿਹੜੇ ਲੋਕ ਘਬਰਾਏ ਹੋਏ ਸੀ ਉਹਨਾਂ ਨੂੰ ਫਿਰ ਬ੍ਰੇਕਫਾਸਟ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਹਿੰਡਨ 에ਅਰਪੋਰਟ ਲਿਆਂਦਾ ਗਿਆ ਤੇ ਜਿੱਥੇ ਹੁਣ ਉਹਨਾਂ ਨੂੰ ਘਰ ਭੇਜਿਆ ਜਾ ਰਿਹਾ। ਅਜੇ ਵੀ ਕੁਝ ਲੋਕ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ। ਜੀ ਸੁਰਿੰਦਰ, ਅਫਗਾਨਿਸਤਾਨ ਤੇ ਹੋਰ ਕੀ ਅਪਡੇਟ ਆ ਪਲੀਜ਼ ਜੀ। ਦੇਖੋ ਗੱਲ ਆ ਤੁਸੀਂ ਬੜੀ ਲੰਬੀ ਤਫਸੀਲ 'ਚ ਚਲੇ ਗਏ। ਮੈਂ ਇੱਕ ਗੱਲ ਸਪਸ਼ਟ ਕਰ ਦਿਆਂ। ਦੇਖੋ ਸੰਘਰਸ਼ ਤੇ ਸਿਆਸਤ ਦੋਨਾਂ 'ਚ ਬਹੁਤ ਜ਼ਿਆਦਾ ਅੰਤਰ ਹੋਇਆ ਕਰਦਾ। ਜਦੋਂ ਵਿਅਕਤੀ ਸੰਘਰਸ਼ 'ਚ ਹੁੰਦਾ ਉਦੋਂ ਗੋਲੀਆਂ ਵੀ ਚੱਲਦੀਆਂ, ਬੰਬ ਵੀ ਚੱਲਦੇ ਆ ਤੇ ਸਾਰਾ ਕੁਝ ਚੱਲਦਾ, ਉਹ 'ਚ ਆਉਂਦਾ। ਪਰ ਤੁਸੀਂ ਇੱਕ ਦੇਖੋ, ਲੋਕਾਂ ਦੇ ਅੰਦਰ ਡਰ ਤੇ ਭੈ ਪਹਿਲਾਂ ਵਾਲਾ ਸੀ ਜਿਹੜਾ ਤਾਲਿਬਾਨ 1996 ਤੋਂ ਲੈ ਕੇ 2001 ਵਾਲਾ ਸੀਗਾ। ਉਹੀ ਉਹਨਾਂ 'ਚ ਡਰ ਤੇ ਭੈ ਸੀ। ਇਸੇ ਕਰਕੇ ਉਹ 에ਅਰਪੋਰਟ ਵੱਲ ਨੂੰ ਭੱਜ ਲਿਆ। ਜਿਹੜਾ ਜਹਾਜ਼ ਆਇਆ ਉਹਦੇ ਉੱਪਰ ਵੀ ਬੈਠ ਗਿਆ। ਜੋ ਕੁਝ ਕਰ ਸਕਦੇ ਸੀ ਉਹ ਕਰੇ। ਉਹਨਾਂ ਨੂੰ ਸੀ ਇੱਕ ਵਾਰੀ ਇਸ ਦੇਸ਼ 'ਚੋਂ ਅਸੀਂ ਬਾਹਰ ਨਿਕਲ ਜਾਈਏ, ਠੀਕ ਹੈ। ਉਹ ਮਤਲਬ ਇੰਨੇ ਕੋ ਡਰ ਤੇ ਭੈ ਦੇ ਵਿੱਚ ਸੀਗੇ। ਪਰ ਕੁੱਲ ਮਿਲਾ ਕੇ ਇੱਕ ਗੱਲ ਤਾਂ ਬੜੀ ਸਪਸ਼ਟ ਸੀ ਕਿ ਤਾਲਿਬਾਨ ਨੇ ਉਹ ਹੱਥ ਨਹੀਂ ਦਿਖਾਏ ਜਿਹੜੇ ਪਹਿਲਾਂ ਦਿਖਾਉਂਦਾ ਹੁੰਦਾ, ਔਰ ਬੜਾ ਪੀਸਫੁਲ ਆਇਆ ਤੇ ਪੀਸਫੁਲ ਆ ਕੇ ਉਹਨਾਂ ਨੇ ਸੱਤਾ ਜਿਹੜੀ ਉਹ ਸਾਰੀ ਕੈਪਚਰ ਕਰ ਲਈ। ਔਰ ਦੂਸਰੀ ਗੱਲ ਉਹ ਇੱਕੋ ਕਹਿੰਦੇ ਕਿ ਅਸੀਂ ਕੇਵਲ ਤੇ ਕੇਵਲ ਇੱਥੇ ਰਾਜ ਕਰਨ ਦੇ ਲਈ ਆਏ ਆ, ਅਸੀਂ ਲੋਕਾਂ ਨੂੰ ਸਾਫ਼ ਸੁਥਰਾ ਰਾਜ ਦੇਣਾ। ਉਹ ਰਾਜ ਦੀ ਗੱਲ ਕਰ ਰਿਹਾ। ਹੁਣ ਉਹ ਨਾ ਮੁਜਾਹਿਦੀਨ ਨੇ, ਨਾ ਉਹ ਸੰਘਰਸ਼ੀ ਆ ਤੇ ਨਾ ਹੀ ਉਹ ਸੰਘਰਸ਼ ਦੇ ਰਾਹ ਪੈਣਾ ਚਾਹੁੰਦੇ। ਥੋੜਾ ਸੁਰਿੰਦਰ ਵੀਰ ਸਬੂਤ ਵੀ ਮਿਲਦਾ ਹੈ ਕਿਉਂਕਿ ਦੇਖੋ ਇਹਨਾਂ ਨੇ ਪਹਿਲਾਂ ਇਹ ਸਾਰੀ ਘਟਨਾ ਤੋਂ ਜਿਹੜੇ ਸਿੱਖ ਲੋਕ ਸੀਗੇ ਗੁਰਦੁਆਰੇ ਦੇ ਵਿੱਚ ਆ ਕੇ ਬਕਾਇਦਾ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ। ਤਾਲਿਬਾਨ ਲੀਡਰਾਂ ਨੇ, ਜਿਵੇਂ ਮਨਜਿੰਦਰ ਸਿੰਘ ਸਰਸਾ ਨੇ ਵੀ ਦੱਸਿਆ ਕਿ ਅਸੀਂ ਘੱਟ ਗਿਣਤੀਆਂ ਨੂੰ ਕੁਝ ਨਹੀਂ ਕਵਾਂਗੇ। ਅੱਜ ਵੀ ਜਿਹੜਾ ਕੁਝ ਇਨਪੁਟ ਮਿਲੀਆਂ ਨੇ, ਜਿਸ ਤਰ੍ਹਾਂ ਅਫਗਾਨਿਸਤਾਨ ਦੇ ਕਾਬਲ ਦੇ ਵਿੱਚ
ਜਿਹੜੀ ਇੰਡੀਅਨ ਪੱਤਰਕਾਰ ਹੈ ਕਨਕ ਗੁਪਤਾ, ਉਸ ਨੇ ਵੀ ਆਪਣੀ ਇੰਡੀਆ ਮਾਂ ਨੂੰ ਪਰਿਵਾਰ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਕਰਦੀ ਹੈ ਤੇ ਉਹ ਜਲਦੀ ਜਿਹੜੀ ਹੈ ਉਹ ਤੁਹਾਡੇ ਕੋਲ ਇੰਡੀਆ ਪਹੁੰਚੇਗੀ। ਇਸ ਤਰ੍ਹਾਂ ਅੱਜ ਉਦੋਂ ਬੜਾ ਕਮਾਲ ਦੇਖਣ ਨੂੰ ਮਿਲਿਆ ਜਦੋਂ ਕਾਬਲ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਮਹਿਲਾਵਾਂ ਦੇ ਇੱਕ ਛੋਟੇ ਜਿਹੇ ਗਰੁੱਪ ਨੇ 5-7 ਮਹਿਲਾਵਾਂ ਨੇ ਬੁਰਕੇ ਪਾ ਕੇ ਸਲੋਗਨ ਲਿਖ ਕੇ, ਜਿਹਦੇ ਵਿੱਚ ਕਾਫੀ ਯੰਗ ਮੁਟਿਆਰਾਂ ਨੇ ਉਹਨਾਂ ਨੇ ਬੁਰਕੇ ਪਾ ਕੇ ਨੰਗੇ ਮੂੰਹ ਕੁਝ ਸਲੋਗਨ ਪ੍ਰੋਟੈਸਟ ਕੀਤਾ ਕਿ ਸਾਨੂੰ ਵੀ ਜਿਹੜੀ ਕਾਬਲ ਦਾ ਜੋ ਐਡਮਿਨਿਸਟ੍ਰੇਸ਼ਨ ਹੈ ਜਾਂ ਜਿਹੜੀ ਕਾਬਲ ਦੇ ਵਿੱਚ ਅਫਗਾਨਿਸਤਾਨ ਦੀ ਸਰਕਾਰ ਹੈ ਉਸ ਦੇ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਹੈਰਾਨੀ ਤੇ ਖੁਸ਼ੀ ਇਸ ਗੱਲ ਦੀ ਵੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਾਂ ਨਾਰੀਵਾਦੀ ਲੋਕ ਨੇ ਉਹ ਇਹ ਪੱਖ ਨੂੰ ਪੋਜ਼ਿਟਿਵ ਲੈ ਰਹੇ ਨੇ ਕਿ ਤਾਲਿਬਾਨ ਨੇ ਉਹਨਾਂ ਨੂੰ ਕੁਝ ਵਰਜਣ ਦੀ ਬਜਾਏ, ਡਾਂਟਣ ਦੀ ਬਜਾਏ, ਬਲਕਿ ਉਹਨਾਂ ਦੀ ਹਿਫਾਜ਼ਤ ਕੀਤੀ ਤੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਉਹ ਲੋਕ ਖੜੇ ਰਹੇ। ਹਾਲਾਂਕਿ ਇਹ ਔਰਤਾਂ ਦਾ ਜਿਹੜਾ 5-6 ਔਰਤਾਂ ਦਾ ਗਰੁੱਪ ਸੀਗਾ ਇਹ ਕਾਫੀ ਵੈਲ ਐਜੂਕੇਟਡ ਲੱਗਦੀਆਂ ਸੀ ਜੋ ਵੀਡੀਓ ਸਾਹਮਣੇ ਆਈ ਹੈ ਤੇ ਕਾਬਲ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਇਹਨਾਂ ਨੇ ਮੰਗ ਕੀਤੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੋਵੇ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਕੱਲ ਹੀ ਪਰਸੋਂ ਐਲਾਨ ਕਰ ਦਿੱਤਾ ਸੀ ਕਿ ਔਰਤਾਂ ਪ੍ਰਤੀ ਜੋ ਮਨੁੱਖੀ ਸੰਸਾਰ ਦਾ ਨਜ਼ਰੀਆ ਜਾਂ ਸ਼ਰਅ ਦੇ ਮੁਤਾਬਕ ਜੋ ਨਜ਼ਰੀਆ ਉਸ ਨੂੰ ਉਹ ਵਾਚਣਗੇ। ਪਹਿਲਾਂ ਵਾਲਾ ਜੋ ਇਹਨਾਂ ਦੇ ਔਰਤਾਂ ਦੇ ਤਸ਼ੱਦਦ ਮਲਾਲਾ ਵਾਲਾ ਮਾਮਲਾ ਸੀ ਉਹਦੇ 'ਚ ਬਦਨਾਮੀ ਇਹਨਾਂ ਦੀ ਬਹੁਤ ਹੋਈ ਹੈ। ਇਹ ਹੁਣ ਜਿਸ ਤਰ੍ਹਾਂ 5 ਔਰਤਾਂ ਆਈਆਂ ਨੇ ਇਹ ਵੀ ਆਪਣੇ ਡੈਮੇਜ ਨੂੰ ਕੰਟਰੋਲ ਕਰਨ ਵਾਲੀ ਇੱਕ ਕਵਾਇਦ ਹੈ। ਹੋ ਸਕਦਾ ਉਹਨਾਂ ਵੱਲੋਂ ਕੁਝ ਪਲਾਂਟਡ ਹੋਣ ਜਾਂ ਹੋ ਸਕਦਾ ਇਸ ਤਰ੍ਹਾਂ ਦੇ ਅਫਰਾ ਤਫਰੀ ਦੇ ਮਾਹੌਲ ਦੇ ਵਿੱਚ ਇਹਨਾਂ ਔਰਤਾਂ ਨੇ ਐਡਾ ਰਿਸਕ ਚੁੱਕਿਆ ਕਿਉਂਕਿ ਮੀਡੀਆ ਵੀ ਜ਼ਿਆਦਾ ਕਵਰੇਜ ਨਹੀਂ ਕਰ ਸਕਦਾ, ਪਰ ਫਿਰ ਵੀ ਇਹਨਾਂ ਨੇ ਰਿਸਕ ਲੈ ਕੇ ਆਪਣਾ ਪੱਖ ਪੇਸ਼ ਕੀਤਾ ਤੇ ਤਾਲਿਬਾਨ ਨੇ ਇਹਨਾਂ ਦੀ ਜਿਵੇਂ ਹਿਫਾਜ਼ਤ ਕੀਤੀ ਹੈ ਤੇ ਇਹਨਾਂ ਦੀ ਸ਼ਮੂਲੀਅਤ ਦਾ ਭਰੋਸਾ ਵੀ ਜਿਹੜਾ ਹੈਗਾ ਦਿੱਤਾ, ਜਾਣੀ ਆਪਣੇ ਡੈਮੇਜ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਉਹ ਲੱਗੇ ਨੇ। ਜੀ ਸੁਰਿੰਦਰ ਵੀਰ ਜੀ ਬਿਲਕੁਲ, ਦੇਖੋ ਮੈਂ ਸਵੇਰੇ ਵੀ ਇੱਕ ਗੱਲ ਕਹੀ ਸੀ ਕਿ ਮਲਾਲਾ ਦੇ ਕੇਸ ਦੇ ਵਿੱਚ ਇੱਕ ਤਾਂ ਗੱਲ ਬੜੀ ਸਪਸ਼ਟ ਸੀ ਕਿ ਇੰਟਰਨੈਸ਼ਨਲ ਲੈਵਲ ਤੇ ਤਾਲਿਬਾਨ ਦੀ ਭੰਡੀ ਬਹੁਤ ਜ਼ਿਆਦਾ ਹੋਈ ਸੀ, ਠੀਕ ਹੈ, ਉਹਦੀ ਕਿਸਮਤ ਸੀ ਕਿ ਉਹ ਬਚ ਗਈ ਔਰ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਪ੍ਰਸਿੱਧੀ ਮਿਲੀ। ਇਹਨਾਂ ਦੀ ਭੰਡੀ ਜਿਹੜੀ ਸੀ ਉਹ ਰੱਜ ਕੇ ਹੋਈ। ਪਤਾ ਲੱਗ ਗਿਆ ਕਿ ਇਹ ਮਨੁੱਖੀ ਅਧਿਕਾਰਾਂ ਦਾ ਕਿਸ ਤਰੀਕੇ ਨਾਲ ਘਾਣ ਕਰਦੇ ਨੇ ਔਰ ਘਾਣ ਹੋਇਆ ਵੀ ਆ, ਉਹ ਤੋਂ ਇਨਕਾਰ ਨਹੀਂ ਕਰ ਸਕਦੇ। ਹੋ ਸਕਦਾ ਕਿ ਜੋ ਕੁਝ ਇਹਨਾਂ ਨਾਲ ਜਿਸ ਵੇਲੇ ਆ ਕੇ ਅਮਰੀਕਾ ਨੇ ਕੈਪਚਰ ਕੀਤਾ ਸਾਰੇ ਦਾ ਜਦੋਂ ਇਹਨਾਂ ਤੇ ਅਟੈਕ ਕੀਤਾ ਉਹਨਾਂ ਨੇ ਅਫਗਾਨਿਸਤਾਨ ਨੂੰ ਸਾਰੇ ਨੂੰ ਜੇ ਕਹਿ ਦੋ ਕੋ ਫਤਿਹ ਕਰ ਲਿਆ। ਕਾਰਨ ਦਾ ਕੀ ਉਹਨਾਂ ਦਾ ਮੈਂ ਸਵੇਰੇ ਵੀ ਕਿਹਾ ਸੀ ਕਿ ਉਹਨਾਂ ਦਾ 90 ਦਿਨ ਦਾ ਟਾਰਗੇਟ ਸੀ, ਉਹ 90 ਦਿਨ ਦਾ ਲੈ ਕੇ ਆਏ ਸੀ ਕਿ ਸਾਨੂੰ 3 ਮਹੀਨੇ ਦਾ ਸਮਾਂ ਲੱਗੂਗਾ, ਲੇਕਿਨ ਦਿਨ ਤਾਂ 15 ਨਹੀਂ ਸੀ ਲੱਗੇ। 15 ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਸੀ ਉਹ ਸਾਰੇ ਦਾ ਸਾਰਾ ਅਫਗਾਨਿਸਤਾਨ ਜਿਹੜਾ ਸੀਗਾ ਉਹ ਕਬਜ਼ੇ 'ਚ ਕਰ ਲਿਆ ਸੀਗਾ। ਇਸ ਕਰਕੇ ਹੁਣ ਵੀ ਜਿਹੜਾ ਇਹਨਾਂ ਨੇ ਆ ਕੇ ਜਿਸ ਤਰ੍ਹਾਂ ਕਬਜ਼ੇ 'ਚ ਕੀਤਾ ਉਹਦੇ 'ਚ ਵੀ ਕੋਈ ਵਿਰੋਧ ਨਹੀਂ ਹੋਇਆ, ਪਰ ਮੈਨੂੰ ਲੱਗਦਾ ਜੋ ਕੁਝ ਉਸਾਮਾ ਬਿਨ ਲਦੇਨ ਨਾਲ ਵੀ ਹੋਇਆ ਉਹਦੇ ਤੋਂ ਵੀ ਇਹਨਾਂ ਨੇ ਬਹੁਤ ਕੁਝ ਸਿੱਖਿਆ ਹੋਏਗਾ ਔਰ ਇਹਨਾਂ ਨੂੰ ਪਤਾ ਹੋਏਗਾ ਕਿ ਜੇ ਸੱਤਾ 'ਚ ਰਹਿਣਾ ਤਾਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ 'ਚ ਡਿਕਟੇਟਰਸ਼ਿਪ ਵੀ ਚੱਲਦੀ ਰਹੀ ਆ ਉਹ ਤੇ ਡੈਮੋਕ੍ਰੇਸੀ ਵੀ ਚੱਲੀ ਆ, ਪਰ ਡੈਮੋਕ੍ਰੇਸੀ ਆਪਾਂ ਨੂੰ ਪਤਾ ਕਿੰਨੀ ਕੁ ਚੱਲੀ, ਪਰ ਗੱਲ ਤੇ ਚੋਣਾਂ ਤਾਂ ਹੁੰਦੀਆਂ ਨੇ। ਪਰ ਜਦੋਂ ਆਪਣੀ ਡਿਕਟੇਟਰਸ਼ਿਪ ਚੱਲੀ ਆ ਉਸ ਵੇਲੇ ਵੀ ਚਾਹੇ ਜੌਲ ਹੱਕ ਸੀ ਚਾਹੇ ਜਨਰਲ ਮੁਸ਼ਰਫ ਸੀ ਉਹ ਤੇ ਕੀ ਕੁਝ ਹੋਇਆ, ਉਹਨਾਂ ਨੇ ਸਾਰੀਆਂ ਜਿਹੜੇ ਗੁਆਂਢੀ ਦੇਸ਼ ਸੀ ਸਾਰਿਆਂ ਨਾਲ ਸੰਬੰਧ ਉਹਨਾਂ ਨੇ ਰੱਖੇ ਆ, ਸਖਾਵੇਂ ਬਣਾਏ ਆ। ਇਸ ਕਰਕੇ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲਣਗੇ ਤਾਂ ਸੰਬੰਧ ਜਿਹੜੇ ਗੁਆਂਢੀ ਦੇਸ਼ ਆ ਉਹਨਾਂ ਨਾਲ ਸਖਾਵੇਂ ਬਣਨਗੇ। ਜੇ ਪਹਿਲਾਂ ਵਾਲੀ ਹਾਲਾਤ 'ਚ ਆਉਣਗੇ ਫਿਰ ਸਖਾਵੇਂ ਨਹੀਂ ਬਣਨਗੇ। ਦੇਖੋ ਤਲਖੀਆਂ ਤਾਂ ਹੋਇਆ ਕਰਦੀਆਂ ਹੁੰਦੀਆਂ ਕਿਉਂਕਿ ਜਦੋਂ ਇੰਟਰਨੈਸ਼ਨਲ ਲੈਵਲ ਤੇ ਗਰੁੱਪਬੰਦੀ ਹੋ ਜਾਂਦੀ ਆ ਤਾਂ ਕਿਹੜਾ ਦੇਸ਼ ਕਿਹੜੇ ਗਰੁੱਪ 'ਚ ਆ ਕਿਹੜਾ ਕਿਹੜੇ 'ਚ ਆ, ਜਦੋਂ ਉਹ ਗੱਲਾਂ ਚੱਲ ਪੈਂਦੀਆਂ ਕਿਹੜੇ ਗਰੁੱਪ ਨੇ ਕਿੱਥੋਂ ਹਥਿਆਰ ਖਰੀਦਣੇ ਆ ਤੇ ਕਿਹੜੇ ਨੇ ਕਿਹਨੂੰ ਹਥਿਆਰ ਦੇਣੇ ਆ ਤੇ ਉਹ ਸੌਦਾ ਆਪੋ ਆਪਣਾ ਵੇਚਣਾ, ਕਿਹਦੀ ਦੁਕਾਨ ਜ਼ਿਆਦਾ ਮਸ਼ਹੂਰ ਆ ਤੇ ਕਿਹਦਾ ਗਾਹਕ ਜਿਹੜਾ ਉਹ ਜ਼ਿਆਦਾ ਮਸ਼ਹੂਰ ਆ, ਉਹ ਸਾਰਾ ਕੁਝ ਦੇਖਿਆ ਜਾਂਦਾ। ਜਿਸ ਤਰ੍ਹਾਂ ਭਾਰਤ ਪਾਕ ਵੰਡ ਹੋਈ ਸੀ, ਬ੍ਰਿਟਿਸ਼ ਜਾਂ ਉਸ ਵਕਤ ਦੀ ਸੰਯੁਕਤ ਸੈਨਾ ਨੇ ਕੋਈ ਬਹੁਤਾ ਨਿੱਘਰ ਰੋਲ ਨਹੀਂ ਨਿਭਾਇਆ। ਚੰਗਾ ਹੁੰਦਾ ਉਦੋਂ ਜਿਹੜੀ ਬ੍ਰਿਟਿਸ਼ ਪੁਲਿਸ ਦੇ ਅੰਡਰ ਸਾਰਾ ਸਿਸਟਮ ਸੀ ਉਹ ਕੰਟਰੋਲ ਕਰਦਾ। ਇਹ ਸਾਡੇ ਜਿਹੜਾ 10 ਲੱਖ ਲੋਕਾਂ ਤੋਂ ਵੱਧ ਕਤਲ ਹੋਇਆ, ਦੁਨੀਆ ਦੀ ਸਭ ਤੋਂ ਵੱਡੀ ਵੰਡ ਅਸੀਂ ਝੱਲੀ ਹੈ, ਉਹ ਵੀ ਸ਼ਾਇਦ ਅੰਗਰੇਜ਼ ਦੀ ਸੋਚ ਸੀਗੀ, ਬਦਨੀਤੀ ਸੀ, ਕੁਝ ਸਾਡੀ ਕੱਟੜੀ ਰਿਖਾ ਸੀ। ਪਰ ਅਫਗਾਨਿਸਤਾਨ ਦੇ ਵਿੱਚ ਏਅਰਪੋਰਟ ਤੇ ਜੋ ਕੁਝ ਹੋਇਆ, ਕਿਉਂਕਿ ਜਿਹੜੇ ਲੋਕ 20 ਸਾਲ ਅਮਰੀਕਾ ਦੇ ਲਈ ਲੜਦੇ ਮਰਦੇ ਰਹੇ, ਉਹਨਾਂ ਦੇ ਭਾਵੇਂ ਉਹ ਟਰਾਂਸਲੇਟਰ ਸਨ, ਭਾਵੇਂ ਉਹਨਾਂ ਦੇ ਟਰਾਂਸਪੋਰਟਰ ਸਨ, ਉਹਨਾਂ ਦੇ ਨੌਕਰ ਚਾਕਰ ਸਨ,
ਕਲਰਕ ਸਨ, ਇਹ ਉਹ ਸਾਰੇ ਲੋਕ ਸੀ ਜਿਨ੍ਹਾਂ ਨੇ 20 ਸਾਲ ਤਾਲਿਬਾਨ ਦੀ ਮਦਦ ਕੀਤੀ ਸੀ। ਉਹ ਲੋਕ ਪੂਰੇ ਅਫਗਾਨਿਸਤਾਨ ਤੋਂ ਭੱਜ ਕੇ ਕਾਬਲ ਇਕੱਠੇ ਹੋਏ ਸੀ। ਉਹਨਾਂ ਨੂੰ ਲੱਗਦਾ ਸੀ ਕਿ 2-4 ਮਹੀਨੇ ਸ਼ਾਇਦ ਲੱਗਣ, ਉਦੋਂ ਨੂੰ ਉਹ ਪੋਲੀਟੀਕਲ ਅਸਾਈਲਮ ਸ਼ਰਨ ਲੈ ਜਾਣਗੇ। ਜਿਵੇਂ ਹੁਣ 2 ਸਵਾਲ ਨੇ ਮੇਰੇ, ਇੱਕ ਤਾਂ ਕੈਨੇਡਾ ਨੇ ਵੀ 20,000 ਦੇ ਕਰੀਬ ਲੋਕਾਂ ਨੂੰ ਪੋਲੀਟੀਕਲ ਸ਼ਰਨ ਦੇਣ ਦਾ ਐਲਾਨ ਕੀਤਾ ਤੇ ਬਹੁਤ ਸਾਰੇ ਲੋਕ ਉਸ ਜੁਗਾੜ 'ਚ ਵੀ ਨੇ, ਕਿਉਂਕਿ ਜਿਹੜੇ ਗੁਰਬਤ ਮਾਰੇ ਲੋਕ ਨੇ ਉਹ ਤਾਂ ਅਜੇ ਪਿੱਛੇ ਨੇ ਤੇ ਜਿਹੜੇ ਪਹੁੰਚ ਵਾਲੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਨਿਕਲ ਕੇ ਪੋਲੀਟੀਕਲ ਸ਼ਰਨਾਂ ਦੀ ਜੁਗਾੜ ਦੇ ਵਿੱਚ ਵੀ ਨੇ, ਭਾਵੇਂ ਉਹ ਜੈਨੂਅਨ ਪੀੜਤ ਨੇ, ਅਸਲ ਪੀੜਤ ਨੇ ਜਾਂ ਨਹੀਂ, ਉਹ ਲੋਕ ਵੀ ਅਫਰਾ ਤਫਰੀ 'ਚ ਨੇ। ਦੂਸਰੇ ਜਿਹਨਾਂ ਨੇ ਤਾਲਿਬਾਨ ਦੇ ਖਿਲਾਫ ਅਮਰੀਕਨ ਸੈਨਾਵਾਂ ਦੀ ਮਦਦ ਕੀਤੀ ਉਹ ਵੀ ਟਾਰਗੇਟ ਨੇ। ਇੱਕ ਤਾਂ ਇਹਦੇ 'ਚ ਜਾਨ ਦਾ ਖਤਰਾ, ਲੋਕ ਸੱਚੀ ਭੱਜ ਰਹੇ ਨੇ, ਉਹ ਨੇ। ਦੂਸਰਾ ਪੋਲੀਟੀਕਲ ਅਸਾਈਲਮ ਦੀ ਜੁਗਾੜਬਾਜ਼ੀਆਂ ਵਾਲੇ ਵੀ ਬਹੁਤ ਲੋਕ ਨੇ ਕਿ ਬੈਠੇ ਬਿਠਾਏ ਪੋਲੀਟੀਕਲ ਅਸਾਈਲਮ ਮਿਲ ਜਾਣੀਆਂ, ਜੇ ਇੱਥੋਂ ਨਿਕਲਾਂਗੇ ਤਾਂ ਬਿਹਤਰ ਰਹਾਂਗੇ, ਉਹ ਵੀ ਕਾਰਨ ਹੈ। ਪਰ ਜਿਹੜਾ ਰਿਸਕ ਲਿਆ ਗਿਆ ਉਹ ਵੀ ਬਹੁਤ ਜ਼ਿਆਦਾ ਸੀ। 7 ਲੋਕਾਂ ਦੀ ਡਿੱਗ ਕੇ ਮੌਤ ਹੋਈ ਹੈ, 3 ਦੀ ਜਹਾਜ਼ ਤੋਂ ਡਿੱਗਣ ਕਾਰਨ ਮੌਤ ਹੋਈ ਹੈ, 2 ਲੋਕਾਂ ਦਾ ਕਤਲ ਵੀ ਹੋਇਆ ਗੋਲੀਆਂ ਜੋ ਚੱਲੀਆਂ ਨੇ। ਇਸ ਦੌਰਾਨ ਕਿਤੇ ਨਾ ਕਿਤੇ ਅਮਰੀਕਾ ਨੇ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਈ। ਪਰ ਹੁਣ ਜਿਸ ਤਰ੍ਹਾਂ ਅਮਰੀਕਨ 에ਅਰਪੋਰਟ ਕਾਬਲ 에ਅਰਪੋਰਟ ਪੂਰੀ ਤਰ੍ਹਾਂ ਜਿਹੜਾ ਹੈਗਾ ਅਮਰੀਕਨ ਫੌਜਾਂ ਦੇ ਕਬਜ਼ੇ ਦੇ ਵਿੱਚ ਹੈ ਤੇ ਉੱਥੇ 1,000 ਦੇ ਕਰੀਬ ਅਮਰੀਕਨ ਕਮਾਂਡੋ ਤਾਇਨਾਤ ਕੀਤੇ ਨੇ ਤੇ ਮੰਨਿਆ ਜਾ ਰਿਹਾ ਕਿ 6,000 ਦੇ ਕਰੀਬ ਕਮਾਂਡੋ ਅਮਰੀਕਾ ਕਾਬਲ 에ਅਰਪੋਰਟ ਤੇ ਤਾਇਨਾਤ ਕਰੇਗਾ। ਤੇ ਇਸ ਦੌਰਾਨ 1,000 ਅਮਰੀਕਨ ਸੈਨਿਕਾਂ ਦੇ ਪਹੁੰਚਣ ਤੋਂ ਬਾਅਦ ਕੱਲ ਦੇਰ ਰਾਤ 에ਅਰਪੋਰਟ ਖੋਲ ਦਿੱਤਾ ਗਿਆ। ਹੁਣ ਕਾਬਲ 에ਅਰਪੋਰਟ ਅਮਰੀਕਾ ਦੇ ਕਬਜ਼ੇ 'ਚ ਹੈ, ਜਿੱਥੇ ਅਮਰੀਕਨ ਸੈਨਿਕ ਹੀ ਉਡਾਨਾਂ ਦੀ ਮੈਨੇਜਮੈਂਟ ਦੇਖ ਰੇਖ ਕਰ ਰਹੇ ਨੇ ਤੇ ਇੱਥੇ 6,000 ਸੈਨਿਕ ਤਾਇਨਾਤ ਕਰੇਗਾ ਅਮਰੀਕਾ ਕਾਬਲ 에ਅਰਪੋਰਟ ਤੇ, ਕਿਉਂਕਿ ਹਜ਼ਾਰਾਂ ਲੋਕ ਦੇਸ਼ ਨੂੰ ਛੱਡਣ ਦੇ ਵਾਸਤੇ 에ਅਰਪੋਰਟ ਤੇ ਆ ਰਹੇ ਨੇ। ਅਮਰੀਕਾ ਨੇ ਚੇਤਾਵਨੀ ਵੀ ਤਾਲਿਬਾਨ ਨੂੰ ਦਿੱਤੀ ਹੈ ਕਿ ਜੋ ਕੋਈ ਇੱਥੇ ਇਸ ਤਰ੍ਹਾਂ ਦੀ ਹਰਕਤ ਕਰੇਗਾ ਤੇ ਅਸੀਂ ਠੋਕ ਦੇਵਾਂਗੇ। ਅਫਗਾਨਿਸਤਾਨ ਨੇ ਅਮਰੀਕਨ ਸੈਨਾ ਦੀ ਵਾਪਸੀ ਤੋਂ ਬਾਅਦ ਪਹਿਲੀ ਵਾਰੀ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੇ ਇਹ ਆਪਣਾ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਅਚਾਨਕ ਹਾਲਾਤ ਬਦਲੇ ਨੇ ਤੇ ਇਸ ਦਾ ਅਸਰ ਦੂਜੇ ਦੇਸ਼ਾਂ ਤੇ ਵੀ ਪਿਆ, ਲੇਕਿਨ ਅੱਤਵਾਦ ਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਜੋ ਬਾਈਡਨ ਨੇ ਇਹ ਗੱਲ ਸਪਸ਼ਟ ਕੀਤੀ ਹੈ ਤੇ ਨਾਲ ਤਾਲਿਬਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਅਗਰ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਤੇਜ਼ੀ ਨਾਲ ਜਵਾਬ ਦਿੱਤਾ ਜਾਵੇਗਾ, ਕਿਉਂਕਿ ਤੁਸੀਂ ਵੇਖਿਆ ਅਮਰੀਕਨ ਸੈਨਿਕਾਂ ਦੀਆਂ ਜਦੋਂ ਕੁਝ ਗੱਡੀਆਂ ਲੰਘਦੀਆਂ ਸੀ ਉਹਦੇ ਤੇ ਰੋੜੇ ਹੀ ਮਾਰੀ ਜਾਂਦੇ ਆ ਸਿਰਫ ਇਹ ਲੋਕ। ਸੋ ਇਸ ਸੰਬੰਧੀ ਕੀ ਅਮਰੀਕਾ ਨੇ ਮੇਰੇ ਖਿਲਾਫ ਬਣਦੀ ਜ਼ਿੰਮੇਵਾਰੀ 에ਅਰਪੋਰਟ ਵਾਲੀ ਨਹੀਂ ਨਿਭਾਈ। ਉੱਥੇ ਜੇ ਉਹ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਹਾਲਾਤ ਨੇ ਤੇ ਖਾਸ ਕਰਕੇ 에ਅਰਪੋਰਟ ਤੇ ਚੌਕਸੀ ਬਹੁਤ ਜ਼ਿਆਦਾ ਜ਼ਰੂਰਤ ਸੀ, ਉੱਥੇ ਵੱਧ ਇੰਤਜ਼ਾਮੀ ਅਮਰੀਕਾ ਤੋਂ ਹੋਈ ਹੈ। ਅਮਰੀਕਾ ਵੀ ਇਸ ਮਾਮਲੇ 'ਚ ਸੁਸਤੀ ਦੇ ਲਈ ਜ਼ਿੰਮੇਵਾਰ ਹੈ, ਜਿਹੜੀਆਂ ਇਹ 10 ਦੇ ਕਰੀਬ ਮੌਤਾਂ ਹੋਈਆਂ ਨੇ ਜਾਂ ਵੱਧ ਇੰਤਜ਼ਾਮੀ ਹੋਈ ਹੈ। ਜੀ ਸੁਰਿੰਦਰ ਵੀਰ। ਤਿੰਨ ਕੋ ਸਵਾਲ ਨੇ, ਸਾਰਿਆਂ ਦਾ ਅਲੱਗ-ਅਲੱਗ ਜਵਾਬ ਦੇ ਦੇਣਾ। ਪਹਿਲੀ ਗੱਲ ਤੇ ਇਹ ਹੈ ਕਿ ਦੇਖੋ ਅਫਰਾ ਤਫਰੀ ਦਾ ਮਾਹੌਲ ਕੀ ਆ ਕਿ ਅਮਰੀਕਾ ਦੀ ਇੱਕ 에ਅਰਲਾਈਨਸ ਆ, ਉਹ ਜਹਾਜ਼ ਅਮਰੀਕਾ ਨੂੰ ਜਾਂਦਾ, 137 ਲੋਕਾਂ ਦੇ ਬੈਠਣ ਦੀ ਜਗ੍ਹਾ ਤੇ ਉਹਦੇ 'ਚ 800 ਲੋਕ ਜਿਹੜੇ ਆ ਪੋਲਟਰੀ ਫਾਰਮ ਦੀ ਤਰ੍ਹਾਂ ਭਰ ਕੇ ਉਹ ਅਮਰੀਕਾ ਪਹੁੰਚਦਾ। ਠੀਕ ਹੈ, ਉਹਦੇ 'ਚ ਅਮਰੀਕਨ ਸਿਟੀਜ਼ਨ ਜਿਹੜੇ ਆ ਉਹ 50 ਨਹੀਂ ਹੈ, ਬਾਕੀ ਸਾਰੇ ਅਫਗਾਨੀ ਲੋਕ ਆ। ਉਹ ਜਿਹੜੇ ਚਲੇ ਗਏ ਉਹ ਅਸਾਈਲਮ ਤਾਂ ਭਾਲਣਗੇ ਉੱਥੇ, ਹੋਰ ਕਾਹਦੇ ਲਈ ਗਏ, ਉਹ ਅਸਾਈਲਮ ਦੇ ਜੁਗਾੜ 'ਚ ਆ। ਅਸਾਈਲਮ ਤੇ ਬਾਅਦ 'ਚ ਆਵਾਂਗੇ ਸਾਰੇ ਸਭ ਕਾਇਦੇ। ਹੁਣ ਆ ਗਈ ਗੱਲ, ਕੁੱਲ ਅਮਰੀਕਾ ਦਾ 2500 ਸੈਨਿਕ ਇਸ ਵੇਲੇ ਅਫਗਾਨਿਸਤਾਨ 'ਚ ਮੌਜੂਦ ਆ ਤੇ 3500 ਦੀ ਹੋਰ ਉਹ ਭੇਜ ਰਿਹਾ। ਉਹ ਕਹਿੰਦੇ ਅਸੀਂ 6000 ਜਿਹੜਾ ਇੱਥੇ ਪੂਰਾ ਕਰ ਦਿੰਨੇ ਆ। 에ਅਰਪੋਰਟ ਜਿਹੜਾ ਉਹ ਸਾਡੇ ਅਧੀਨ ਰਹੇਗਾ। ਜਿਹੜੇ ਵੀ ਦੇਸ਼ਾਂ ਦੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਇੱਥੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਇੱਥੋਂ ਸੁਰੱਖਿਅਤ ਬਾਹਰ ਕੱਢੇ ਜਾਣਗੇ। ਤੇ ਸ਼ਾਇਦ ਮੈਨੂੰ ਲੱਗਦਾ ਇਸ ਹਾਲਾਤ ਦੇ ਵਿੱਚ ਅਫਗਾਨਿਸਤਾਨ ਜਿਹੜੇ ਤਾਲਿਬਾਨ ਆ ਉਹ ਵੀ ਉਹਨਾਂ ਦਾ ਮੱਥਾ ਨਹੀਂ ਲਾਉਣਗੇ, ਕਿਉਂਕਿ ਉਹ ਹੁਣ ਆਪਣੀ ਛਵੀ ਜਿਹੜੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਸੁਧਾਰਨਾ ਚਾਹੁੰਦੇ ਆ। ਉਹ ਨਹੀਂ ਚਾਹੁੰਦੇ ਕਿ ਕੋਈ ਅਜਿਹੀ ਘਟਨਾ ਵਾਪਰੇ ਜਿਹਦੇ ਨਾਲ ਸਾਡੀ ਬਦਨਾਮੀ ਹੋਵੇ। ਅਗਲੀ ਗੱਲ ਜਿਹੜੀ ਅਮਰੀਕੀ ਰਾਸ਼ਟਰਪਤੀ ਨੇ ਕਹੀ ਹੈ, ਸ਼ਾਇਦ ਉਹਨਾਂ ਵੀ ਨਹੀਂ ਸੀ ਸੋਚਿਆ। ਜੇ ਉਹਨਾਂ ਨੇ ਇਹ ਸੋਚਿਆ ਹੁੰਦਾ ਕਿ ਇੰਨਾ ਕੁਝ ਏਡੀ ਜਲਦੀ ਵਾਪਰ ਜਾਣਾ ਤੇ ਸ਼ਾਇਦ ਉਹ ਜਿਹੜਾ 3500 ਹੋਰ ਸੈਨਿਕ ਭੇਜਣ ਲੱਗਾ ਉਹ ਪਹਿਲਾਂ ਭੇਜ ਦਿੰਦਾ। ਉਹਨਾਂ ਦਾ ਕਹਿਣਾ ਸੀ ਕਿ ਦੇਖੋ ਅਸੀਂ ਲੜਾਈ ਲੜ ਕੇ ਅਸੀਂ ਇਹਨਾਂ ਨੂੰ ਸੱਤਾ ਸੌਂਪੀ, ਪਰ ਹੁਣ ਕਹਿੰਦੇ ਕਿ ਜਿਨ੍ਹਾਂ ਨੇ ਲੜਾਈ ਲੜਨੀ ਸੀ, ਜੇ ਅਫਗਾਨੀ ਲੋਕ ਹੀ ਆਪਦੀ ਜਾਨ ਮਾਲ ਦੀ ਰਾਖੀ ਲਈ ਲੜਾਈ ਨਹੀਂ ਲੜ ਸਕੇ ਤੇ ਫਿਰ ਅਮਰੀਕਾ ਕਿਉਂ ਲੜੇ, ਅਸੀਂ ਆਪਣੇ ਸੈਨਿਕ ਕਿਉਂ ਮਰਵਾਈਏ। ਇਹ ਜਵਾਬ ਵੀ ਉਹਨਾਂ ਨੇ ਜਿਹੜਾ ਉਹ ਦਿੱਤਾ। ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਉਹ 'ਚ ਬੜਾ ਸਪਸ਼ਟ ਆ।
ਹੁਣ ਕਿਤੇ ਨਾ ਕਿਤੇ ਬਣਦਾ ਵੀ ਆ। ਜੇ ਅਫਗਾਨਿਸਤਾਨ ਦੇ ਲੋਕ ਜਿਹੜੇ ਸੀ ਇੰਨੀ ਦੇਰ ਤੱਕ ਇੱਕੋ ਗੱਲ ਤੋਂ ਸਤਾਏ ਬੈਠੇ ਸੀ ਕਿ ਦੇਖੋ ਜੀ ਸਾਨੂੰ ਤਾਲਿਬਾਨ ਦੇ ਕਹਿਰ ਨੇ ਮਾਰਤਾ, ਤਾਲਿਬਾਨਾਂ ਦੇ ਕਹਿਰ ਨੇ ਮਾਰ ਦਿੱਤਾ, ਇੱਕੋ ਹੀ ਆਵਾਜ਼ ਆਉਂਦੀ ਸੀ। ਜੇ ਉਸ ਕਹਿਰ ਤੋਂ ਨਿਜਾਤ ਮਿਲੀ ਤੇ ਫਿਰ ਇਹ ਤਾਂ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਪਹਿਲਾਂ ਤੇ ਅਸੀਂ ਵੀ ਚੱਲ ਇੱਕ ਸਟੇਟ ਦੱਬ ਲਈ, ਦੂਜੀ ਦੱਬ ਲਈ, ਉੱਥੋਂ ਤੱਕ ਰੁਕ ਜੂ। ਉਹ ਧੜਾ ਧੜ ਤੁਰਦੇ ਤੁਰਦੇ ਤੁਰੇ ਹੀ ਆਏ, ਪਤਾ ਹੀ ਨਹੀਂ ਲੱਗਿਆ। ਤੇ ਜਿਹੜਾ ਇਹਨਾਂ ਦਾ ਰਾਸ਼ਟਰਪਤੀ ਸੀ ਉਹਦੇ ਨਾਲ ਹਾਲਾਤ ਕੀ ਵਾਪਰੀ ਉਹ ਮੈਂ ਅੱਗੇ ਵੀ ਤੁਹਾਨੂੰ ਸੁਣਾਉਣਾ ਹੁੰਦਾ ਇੱਕ ਵਾਰੀ ਕਿ ਉਹ ਅਮਰੀਕਾ ਨੂੰ ਤਾਂ ਵਿਚਾਰਿਆਂ ਨੂੰ ਸਮਝ ਹੀ ਨਹੀਂ, ਮੈਨੂੰ ਲੱਗਦਾ ਲੱਗੀ ਅਮਰੀਕਾ ਨੇ ਤਾਂ ਸਿਰਫ ਜਿਹੜਾ ਆਪਣਾ ਤੇ ਉਹਨਾਂ ਦਾ ਆਪਣਾ ਬਦਲਾ ਲਿਆ ਸੀਗਾ। ਤੁਸੀਂ ਸਾਡੇ ਨਾਲ ਕੀ ਕੁਛ ਕੀਤਾ ਸੀਗਾ, ਜਿਹੜਾ ਵਰਲਡ ਟ੍ਰੇਡ ਸੈਂਟਰ ਸੀਗਾ ਉੱਥੇ ਤੁਸੀਂ ਕੀ ਕੀਤਾ ਸੀਗਾ ਸਾਡੇ ਨਾਲ, ਠੀਕ ਹੈ ਨਾ। ਉਹ ਤਾਂ ਸਿਰਫ ਉਹ ਜਿਹੜਾ ਸੀਗਾ ਉਹ ਬਦਲਾ ਲੈਣਾ ਚਾਹੁੰਦਾ ਸੀਗਾ, ਉਹ ਉਹਨਾਂ ਨੇ ਬਦਲਾ ਲੈ ਲਿਆ। ਉਹਨਾਂ ਨੇ ਇਹਨਾਂ ਨੂੰ ਸਭ ਕੁਝ ਸਿਖਾਉਣਾ ਸੀ, ਸਿਖਾਇਆ। ਪਰ ਗੱਲ ਤੇ ਇਹ ਹੈ ਕਿ ਕੋਈ ਵੀ ਬਾਹਰਲਾ ਦੇਸ਼ ਜਿਹੜਾ ਉਹ ਕਿੰਨੀ ਕੁ ਦੇਰ ਜਿਹੜਾ ਉੱਥੇ ਆਪਣੀਆਂ ਫੌਜਾਂ ਮਰਵਾਏਗਾ, ਠੀਕ ਹੈ। ਹੁਣ ਹਾਲਾਤ ਇਹ ਬਣੀ ਕਿ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਨੇ ਸੋਚਿਆ ਕਿ ਜਿਹੜਾ ਵੀ ਮੈਂ ਪਹਿਲਾਂ ਤੈਨੂੰ ਸੁਣਾਉਣਾ ਉਹਨਾਂ ਕਿ ਦੇਸ਼ ਦਾ ਰਾਜਾ ਸੀਗਾ ਮਰਨ ਲੱਗਾ ਸੀ, ਆਖਰੀ ਸਮਾਂ ਆ ਗਿਆ। ਉਹਨਾਂ ਨੇ ਪੁੱਛਿਆ ਕਹਿੰਦੇ ਜੀ ਕਿਹਨੂੰ ਬਿਠਾਈਏ, ਕਹਿੰਦਾ ਜੀ ਜਿਹੜਾ ਤੜਕੇ ਨੰਗੇ ਪੈਰੀ ਫਿਰਦਾ ਹੋਏਗਾ, ਤੁਰਿਆ ਜਾਂਦਾ ਹੋਊਗਾ, ਉਹਨੂੰ ਲਿਆ ਕੇ ਬਿਠਾ ਦਿਓ। ਸਾਧ ਸੀ, ਸਾਧ ਦੇ ਕੋਲ ਚਮਟਾ ਸੀ ਇੱਕ, ਉਹਦੇ ਕੋਲ ਗੜਵੀ ਸੀਗੀ, ਉਹ ਫੜੀ ਕਮੰਡਲ ਜਿਹਾ ਉਹਦਾ ਫੜਿਆ ਤੇ ਲਿਆ ਕੇ ਧੱਕੇ ਨਾਲ ਬਿਠਾ ਦਿੱਤਾ। ਹੁਣ ਉਹ ਹਾਲਾਤ ਇੱਥੋਂ ਦੇ ਰਾਸ਼ਟਰਪਤੀ ਨਾਲ ਬਣੀਆਂ, ਫੌਜਾਂ ਚੜ੍ਹਦੀਆਂ ਤੁਰੀਆਂ ਆਈਆਂ, ਚੜ੍ਹਦੀਆਂ ਤੁਰੀਆਂ ਆਈਆਂ ਤੇ ਚੁੱਪ ਕਰਕੇ ਟਿੰਡ ਫੌੜੀ ਚੱਕੀ ਚੱਲ ਗਿਆ। ਹੁਣ ਤਾਂ ਰੌਲਾ ਉਹਦੇ ਲਈ ਇਹ ਵੀ ਪੈ ਰਿਹਾ ਕਿ ਅਜੇ ਤੱਕ ਉਹਦਾ ਪਤਾ ਹੀ ਨਹੀਂ ਕਿ ਕਿਹੜੇ ਕੰਟਰੀ ਗਿਆ, ਉਹਦੀ ਉੱਗ ਸੁੱਗ ਨਹੀਂ ਨਿਕਲ ਰਹੀ। ਜਿਸ ਤਰ੍ਹਾਂ ਉਸਾਮਾ ਬਿਨ ਲਦੇਨ ਦੀ ਨਹੀਂ ਸੀ ਨਿਕਲੀ ਕੋ ਕਿੱਥੇ ਗਿਆ, ਕਿੱਥੇ ਬੈਠਾ, ਸਾਰੇ ਕਹੀ ਜਾਂਦੇ ਸੀ ਕਿ ਜੀ ਉਹ ਅਫਗਾਨਿਸਤਾਨ 'ਚ ਲੁਕਿਆ ਬੈਠਾ, ਅਫਗਾਨਿਸਤਾਨ 'ਚ ਲੁਕਿਆ ਬੈਠਾ, ਕਿਸੇ ਨੂੰ ਪਤਾ ਹੀ ਨਹੀਂ ਸੀ ਕੋ ਗਿਆ ਤੇ ਕਿੱਥੇ ਗਿਆ। ਉਹਦੇ ਲਈ ਤੇ ਇਹ ਵੀ ਆ ਕਿ 3-4 ਗੱਡੀਆਂ ਸੀ ਉਹਦੇ ਕੋਲ ਪੈਸਿਆਂ ਦੀਆਂ ਭਰੀਆਂ ਹੋਈਆਂ ਤੇ ਉਹਨਾਂ 'ਚ ਸ਼ਾਇਦ ਇੱਕ ਗੱਡੀ ਜਿਹੜੀ ਆ ਉਹ ਲੋਡ ਕਰਨੀ ਰਹਿ ਗਈ, 3 ਜਿਹੜੀਆਂ ਸੀ ਉਹ ਲੋਡ ਕਰ ਲੀਆਂ ਤੇ ਪੈਸੇ ਲੈ ਕੇ ਕਿਹੜੇ ਕੰਟਰੀ ਨਿਕਲਿਆ। ਪਹਿਲਾਂ ਤਜਾਕਿਸਤਾਨ ਕਹੀ ਜਾਂਦੇ ਸੀ, ਫਿਰ ਪਤਾ ਲੱਗਿਆ ਕਿ ਉਹਨਾਂ ਨੇ ਉੱਥੇ ਜਿਹੜਾ ਸੀਗਾ ਉਹਨੂੰ ਮਨਾ ਕਰ ਦਿੱਤਾ। ਉਹਦੇ ਬਾਅਦ ਉੱਗ ਸੁੱਗ ਹੀ ਨਹੀਂ ਹੈ ਕਿ ਕਿੱਥੇ ਗਿਆ। ਜੇ ਇਹੋ ਜਿਹਾ ਰਾਸ਼ਟਰਪਤੀ ਆ ਤੇ ਉਹਦਾ ਇਹ ਵੀ ਸੀਗਾ ਕਹਿੰਦੇ ਜੀ ਉਹ ਬਾਅਦ 'ਚ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ, ਕੀ ਅਮਰੀਕਾ ਉਹਨੂੰ ਪਨਾਹ ਦੇ ਦੂਗਾ? ਜਿਹੜਾ ਆਪਦੀ ਰੱਖਿਆ ਖੁਦ ਹੀ ਨਹੀਂ ਕਰ ਸਕਿਆ, ਆਪਣੇ ਦੇਸ਼ ਦੀ ਨਹੀਂ ਕਰ ਸਕਿਆ ਤੇ ਦੇਸ਼ ਛੱਡ ਕੇ ਭੱਜ ਗਿਆ, ਇਹੋ ਜਿਹੇ ਰਾਸ਼ਟਰਪਤੀ ਨੂੰ ਕੌਣ ਐਕਸੈਪਟ ਕਰੇਗਾ? ਇਸ ਕਰਕੇ ਕੁੱਲ ਮਿਲਾ ਕੇ ਦੇਖੋ ਹਾਲਾਤ ਕੀ ਨੇ। ਤੇ ਮੈਨੂੰ ਇੱਕ ਗੱਲ ਤਾਂ ਬੜੀ ਸਪਸ਼ਟ ਆ, ਜਿਸ ਗੱਲ ਦੇ ਉੱਤੇ ਕਿੰਤੂ ਪਰੰਤੂ ਕੀਤਾ ਸੀ, ਮੈਂ ਸਵੇਰੇ ਵੀ ਕਿਹਾ ਸੀਗਾ, ਬੀਜੇਪੀ ਦਾ ਨੈਸ਼ਨਲ ਸਪੋਕਸਮੈਨ ਆ ਜਿਹੜਾ ਇਕਬਾਲ ਸਿੰਘ ਲਾਲਪੁਰਾ, ਉਹਨਾਂ ਕੀਤਾ, ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਐਡਵਾਈਜ਼ਰ ਆ ਮਾਲਵਿੰਦਰ ਸਿੰਘ ਮਾਲੀ, ਉਹਨੇ ਗਲਤ ਸਟੇਟਮੈਂਟ ਦੇ ਦਿੱਤੀ ਆ, ਉਹਨੂੰ ਨਹੀਂ ਸੀ ਦੇਣੀ ਚਾਹੀਦੀ। ਇਸ ਕਰਕੇ ਉਹਦੇ ਤੋਂ ਜਵਾਬ ਮੰਗਿਆ ਜਾਵੇ ਕਿ ਉਹਨਾਂ ਤਾਲਿਬਾਨ ਦੀ ਮਦਦ ਕਰਤੀ, ਤਾਲਿਬਾਨ ਦੀ ਹਮਾਇਤ ਕਰਤੀ। ਹੁਣ ਮਾਲਵਿੰਦਰ ਸਿੰਘ ਮਾਲੀ ਉੱਥੇ ਕਿਹੜਾ ਸੱਤਾ ਸੌਂਪਣ ਗਿਆ ਸੀ ਉਹਨਾਂ ਨੂੰ? ਉਹਨੇ ਜੋ ਕੁਝ ਹਾਲਾਤ ਸੀ ਉਹ ਬਿਆਨ ਕਰਤੇ ਕਿ ਇਹ ਹਾਲਾਤ ਹੋ ਸਕਦੇ ਨੇ ਦੱਖਣੀ ਏਸ਼ੀਆ ਦੇ ਸਾਰੇ ਦੇ, ਉਹ ਬਿਆਨ ਕਰਨੇ ਤੇ ਕੋਈ ਔਖਾ ਨਹੀਂ। ਆਪਾਂ ਵੀ ਉਹਦੇ ਤੇ ਚਰਚਾ ਕਰ ਰਹੇ ਹਾਂ, ਆਪਾਂ ਵੀ ਇਹੀ ਕਹਿ ਰਹੇ ਹਾਂ ਕਿ ਤਾਲਿਬਾਨ ਦਾ ਜਿਹੜਾ ਇਸ ਵਕਤ ਆ ਉਹਨਾਂ ਨੇ ਪਹਿਲਾਂ ਵਾਲੀ ਜਿਹੜੀ ਉਹਨਾਂ ਦੀ ਆਈਡੀਓਲੋਜੀ ਸੀ ਉਸ ਤੋਂ ਬਿਲਕੁਲ ਡਿਫਰੈਂਟ ਚੱਲ ਰਹੇ ਨੇ। ਆਪਾਂ ਪੰਜਾਬ ਦੀ ਰਾਜਨੀਤੀ 'ਚ ਨਹੀਂ ਦੇਖਿਆ। ਵਿਰਸਾ ਸਿੰਘ ਬਟੋਆ ਅਕਾਲੀ ਦਲ 'ਚ ਬੈਠਾ, ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਹੈ? ਹਰਮਿੰਦਰ ਸਿੰਘ ਗਿੱਲ ਕਾਂਗਰਸ 'ਚ ਬੈਠਾ, ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਹੈ? ਅਮਰਜੀਤ ਸਿੰਘ ਚਾਵਲਾ ਤੇ ਰਜਿੰਦਰ ਸਿੰਘ ਮਹਿਤਾ ਦੋਨੋਂ ਐਸਜੀਪੀਸੀ 'ਚ ਬੈਠੇ ਆ, ਉਹ ਵੀ ਅਕਾਲੀ ਦਲ ਦੀ ਆ, ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਆ? ਇਸ ਕਰਕੇ ਕਿਤੇ ਨਾ ਕਿਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਕਹਿਣਾ ਬੜਾ ਸੌਖਾ ਹੁੰਦਾ। ਹਰ ਬੰਦਾ ਜਿਹੜਾ ਸਮੇਂ ਦੇ ਨਾਲ ਉਹਦੀ ਆਈਡੀਓਲੋਜੀ ਜਿਹੜੀ ਉਹ ਚੇਂਜ ਹੁੰਦੀ ਆ। ਜੇ ਹੁਣ ਤਾਲਿਬਾਨ ਨੇ ਚੇਂਜ ਕਰ ਲਈ ਤਾਂ ਕਿੱਡਾ ਕੋ ਗੁਨਾਹ ਹੋ ਗਿਆ। ਹਾਂ, ਲੋਕਾਂ ਦੇ ਅੰਦਰ ਡਰ ਤੇ ਭੈ ਬਹੁਤ ਸੀ ਜਿਹਦਾ ਕਰਕੇ ਲੋਕ ਅਫੜਾ ਤਫੜੀ 'ਚ ਭੱਜੇ, ਤੇ ਦੂਸਰੀ ਗੱਲ ਕੁਛ ਉਸ ਅਫੜਾ ਤਫੜੀ ਦੇ ਵਿੱਚ ਆਪਣਾ ਜੁਗਾੜ ਲਾਉਣ ਲੱਗੇ ਸੀ। ਪੰਜਾਬ ਤੋਂ ਕਿੰਨਾ ਨੌਜਵਾਨ ਗਿਆ? ਕੀ ਉਹ ਸਾਰਿਆਂ ਦਾ ਮੂਵਮੈਂਟ ਨਾਲ ਲੈਣ ਦੇਣ ਹੈਗਾ ਸੀ? ਜਿਹੜੇ 50-50 ਹਜ਼ਾਰ 'ਚ ਲੱਖ 1.5 ਲੱਖ 'ਚ ਚਿੱਠੀਆਂ ਲੈ ਕੇ ਗਏ ਨੇ ਅਸੈਲਮ ਦੇ ਲਈ, ਉਹਨਾਂ ਦਾ ਨੇੜੇ ਤੇੜੇ ਦਾ ਵਾਸਤਾ ਨਹੀਂ ਸੀਗਾ। ਪਰ ਜਿਨ੍ਹਾਂ ਦਾ ਵਾਲ ਵਿੰਗਾ ਨਹੀਂ ਹੋਇਆ ਉਹ ਅਸੈਲਮ ਲੈ ਗਏ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਰਿਹਾ ਉਹ ਧੱਕੇ ਖਾਂਦੇ ਸੜਕਾਂ ਤੇ ਫਿਰਦੇ। ਅੱਜ ਵੀ ਦੇਖ ਲਓਗੇ ਤੁਸੀਂ। ਇਸ ਕਰਕੇ ਇਹ ਸਾਰੇ ਜਿੱਥੇ ਵੀ ਮੂਵਮੈਂਟ ਚੱਲੀ, ਜਿੱਥੇ ਜੋ ਕੁਝ ਵੀ ਹੋਇਆ, ਹਰ ਜਗ੍ਹਾ ਤੇ ਜੁਗਾੜਬੰਦੀ ਕਰਨ ਵਾਲੇ ਜਿਹੜੇ ਉਹ ਹਮੇਸ਼ਾ ਕਾਮਯਾਬ ਹੋ ਜਾਂਦੇ ਨੇ। ਜਿਹੜੇ ਅਸੂਲਾਂ ਦੀ ਲੜਾਈ ਲੜਨ ਵਾਲੇ ਆ ਉਹ ਹਮੇਸ਼ਾ ਮਾਰ ਖਾ ਜਾਂਦੇ ਨੇ। ਇਸ ਕਰਕੇ ਹੋਣਾ ਕੁਝ ਕੁਦਰਤੀ ਸੀ ਜਿਹੜਾ ਕੁਝ ਵਾਪਰਿਆ ਉੱਥੇ, ਠੀਕ ਹੈ। ਹੁਣ ਭਾਰਤ ਆਪੋ ਆਪਣੇ
ਭਾਰਤ ਨੇ ਨਾਗਰਿਕ ਕੱਢਿਆ, ਆਸਟ੍ਰੇਲੀਆ ਕੱਢ ਰਿਹਾ। ਆਸਟ੍ਰੇਲੀਆ ਨੇ ਕਹਿ ਦਿੱਤਾ ਅਸੀਂ ਆਪਣੇ ਸੈਨਿਕ ਭੇਜ ਰਹੇ ਹਾਂ ਕਿ ਸਾਡੇ ਵਾਲੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਸੁਰੱਖਿਅਤ ਲੈ ਕੇ ਆਓ। ਹਰ ਕੰਟਰੀ ਕਰ ਰਿਹਾ, ਕਿਸੇ ਕੰਟਰੀ ਨੇ ਥੋੜੀ ਜਵਾਬ ਦੇਣਾ। ਹਰ ਕੰਟਰੀ ਜਿਹੜਾ ਉਹ ਆਪੋ ਆਪਣੇ ਨਾਗਰਿਕਾਂ ਨੂੰ ਕੱਢ ਰਿਹਾ। ਹਾਂ, ਜਦੋਂ ਹਾਲਾਤ ਆਮ ਵਰਗੇ ਹੋਣਗੇ ਫਿਰ ਜਿੰਨੇ ਵੀ ਡਿਪਲੋਮੈਟ ਨੇ ਅਲੱਗ-ਅਲੱਗ ਕੰਟਰੀਆਂ ਦੇ ਉੱਤੇ ਚੱਲ ਜਾਣਗੇ, ਉਹ ਜਿਹੜੇ ਉਹਨਾਂ ਦੇ ਦੂਤਾਵਾਸ ਨੇ ਉਹ ਖੋਲ ਲੈਣਗੇ ਜਾ ਕੇ। ਪਰ ਓਨੀ ਦੇਰ ਤੱਕ ਜਿਹੜੇ 4 ਕੰਟਰੀ ਉਹਦੇ ਨਾਲ ਖੜੇ ਆ ਉਹੀ ਰਹਿਣਗੇ, ਬਾਕੀ ਸਾਰੇ ਆਪੋ ਆਪਣੇ ਤਾਲੇ ਲਗਾ ਕੇ ਜਿਹੜੇ ਉੱਥੋਂ ਨਿਕਲ ਚੁੱਕੇ ਆ ਤੇ ਲਗਾਤਾਰ ਉੱਥੋਂ ਨਿਕਲਦੇ ਜਾ ਰਹੇ ਆ। ਔਰ ਅਮਰੀਕਾ ਤੇ ਪ੍ਰੈਸ਼ਰ ਜ਼ਿਆਦਾ ਸੀ, ਅਮਰੀਕਾ ਨੇ ਤਾਂ ਹੀ ਹੋਰ ਸੈਨਿਕ ਭੇਜਣ ਦੀ ਤਿਆਰੀ ਕੀਤੀ ਆ ਕਿ 에ਅਰਪੋਰਟ ਨੂੰ ਕਬਜ਼ੇ 'ਚ ਲਿਓ ਤੇ ਜਿਹੜੇ ਵੀ ਦੇਸ਼ ਦੇ ਨਾਗਰਿਕ ਉੱਥੇ ਨੇ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਦੇਸ਼ ਜਿਹੜਾ ਉਹ ਪਹੁੰਚਾਇਆ ਜਾਵੇ। ਜੇ ਉਹਦਾ ਕਬਜ਼ਾ ਜਿਹੜਾ ਸੀ ਤਾਲਿਬਾਨ ਕੋਲ ਰਹਿੰਦਾ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਰਨਵੇ ਸੀ ਉਹ ਸਾਰੇ ਦਾ ਸਾਰਾ ਭਰਿਆ ਪਿਆ ਸੀਗਾ, ਉਹ ਤੇ ਤੁਰਨ ਦੀ ਜਗ੍ਹਾ ਨਹੀਂ ਸੀ, ਕੀੜੀਆਂ ਦੀ ਤਰ੍ਹਾਂ। ਮਤਲਬ ਇੱਕ ਜਹਾਜ਼ ਨੂੰ ਲੈਂਡ ਕਰਨ 'ਚ ਵੀ ਪ੍ਰੋਬਲਮ ਆ ਰਹੀ ਸੀ ਕਿ ਹੁਣ ਜਹਾਜ਼ ਤਾਂ ਨਹੀਂਗਾ ਜਿਹੜਾ ਸਿੱਧਾ ਆ ਕੇ ਥੱਲੇ ਬੈਠ ਜੂ, ਉਹਨੇ ਰਨਵੇ ਤੇ ਦੌੜਨਾ ਵੀ ਆ, ਉਹਦੇ ਬਾਅਦ ਹੌਲੀ ਹੌਲੀ ਆ ਕੇ ਉਹਨੇ ਰੁਕਣਾ। ਪਰ ਉਹ ਤਾਂ ਲੋਕਾਂ ਨਾਲ ਭਰਿਆ ਇੰਨਾ ਪਿਆ ਸੀ ਕਿ ਉੱਥੇ ਰਨਵੇ ਖਾਲੀ ਨਹੀਂ ਸੀ ਹੋ ਰਿਹਾ। ਇਸ ਕਰਕੇ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਉਹ ਬਦਲਣਗੇ। ਜਦੋਂ ਬਦਲਣਗੇ ਉਸ ਵੇਲੇ ਦੀ ਗੱਲ ਕੀਤੀ ਜਾਏਗੀ। ਪਰ ਜੋ ਅੱਜ ਦੇ ਆ, ਜਿਸ ਤਰ੍ਹਾਂ ਨਾਲ ਤਾਲਿਬਾਨ ਜਿਹੜੇ ਆ ਉਹਨਾਂ ਦੀ ਸੋਚ 'ਚ ਫਰਕ ਆਇਆ। ਤੁਸੀਂ ਔਰਤਾਂ ਦੀ ਗੱਲ ਕੀਤੀ, ਭਾਵੇਂ ਉਹ ਪਲਾਨਿੰਗ ਹੋਵੇ, ਹੋ ਸਕਦਾ ਤਾਲਿਬਾਨ ਦੀ ਹੋਵੇ, ਪਰ ਜੇ ਔਰਤਾਂ ਨੂੰ ਉਹ ਇਹਦੇ ਵਿੱਚ ਸ਼ਮੂਲੀਅਤ ਕਰਦੇ ਆ, ਚਾਹੇ ਉਹ ਉੱਥੋਂ ਦੀ ਅਸੈਂਬਲੀ 'ਚ ਕਰਨ, ਚਾਹੇ ਪਾਰਲੀਮੈਂਟ 'ਚ ਕਰਨ, ਚਾਹੇ ਕੱਲ ਨੂੰ ਸਰਕਾਰੀ ਜੌਬ 'ਚ ਕਰਨ, ਜਿੱਥੇ ਮਰਜ਼ੀ ਕਰਨ, ਪਰ ਜੋ ਸ਼ਮੂਲੀਅਤ ਕਰਦੇ ਆ ਇਹਦਾ ਮਤਲਬ ਉਹਨਾਂ ਦੀ ਸੋਚ ਜਿਹੜੀ ਉਹ ਬਦਲ ਚੁੱਕੀ ਆ। ਕਿਉਂਕਿ ਹਰ ਵਿਅਕਤੀ ਜਿਹੜਾ ਉਹਦਾ ਬਚਪਨ, ਜਵਾਨੀ ਤੇ ਬੁਢਾਪਾ ਇਹਨਾਂ ਦੇ ਵਿੱਚ ਸੋਚ ਉਹਦੀ ਬਦਲਦੀ ਆ। ਇਸ ਕਰਕੇ ਇਹ ਨਹੀਂ ਹੈ ਕਿ ਬੱਚਾ ਜਿਹੜਾ ਬਚਪਨ 'ਚ ਸੀ ਉਹੀ ਜਵਾਨੀ 'ਚ ਸੀ ਉਹੀ ਬੁਢਾਪੇ 'ਚ ਰਵੇ। ਬੁਢਾਪੇ ਤੱਕ ਆਉਂਦੇ ਬੜੇ ਧੱਕੇ ਖਾ ਲਏ ਹੁੰਦੇ, ਧੱਕੇ ਖਾ ਕੇ ਬਹੁਤ ਕੁਝ ਬਦਲਦਾ। ਫਿਰ ਬੁਢਾਪੇ 'ਚ ਆ ਕੇ ਹਰ ਵਿਅਕਤੀ ਨੂੰ ਸਿੱਖਿਆ ਵੀ ਦਿੰਦਾ ਕਿ ਅਸੀਂ ਆਹ ਕੁਝ ਜ਼ਿੰਦਗੀ 'ਚ ਨੁਕਸਾਨ ਝੱਲੇ ਆ, ਤੁਸੀਂ ਆਪਣੇ ਆਪ ਨੂੰ ਇੰਨਾ ਇਸ ਹਾਲਾਤਾਂ 'ਚ ਨਾ ਲੈ ਕੇ ਜਾਇਓ, ਜੇ ਲੈ ਕੇ ਜਾਓਗੇ ਤਾਂ ਤੁਹਾਨੂੰ ਨੁਕਸਾਨ ਝੱਲਣੇ ਪੈਣਗੇ। ਜੀ ਸੁਰਿੰਦਰ, ਇਸ ਵਕਤ ਆਪਣੇ ਨਾਲ ਮਨਜੀਤ ਸਿੰਘ ਜੁੜੇ ਨੇ। ਸਵਾਗਤ ਹੈ ਬਾਈ ਜੀ ਤੁਹਾਡਾ, ਵੈਲਕਮ। ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਸੀਂ ਅਫਗਾਨਿਸਤਾਨ ਤੇ ਚਰਚਾ ਕਰ ਰਹੇ ਹੋ ਤੇ ਸੁਰਿੰਦਰ ਵੀਰ ਜੀ ਨੇ ਗੱਲ ਵਧੀਆ ਕਹੀ ਆ ਵੀ ਜੇ ਤਾਲਿਬਾਨਾਂ ਨੇ ਵੀ ਆਪਦੀ ਆਈਡੀਓਲੋਜੀ ਬਦਲੀ ਤਾਂ ਕਿੰਨੀ ਕੁ ਗੱਲ ਹੋ ਗਈ। ਦੇਖੋ, ਅਸੀਂ ਵੈਲਕਮ ਕਰਦੇ ਹਾਂ ਤਾਲਿਬਾਨਾਂ ਨੂੰ, ਚਾਹੇ ਉਹ ਮਜ਼ਹਬੀ ਤੌਰ ਤੇ ਕੱਟੜਪੰਥੀ ਨੇ, ਕੁਝ ਵੀ ਨੇ। ਜੇ ਉਹ ਅਫਗਾਨਿਸਤਾਨ ਤੇ ਸ਼ਾਂਤੀ ਲਿਆ ਸਕਦਾ ਤਾਂ ਨਥਿੰਗ ਲਾਈਕ ਦੈਟ। ਪਰ ਹੁਣ ਪ੍ਰੋਬਲਮ ਟਵਾਣਾ ਦੀ ਇੱਥੇ ਆਉਂਦੀ ਹੈ ਕਿ ਅਫਗਾਨਿਸਤਾਨ, ਜਿਵੇਂ ਆਪਾਂ ਨੂੰ ਪਤਾ ਵੀ ਕਦੇ ਵੀ ਇੱਥੇ ਕੋਈ ਗਵਰਨਮੈਂਟ ਨਹੀਂ ਰਹੀ ਜਾਂ ਕਿਸੇ ਦੇ ਅਧੀਨ ਨਹੀਂ ਰਹੀ, ਇਹ ਜਿਹੜਾ ਕਿ ਇਹਨਾਂ ਦੀ ਇੱਕ ਖੂਬੀ ਜਾਂ ਕਰੈਕਟਰਿਸਟਿਕ ਆ। ਉਹਦੇ ਨਾਲ ਕੀ ਆ ਵੀ ਸਾਰੇ ਜਿਹੜੇ ਅਫਗਾਨੀ ਲੋਕ ਨੇ ਕਬੀਲਿਆਂ 'ਚ ਵੰਡੇ, ਹਰੇਕ ਨੇ ਆਪਦਾ ਕਾਨੂੰਨ ਬਣਾ ਲਏ ਜੀ। ਇਹ ਕੋਈ ਵੀ ਕਬੀਲਾ ਕਿਸੇ ਦੇ ਅਧੀਨ ਨਹੀਂ ਰਹਿਣ ਨੂੰ ਤਿਆਰ। ਕਬੀਲੇ ਨੇ, ਫਿਰ ਉਹਨਾਂ 'ਚ ਉਜ਼ਬੇਕ ਨੇ, ਫਿਰ ਤਾਜਿਕ ਨੇ, ਫਿਰ ਕਿੰਨੇ ਹੀ ਮਤਲਬ ਪਖਤੂਨ ਨੇ, ਕਿੰਨੇ ਹੀ ਫਿਰਕੇ ਇਹਨਾਂ 'ਚ। ਜੇ ਤਾਲਿਬਾਨ ਇਹ ਕਹਿਣਗੇ ਵੀ ਅਸੀਂ ਸ਼ਾਂਤੀ ਨਾਲ ਸਭ ਕੁਝ ਕਰਾਂਗੇ, ਠਰਮੀ ਨਾਲ, ਉਹ ਬਾਹਲਾ ਚਿਰ ਰਹਿਣਾ ਨਹੀਂ ਹੈ। ਇਹਨਾਂ 'ਚ ਆਪਸੀ ਜਿਹੜੀ ਖਹਿਬਾਜ਼ੀ ਇੰਨੀ ਆ ਕਿਉਂਕਿ ਖੂਨ 'ਚ ਹੀ ਆ ਉਹਨਾਂ ਦੇ ਇਹ ਚੀਜ਼। ਜੇ ਤਾਂ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਂਦੇ ਤਾਂ ਬਹੁਤ ਵਧੀਆ। ਜਿਵੇਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਬੁਰਕਾ ਵੀ ਲਾਜ਼ਮੀ ਨਹੀਂ ਕਰਾਂਗੇ, ਫਿਰ ਉਹਨਾਂ ਤੇ ਦਬਾਅ ਆ। ਪਰ ਜਿਵੇਂ ਦੂਜੀ ਗੱਲ ਤੁਸੀਂ ਕਹਿੰਦੇ ਹੋ ਕਿ ਉਹ ਜਿਹੜਾ ਰਾਸ਼ਟਰਪਤੀ ਭੱਜ ਗਿਆ, ਮੈਂ ਕਹਿੰਦਾ ਅਫਗਾਨਿਸਤਾਨ ਦੇ ਵਿੱਚ ਸਿਰਫ ਨਜੀਬੁੱਲਾ ਦੀ ਇੱਕ ਸਰਕਾਰ ਆਈ ਸੀ ਜਿਹਦੇ ਅਫਗਾਨਿਸਤਾਨ ਨੇ ਤਰੱਕੀ ਕੀਤੀ ਤੇ ਵਧੀਆ ਉਹਦਾ ਐਡਮਿਨਿਸਟ੍ਰੇਸ਼ਨ ਸੀ। ਵੱਡੀ ਗੱਲ, ਉਹ ਭੱਜਿਆ ਵੀ ਨਹੀਂ ਸੀ ਛੱਡ ਕੇ ਮੁਲਕ। ਉਹਨੂੰ ਸ਼ਰੇਆਮ ਕਾਬੁਲ ਦੇ ਵਿੱਚ ਉਹਨੂੰ ਮਤਲਬ ਟ੍ਰੇਨ ਦੇ ਨਾਲ ਲਮਕਾ ਕੇ ਉਹਨੂੰ ਫਾਂਸੀ ਦਿੱਤੀ ਗਈ ਸੀ। ਉਹ ਮਰਿਆ ਆਪਦੇ ਲੋਕਾਂ ਦੇ ਵਿੱਚ ਹੀ। ਸੋ ਸਾਨੂੰ ਮਤਲਬ ਉਮੀਦ ਹੈਗੀ ਆ ਤਾਲਿਬਾਨ ਤੋਂ ਕਿ ਸ਼ਾਂਤੀ ਲਿਆਉਣਗੇ, ਪਰ ਡਰ ਵੀ ਆ ਕਿ ਇਹ ਕਿਤੇ ਅਸੀਂ ਇਹੀ ਨਾ ਕਹਿ ਦਈਏ ਹੋਰ 2 ਸਾਲਾਂ ਨੂੰ ਵੀ ਇਹਨਾਂ ਨੂੰ ਤਾਂ ਲੜਨਾ ਹੀ ਆਉਂਦਾ, ਲੜਾ ਲਓ ਜਿੰਨਾ ਮਰਜ਼ੀ। ਲੋਕ ਦੇ ਨਾਲ ਐਡਮਿਨਿਸਟ੍ਰੇਸ਼ਨ ਕਰਨੀ ਔਖੀ ਹੁੰਦੀ ਆ, ਉਹ ਦਿਮਾਗ ਨਹੀਂ ਹੁੰਦੀ। ਥੈਂਕ ਯੂ, ਮਿਹਰਬਾਨੀ। ਬਿਲਕੁਲ, ਜਿਸ ਤਰ੍ਹਾਂ ਉਹਨਾਂ ਦਾ ਕਬੀਲਾ ਕਲਚਰ ਹੈ, ਉਹਨਾਂ ਦੀਆਂ ਆਪਣੀਆਂ ਮਿੱਥਾਂ ਨੇ, ਆਪਣੀਆਂ ਬੰਦਿਸ਼ਾਂ ਨੇ, ਉਹਦੇ ਵਿੱਚ ਸੁਰਿੰਦਰ ਵੀਰ ਮਨਜੀਤ ਜੀ ਹੋਰਾਂ ਦੀ ਗੱਲ ਵੀ ਸਹੀ ਹੈ ਕਿ ਉਮੀਦ ਤਾਂ ਕਰਦੇ ਉਹਨਾਂ ਨੇ ਆਪਣੇ ਆਪ ਨੂੰ ਬਦਲਾ ਲਿਆਂਦਾ ਹੈ। ਪਰ ਜਿਸ ਤਰ੍ਹਾਂ ਜਦੋਂ ਸੱਤਾ ਕਬੀਲਿਆਂ ਦੇ ਹੱਥ ਦੇ ਵਿੱਚ ਹੁੰਦੀ ਹੈ, ਸਮੁੱਚੇ ਦੇਸ਼ ਦੇ ਹੱਥ ਵਿੱਚ ਨਹੀਂ ਹੁੰਦੀ, ਵੋਟ ਸਿਸਟਮ ਨਹੀਂ ਹੈ ਜਿਹਦੀ ਪਾਵਰ ਉਹ ਆਪਣੇ ਕਬੀਲੇ ਨੂੰ ਪੂਜਦਾ, ਉਹੀ ਰਾਜਾਸ਼ਾਹੀ ਸਿਸਟਮ,
इस दौरान फिर कबीलिਆਂ 'ਚ ਵੀ ਧਾਰਮਿਕ ਮਿੱਥਾਂ ਨੂੰ ਲੈ ਕੇ ਜਿਹੜੀਆਂ ਨੇ ਕੁਝ ਰਵਾਇਤਾਂ ਨੂੰ ਲੈ ਕੇ ਮਤਭੇਦ ਹੁੰਦੇ ਨੇ। ਆਪਸੀ ਵਰਤਾਰਾ ਕਬੀਲਿਆਂ 'ਚ ਨਹੀਂ ਹੈ। ਇਸ ਸਿਲਸਿਲੇ ਦੇ ਵਿੱਚ ਲੱਗਦਾ ਨਹੀਂ ਕਿ ਸ਼ਾਂਤੀ ਲੰਮਾ ਸਮਾਂ ਰਹੇਗੀ, ਕਿਉਂਕਿ ਜਿਹੜੀ ਪੋਲੀਟਿਕਸ ਹੈ ਨਾ, ਹੁਣ ਦੇਖੋ ਪਾਕਿਸਤਾਨ ਨੇ ਇਸ ਨੂੰ ਖੁਸ਼ਾਮਦੀਦ ਕਿਹਾ, ਇਮਰਾਨ ਖਾਨ ਨੇ ਆਖਿਆ ਕਿ ਅਫਗਾਨੀ ਆਜ਼ਾਦ ਹੋਏ ਨੇ, ਪਰ ਕਿਤੇ ਨਾ ਕਿਤੇ ਇੱਕ ਪਾਸੇ ਚਾਈਨਾ ਵੱਡੀ ਪਾਵਰ ਹੈ, ਦੂਸਰੇ ਪਾਸੇ ਅਮਰੀਕਾ। ਸਿਆਪੇ ਦੀ ਜੜ ਤੇ ਚਾਈਨਾ ਤੇ ਅਮਰੀਕਾ ਨੇ ਨਾ। ਰੂਸ ਭਾਵੇਂ ਸਾਇਲੈਂਟ ਆ, ਉਹ ਆਪਣੀ ਖਾਨਾ ਜੰਗੀ 'ਚ ਆ ਗਿਆ, ਕਿਤੇ ਕਿਤੇ ਰੋਲ ਉਹ ਵੀ ਨਿਭਾਉਂਦਾ ਹੈ। ਵਲਾਦੀਮੀਰ ਪੁਤਨ ਵੀ ਬੜੀ ਵਿਗੜੀ ਸ਼ੈ ਨੇ, ਬੜੀ ਪੂਛ ਨੇ ਉਹ ਵੀ। ਸੋ ਉਹਨਾਂ ਕਬੀਲਿਆਂ ਦੇ ਵਿੱਚ ਉਹਨਾਂ ਦੀ ਪੈਂਠ ਹੈਗੀ ਹੈ। ਤੇ ਆਪਸੀ ਖਾਨਾ ਜੰਗੀ ਹੁਣ ਤੱਕ ਅਫਗਾਨਿਸਤਾਨ ਦੀ ਬਰਬਾਦੀ, ਦੁਨੀਆ ਦੀ ਬਰਬਾਦੀ ਦਾ ਕਾਰਨ ਰਿਹਾ, ਕਿਉਂਕਿ ਮਜ਼ਹਬ ਦੇ ਆਧਾਰ ਤੇ ਇਹ ਕੱਟੜ ਲੋਕ ਨੇ, ਅਨਪੜ੍ਹ ਲੋਕ ਨੇ, ਪੈਦਲ ਲੋਕ ਨੇ, ਤੇ ਇਹਨਾਂ ਨੂੰ ਬੰਬ ਬਣਾਉਣ ਤੋਂ ਸਿਵਾ ਜਿਹੜਾ ਹੈਗਾ ਨਹੀਂ ਵਰਤਿਆ ਗਿਆ। ਹਾਲਾਂਕਿ ਬਹੁਤ ਨੁਕਸਾਨ ਉਹਨਾਂ ਨੇ ਵੀ ਚੱਲਿਆ। ਅੱਲਾ ਮੀਆਂ ਦੀ ਗੋਦ 'ਚ ਉਹ ਵੀ ਕੋਈ ਬਹੁਤੇ ਸੁਖੀ ਨਹੀਂ ਹੈਗੇ, ਜਾਂ ਇੱਥੇ ਜਿਹੜੇ ਰਹਿੰਦੇ ਨੇ ਉਹ ਵੀ ਬਹੁਤੇ ਸੁਖੀ ਨਹੀਂ। ਹਾਲਾਤ ਬਦਤਰ ਨੇ। ਐਡਾ ਵਧੀਆ ਇਲਾਕਾ ਹੋਣ ਦੇ ਬਾਵਜੂਦ ਵੀ ਐਡੀਆਂ ਵਧੀਆ ਉੱਥੇ ਚੀਜ਼ਾਂ ਪੈਦਾ ਹੁੰਦੀਆਂ ਨੇ। ਪਰ ਗੱਲ ਇਹ ਹੈ ਨਾ ਕਿ ਆਪਸ ਦੇ ਵਿੱਚ ਵੰਡੇ ਹੋਏ ਹੋਣ ਕਰਕੇ ਇਹ ਅੰਤਰਰਾਸ਼ਟਰੀ ਪੋਲੀਟਿਕਸ ਦਾ ਇੱਕ ਅਖਾੜਾ ਹੈ। ਇੱਕ ਪਾਸੇ ਚਾਈਨਾ ਪਾਕਿਸਤਾਨ ਦਾ ਗੱਠਜੋੜ ਹੋ ਗਿਆ, ਤੇ ਅਮਰੀਕਾ ਨੇ ਜਿਹੜੀ ਤਾਲਿਬਾਨ ਨੂੰ ਸੱਤਾ ਸੌਂਪੀ ਹੈ, ਇਹ ਨਹੀਂ ਕਿ ਕੋਈ ਬਗਾਨੇ ਨੇ, ਤਾਲਿਬਾਨ ਅਮਰੀਕਾ ਦੇ ਖਾਸ ਨੇ। ਉਹ ਕਿਤੇ ਨਾ ਕਿਤੇ ਇਸ ਖਿੱਤੇ ਦੇ ਵਿੱਚ ਅਮਰੀਕਾ ਦੇ ਇਸ਼ਾਰੇ ਤੇ ਵਿਚਰਨਗੇ, ਇਹ ਦੋ ਰਾਵਾਂ ਨਹੀਂ ਹੈ। ਕਹਿਣ ਨੂੰ ਭਾਵੇਂ ਚੇਤਾਵਨੀਆਂ ਅੱਜ ਅਮਰੀਕਾ ਦਿੰਦਾ ਜੋ ਬਾਈਡਨ ਤਾਲਿਬਾਨ ਨੂੰ, ਪਰ ਹੈ ਇਹ ਉਹਨਾਂ ਦੇ ਸੱਕੇ ਨੇ, ਅਗਲੇ ਲਾਣੇਦਾਰੀ ਜੋ ਦੇ ਕੇ ਗਏ ਨੇ। ਜੀ ਸੁਰਿੰਦਰ। ਦੇਖੋ, ਪਹਿਲੀ ਗੱਲ ਤੇ ਮੈਂ, ਕਿਉਂਕਿ ਅੱਜ ਮੈਂ ਅੰਮ੍ਰਿਤਸਰ ਆ, ਨਹੀਂ ਤੇ ਮੇਰੇ ਕੋਲ ਨਾ ਪਟਿਆਲੇ ਉਹ ਸਾਰਾ ਕੋਈ ਡਾਟਾ ਪਿਆ ਸੀ। ਇਹਨਾਂ ਦੇ ਨਾ 4 ਵੱਡੇ ਗਰੁੱਪ ਨੇ ਤਾਲਿਬਾਨ ਦੇ ਵਿੱਚ, ਚਾਰੇ ਅਲੱਗ-ਅਲੱਗ ਵਿਚਾਰਧਾਰਾ ਦੇ ਨੇ। ਮੈਂ ਉਹਦੀ ਪੂਰੀ ਤਫਸੀਲ ਦੇ ਦਿੰਦਾ, ਮੇਰੇ ਕੋਲ ਪਿਆ, ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਇਹਦੇ ਤੇ ਇਹ ਵੀ ਮੁੱਦਾ ਸ਼ਾਮ ਵਾਲੇ 'ਚ ਵੀ ਆਉਣਾ ਤੇ ਮੈਂ ਨਾਲ ਹੀ ਸਾਰਾ ਚੱਕ ਲਿਆਉਂਦਾ। ਮੈਂ ਪੂਰਾ ਡਾਟਾ ਇਹਨਾਂ ਦਾ ਕੱਢ ਕੇ ਰੱਖਿਆ ਹੋਇਆ ਸੀਗਾ। ਹੁਣ ਗੱਲ ਤਾਂ ਇਹ ਹੈ ਕਿ ਉਹ ਜਿਹੜੇ 4 ਧੜੇ ਨੇ, ਉਹ ਚਾਰੇ ਗਰੁੱਪ ਜਿਹੜੇ ਉਹ ਅਲੱਗ-ਅਲੱਗ ਆਈਡੀਓਲੋਜੀ ਨਾਲ ਸੰਬੰਧਿਤ ਆ। ਜਿੱਦਾਂ ਆਪਣੇ ਸਿੱਖਾਂ 'ਚ ਆ, ਟਕਸਾਲੀ ਜਿਹੜੇ ਨੇ ਉਹ ਮਿਸ਼ਨਰੀਆਂ ਨੂੰ ਨਹੀਂ ਮੰਨਦੇ, ਤੇ ਮਿਸ਼ਨਰੀ ਜਿਹੜੇ ਆ ਉਹ ਡੇਰਾਵਾਦ ਨੂੰ ਨਹੀਂ ਮੰਨਦੇ। ਅਲੱਗ-ਅਲੱਗ ਚੱਲੀ ਜਾਂਦੀਆਂ, ਅਲੱਗ-ਅਲੱਗ ਸੰਪਰਦਾਵਾਂ ਹੁੰਦੀਆਂ ਨੇ। ਉਸੇ ਤਰ੍ਹਾਂ ਉਹਨਾਂ 'ਚ 4 ਜਿਹੜੇ ਉਹ ਅਲੱਗ-ਅਲੱਗ ਜਿਹੜੇ ਆ ਉਹ ਆਈਡੀਓਲੋਜੀ ਨਾਲ ਸੰਬੰਧਿਤ ਆ। ਹੁਣ ਰਹੀ ਗੱਲ, ਕੱਲਾ ਤਾਲਿਬਾਨ ਜਿਹੜਾ ਉਹ ਅਮਰੀਕਾ ਦੇ ਇਸ਼ਾਰੇ ਤੇ ਨਹੀਂ, ਉਹਦੇ ਮਗਰ ਚਾਈਨਾ ਦਾ ਬੜਾ ਵੱਡਾ ਹੱਥ ਹੈ। ਠੀਕ ਹੈ, ਹੁਣ ਇਹ ਦੇਖਣਾ ਪਏਗਾ ਕਿ ਤਾਲਿਬਾਨ ਜਿਹੜਾ ਉਹ ਅਮਰੀਕਾ ਦੇ ਇਸ਼ਾਰੇ ਤੇ ਚੱਲਦਾ ਜਾਂ ਚਾਈਨਾ ਦੇ ਇਸ਼ਾਰੇ ਤੇ ਚੱਲਦਾ, ਜਾਂ ਇਹ ਨਾ ਹੋਵੇ ਕਿ ਦੋਨਾਂ ਦੇ ਇਸ਼ਾਰੇ ਤੇ ਚੱਲਦਾ ਚੱਲਦਾ 2 ਬੇੜੀਆਂ 'ਚ ਸਵਾਰ ਹੋਇਆ ਵਿਅਕਤੀ ਕਈ ਵਾਰੀ ਡੁੱਬ ਵੀ ਜਾਂਦਾ ਹੈ। ਕਿਤੇ ਉਹ ਹਾਲਾਤ ਨਾ ਬਣਨ ਜਿਹੜਾ ਇਹ ਇੱਕਦਮ ਏਡੀ ਜਲਦੀ ਕਬਜ਼ਾ ਹੋ ਗਿਆ। ਉਹਦੇ ਪਿੱਛੇ ਜੇ ਅਮਰੀਕਾ ਦਾ ਹੱਥ ਆ ਤੇ ਉਹਦੇ ਮਗਰ ਚਾਈਨਾ ਦਾ ਵੀ ਬੜਾ ਵੱਡਾ ਹੱਥ ਆ। ਕਦੀ ਇਹ ਨਹੀਂ ਹੁੰਦਾ ਕਿ ਸੱਤਾਧਾਰੀ ਤੇਰੇ ਕੋਲ ਸੱਤਾ ਹੋਵੇ ਤੇ ਉਹਦੇ ਉੱਤੇ ਮੋਟਰਸਾਈਕਲਾਂ ਤੇ ਲੋਕ ਜਾਣ ਤੇ ਕਬਜ਼ਾ ਕਰਦੇ ਤੁਰੇ ਜਾਣ। ਮੈਂ ਤਾਂ ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ ਇਹ ਚੀਜ਼। ਇਹ ਤਾਂ ਇਤਿਹਾਸ ਇੱਕ ਨਵਾਂ ਸਿਰਜਿਆ ਗਿਆ ਕਿ ਮੋਟਰਸਾਈਕਲਾਂ ਤੇ ਵੀ ਇੱਕ ਸਟੇਟ ਜਿਹੜੀ ਆ, ਦੇਸ਼ ਆ, ਉਹਦੀ ਸੱਤਾ ਜਿਹੜੀ ਉਹ ਬਦਲੀ ਜਾ ਸਕਦੀ ਆ। ਕਿਤੇ ਨਾ ਕਿਤੇ ਇਹ ਆ ਕਿ ਗੇਮ ਬੜੀ ਵੱਡੀ ਖੇਡੀ ਗਈ ਆ। ਜਾਂ ਤਾਂ ਜੇ ਸਵੇਲੇ, ਕਿਉਂਕਿ ਜੋ ਬਾਈਡਨ ਤਾਂ ਹੁਣ ਆਏ ਨੇ, ਇਸ ਤੋਂ ਪਹਿਲਾਂ ਜਦੋਂ ਬੈਠ ਕੇ ਉਹਨਾਂ ਦੇ ਨਾਲ ਸਮਝੌਤਾ ਹੋਇਆ ਸੀ ਤਾਲਿਬਾਨ ਨਾਲ ਕਿ ਅਸੀਂ ਆਪਣੀਆਂ ਫੌਜਾਂ ਲੈ ਜਾਂਦੇ ਆ, ਤੁਸੀਂ ਸਾਡੀਆਂ ਫੌਜਾਂ ਦਾ ਨੁਕਸਾਨ ਨਾ ਕਰੋ, ਅਸੀਂ ਤੁਹਾਡਾ ਨਹੀਂ ਕਰਦੇ। ਉਸ ਵੇਲੇ ਅੰਦਰ ਖਾਤੇ ਸਮਝੌਤਾ ਹੋ ਗਿਆ ਕਿ ਤੁਸੀਂ ਸਮਾਂ ਆਏਗਾ, ਉਸ ਸਮੇਂ ਤੇ ਤੁਸੀਂ ਚੁੱਪ ਕਰਕੇ ਇੱਥੇ ਆਪਣਾ ਕਬਜ਼ਾ ਕਰ ਲਿਓ। ਦੂਜੇ ਬੰਨੇ ਚਾਈਨਾ ਉੱਤਰ ਆਇਆ। ਹੁਣ ਦੇਖੋ ਕੀ ਆ, ਇੱਕ ਦੇਸ਼ ਆ, ਉਸ ਦੇਸ਼ ਨੂੰ ਪਹਿਲਾਂ ਰੂਸ ਨੇ ਵਰਤਿਆ ਆਪਣੇ ਮਫਾਦ ਲਈ, ਫਿਰ ਅਮਰੀਕਾ ਨਾਲ ਤਾਲਿਬਾਨ ਨੇ ਪੰਗਾ ਲਿਆ ਸੀ ਨਾ, ਨਹੀਂ ਤਾਂ ਅਮਰੀਕਾ ਚੁੱਪ ਬੈਠਾ ਸੀ। ਅਮਰੀਕਾ ਨੇ ਤਾਲਿਬਾਨ ਤੋਂ ਕੀ ਲੈਣਾ ਸੀ, ਨਾ ਉਹਨੇ ਅਫਗਾਨਿਸਤਾਨ ਆਉਣਾ ਸੀ। ਹੁਣ ਜਦੋਂ ਇਹਨਾਂ ਨੇ ਉਹਨਾਂ ਦੇ ਦੇਸ਼ 'ਚ ਜਾ ਕੇ ਉਹਨਾਂ ਨਾਲ ਪੰਗਾ ਲਿਆ ਤਾਂ ਉਹਨਾਂ ਨੇ ਇਹਨਾਂ ਵੱਲ ਨੂੰ ਮੂੰਹ ਸਿੱਧਾ ਕਰ ਲਿਆ। ਇੰਗਲੈਂਡ ਨਾਲ ਆ ਕੇ ਖੜਾ ਹੋ ਗਿਆ। ਜਦੋਂ ਸਾਰੇ ਕੰਟਰੀ ਇੱਕ ਬੰਨੇ ਹੋ ਗਿਆ, ਉਹਨਾਂ ਨੇ ਫਿਰ ਇਹਨਾਂ ਦਾ ਸਫਾਇਆ ਕਰ ਦਿੱਤਾ, ਪਰ ਪੂਰੀ ਤਰ੍ਹਾਂ ਸਫਾਇਆ ਨਹੀਂ ਹੋਇਆ। ਅਖੀਰ ਐਂਡ ਤੇ ਆ ਕੇ ਉਹਨਾਂ ਨੂੰ ਸਮਝੌਤਾ ਕਰਨਾ ਪਿਆ। ਹੁਣ ਆਉਣ ਵਾਲੇ ਸਮੇਂ 'ਚ ਪਿਕਚਰ ਬੜੀ ਕਲੀਅਰ ਹੋ ਜਾਏਗੀ ਕਿ ਤਾਲਿਬਾਨ ਜਿਹੜਾ ਉਹ ਕੱਲਾ ਅਮਰੀਕਾ ਦੇ ਇਸ਼ਾਰੇ ਤੇ ਚੱਲਦਾ ਕਿ ਜਾਂ ਉਹ ਚਾਈਨਾ ਦੇ ਇਸ਼ਾਰੇ ਤੇ ਚੱਲਦਾ। ਹੁਣ ਇੱਕ ਚੀਜ਼ ਹੋਰ ਦੇਖਣ ਵਾਲੀ ਆ ਕਿ ਅਮਰੀਕਾ ਜਿਹੜਾ ਉਹਨੇ ਇੱਕ ਦਬਕਾ ਮਾਰਿਆ, ਇੱਕ ਦਬਕੇ ਦੇ ਨਾਲ ਉਹਦੇ ਸੈਨਿਕ ਜਿਹੜੇ ਸੀ ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਕਾਬਲ 에ਅਰਪੋਰਟ ਸੀਗਾ ਉਹ ਆਪਣੇ ਕਬਜ਼ੇ 'ਚ ਲੈ ਲਿਆ। ਸੱਤਾ ਕਿਹਦੇ ਕੋਲੇ ਆ? ਤਾਲਿਬਾਨ ਕੋਲੇ।
लेकिन एयरपोर्ट की दे अमरीका दे कब्जे च। ਇਹਦਾ मतलब भी तालिबान अजे भी अमरीका नाल मत्था जां ਉਹਦੀ फौज नाल मत्था लाउण तो घबरा ਰਿਹਾ। ਉਹ लड़ाई नहीं चाਹੁੰਦਾ। ਉਹਨਾਂ ਨੂੰ पता जे लड़ाई ला ली किते पहला वाला हाल ना होवे, कौन सत्ता साडे हत्थ आई है, किते असीं सत्ता तो ही वेरवे हो जाइए। हो सकदा कोई इदां दी कवैत ना करे, पर कुल मिला के आ कि जे ये कुछ चलिया कल नूं आउण वाला समा जिहड़ा ਉਹ तय करेगा दोवां धिरां चों किधर जाना ते किधर नहीं जाना। ते अगली गल ਜਿਹੜੀਆਂ ਇਹਨਾਂ ਦੇ ਅਲੱਗ-ਅਲੱਗ ਗਰੁੱਪ ਨੇ, ਜੇ ਤਾਂ ਸੰਗਠਨ ਹੋ ਕੇ ਚੱਲ ਪਏ ਕਿਸੇ ਇੱਕ ਏਜੰਡੇ ਦੇ ਉੱਤੇ ਆ ਕੇ ਸਾਰੇ ਸਮਝੌਤੇ ਤਹਿਤ ਚੱਲ ਪਏ ਵੀ ਆਹ ਸਾਂਝਾ ਏਜੰਡਾ ਇਹਨੂੰ ਮੁੱਖ ਰੱਖ ਕੇ ਇਸ ਤਰੀਕੇ ਨਾਲ ਸੱਤਾ ਦੇ ਵਿੱਚ ਆ ਜਾਈਏ। ਇਹ ਨਾ ਹੋਵੇ ਕਿ ਕੱਲ ਨੂੰ ਤਾਲਿਬਾਨ ਜਿਹੜਾ ਉਹ 4 ਧੜਿਆਂ 'ਚ ਵੰਡਿਆ ਜਾਵੇ ਤੇ 4 ਧੜੇ ਅਲੱਗ-ਅਲੱਗ ਚੋਣ ਲੜਨ ਤੇ ਫਿਰ ਉਹਦੇ 'ਚ ਇੱਕ ਦੂਜੇ ਦੀ ਖਿੱਚਾਤੂਈ ਹੋਵੇ ਤੇ ਕਿਸੇ ਕੰਡੇ ਨਾ ਲੱਗੇ। ਇਹ ਹਾਲਾਤਾਂ ਵੀ ਮੋਸਟਲੀ ਕੀ ਹੁੰਦੀਆਂ ਜਦੋਂ ਧਰਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਹੋਣ, ਉਹਨਾਂ 'ਚ ਇਹ ਅੜਚਣਾਂ ਜ਼ਿਆਦਾ ਆਉਂਦੀਆਂ ਨੇ। ਜਦੋਂ ਧਰਮ ਦਾ ਏਜੰਡਾ ਨਾ ਹੋਵੇ ਫਿਰ ਅੜਚਣਾਂ ਜਿਹੜੀਆਂ ਖਤਮ ਹੁੰਦੀਆਂ ਨੇ। ਖਾਸ ਕਰਕੇ ਜਿਹੜੇ ਜਿਹਾਦੀ ਨੇ ਇਹਨਾਂ ਦੇ ਵਿੱਚ ਇਹ ਕੁਛ ਆਉਂਦਾ, ਕਿਉਂਕਿ ਇਹਨਾਂ ਦਾ ਹੁਣ ਤੱਕ ਕੀ ਆ ਕਿ ਇਹ ਲੜ ਮਰਨ ਨੂੰ ਤਿਆਰ ਰਹਿੰਦੇ ਆ। ਪਰ ਮੈਂ ਇੱਕ ਗੱਲ ਸਵੇਰੇ ਕਹੀ ਸੀ ਕਿ ਮੈਂ ਵੀਡੀਓ ਇਹਨਾਂ ਦੇ ਵਿਆਹਾਂ ਦੀਆਂ ਦੇਖੀਆਂ, ਔਰ ਉਸ ਵੇਲੇ ਦੇਖਿਆ ਜਦੋਂ ਅਮਰੀਕਾ ਨੇ ਇਹਨਾਂ ਦੇ ਪੂਰੇ ਤਾਲਿਬਾਨ ਨੂੰ ਜਿਹੜਾ ਖੰਡੇੜ ਦਿੱਤਾ ਸੀ, ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ। ਪਹਾੜੀ ਖੇਤਰ ਦੇ ਵਿੱਚ ਵਿਆਹ ਹੋ ਰਹੇ ਨੇ, ਵਿਆਹ ਦੇ ਵਿੱਚ ਇੱਕ ਇੰਨੀ ਗੋਲੀ ਚਲਾਈ ਜਾ ਰਹੀ ਆ, ਬਰਾਤ ਆ ਰਹੀ ਆ, ਬਰਾਤ ਚਲਾ ਰਹੀ ਆ, ਲੜਕੀ ਵਾਲੇ ਚਲਾ ਰਹੇ, ਅੰਧਾ ਧੁੰਦ ਹਵਾਈ ਫਾਇਰਿੰਗ ਆ। ਠੀਕ ਹੈ, ਨੀਚੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੈ। ਜੇ ਉਹ ਡਿਸਿਪਲਿਨ 'ਚ ਰਹਿ ਕੇ ਸਾਰਾ ਕੁਝ ਕਰ ਸਕਦੇ ਆ, ਫਿਰ ਸਾਡੇ ਵਾਲਿਆਂ ਨਾਲ ਤਾਂ ਲੱਖ ਗੁਣਾ ਚੰਗੇ ਆ। ਫਿਰ ਜਿੰਨਾ ਉਹ ਲੜੇ ਨੇ ਉਹਦੀ ਵੀ ਤਾਂ ਮਿਸਾਲ ਦੇਣੀ ਪਏਗੀ ਨਾ। ਛੋਟੀ ਗੱਲ ਅਮਰੀਕਾ ਆ ਕੇ ਉਹਨਾਂ ਦੇ ਦੇਸ਼ ਤੇ ਕਬਜ਼ਾ ਕਰਦਾ ਔਰ ਫਿਰ ਉਹ ਲੜਦੇ ਤੁਰੇ ਜਾ ਰਹੇ ਨੇ। ਲੜਾਕੇ ਤਾਂ ਬਹੁਤ ਨੇ। ਖੈਰ ਇਸ ਸਾਰੀ ਹਿਲਜੁਲ ਦਾ ਅਸਰ ਕਿਤੇ ਨਾ ਕਿਤੇ ਸਾਡੇ ਖਿੱਤੇ ਤੇ ਵੀ ਪਵੇਗਾ, ਖਾਸ ਕਰਕੇ ਕਿਉਂਕਿ ਇਲੈਕਸ਼ਨ ਈਅਰ ਹੈ। 5 ਯੂਪੀ ਤੇ ਪੰਜਾਬ, ਇਹ ਖਿੱਤਾ ਉੱਤਰਾਖੰਡ ਆ, ਭਾਵੇਂ ਇਹ ਮਜ਼ਹਬ ਆਧਾਰਿਤ ਸਿਆਸਤ ਦੀਆਂ ਜੜ੍ਹਾਂ ਨੇ ਇਹ ਖਿੱਤਾ, ਤੇ ਮੁਸਲਿਮ ਤੇ ਹਿੰਦੂ ਵੋਟ ਵੀ ਇਸ ਦੇ ਵਿੱਚ ਕਾਊਂਟ ਹੁੰਦੀ ਹੈ। ਪੰਜਾਬ ਦੇ ਵਿੱਚ ਸਿੱਖ ਹਿੰਦੂ ਮੁਸਲਿਮ ਦਾ ਜਿਹੜਾ ਟ੍ਰਾਇੰਗਲ ਹਮੇਸ਼ਾ ਚੱਲਦਾ ਹੈ। ਪੰਜਾਬ ਦੇ ਵਿੱਚ ਅਫਰਾ ਤਫਰੀ, ਬੰਬ ਬਲਾਸਟ, ਅਰਾਜਕਤਾ, ਅੱਤਵਾਦ, ਇਹ ਮੁੱਦੇ ਨੇ। ਇਹਨਾਂ ਦਾ ਸਿੱਧਾ ਤਾਲੁਕ ਪਾਕਿਸਤਾਨ ਦੀ ਸਿਆਸਤ, ਭਾਰਤ ਦੀ ਸਿਆਸਤ ਨਾਲ ਜੁੜਦਾ ਹੈ। ਹੁਣ ਜਿਸ ਤਰ੍ਹਾਂ ਉਹ ਰਿਜਵੀ ਮੌਲਵੀ ਸੀ, ਚਲੋ ਅੱਲਾ ਮੀਆਂ ਦੀ ਗੋਦ ਚਲਿਆ ਗਿਆ, ਪਤਾ ਨਹੀਂ ਕਿੱਥੇ ਹੁਣ ਉਹ ਹੂਰਾਂ ਜਾਂ ਨਾ ਜਿਹੜੀਆਂ ਨੇ ਸ਼ਾਇਦ ਚੱਖਦਾ ਹੋਣਾ। ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਦੁਬਾਰਾ ਉਹਨਾਂ ਨੂੰ ਇੰਡੀਆ ਤੇ ਆਉਣ ਦੀ ਖੇਚਲ ਨਾ ਹੋ ਪਵੇ, ਦੁਨੀਆ ਤੇ ਉੱਥੇ ਹੀ ਰਹਿਣ। ਉਹ ਰਿਜਵੀ ਦਾ ਜਿਹੜਾ ਲਾਣਾ ਸੀ, ਜਿਹੜਾ ਇਹ ਬਰੇਲਵੀ ਭਾਈਚਾਰੇ ਦੇ ਕੁਝ ਕੁ ਲੋਕ ਨੇ, ਇਹ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਜਿਹੜਾ ਹੈਗਾ ਕਾਊਂਟਰ ਕਰਦੇ ਨੇ, ਨਿੰਦਦੇ ਨੇ। ਅੱਜ ਫੇਰ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੀਜੀ ਵਾਰੀ ਭੰਨ ਤੋੜ ਕੀਤੀ ਗਈ ਹੈ। ਪਾਕਿਸਤਾਨ ਦੇ ਸੂਚਨਾ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਇਹਨਾਂ ਫਸਾਦੀਆਂ ਨੂੰ ਟਵਿੱਟਰ ਤੇ ਤਾੜਿਆ ਵੀ ਹੈ ਕਿ ਇਹ ਸ਼ਰਮਨਾਕ ਕਾਰਾ ਜਾਹ ਲੋਕਾਂ ਦਾ। ਉਹ ਨਹੀਂ ਜਾਣਦੇ ਕਿ ਉਹਨਾਂ ਦੀਆਂ ਇਹਨਾਂ ਹਰਕਤਾਂ ਦੇ ਨਾਲ ਪਾਕਿਸਤਾਨ ਦਾ ਅਕਸ ਦੁਨੀਆ 'ਚ ਖਰਾਬ ਹੋ ਰਿਹਾ। ਇਹ ਜਿਹੜੀ ਕੱਟੜ ਪਾਰਟੀ ਤਹਿਰੀਕ-ਏ-ਲਬਾਇਕ ਪਾਕਿਸਤਾਨ ਹੈ, TLP, ਇਹਨਾਂ ਦੇ ਮੈਂਬਰਾਂ ਨੇ ਲਾਹੌਰ ਦੇ ਕਿਲੇ 'ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਨੂੰ ਤੋੜਿਆ ਤੀਜੀ ਵਾਰੀ। ਪਹਿਲਾਂ ਵੀ ਰੌਲਾ ਪਿਆ ਸੀਗਾ। ਸਰਕਾਰ ਕਵਰੇਜ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇਸ ਟਵਿੱਟਰ ਤੇ ਸਾਂਝੀ ਕੀਤੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਬੁੱਤ ਨੂੰ ਨੁਕਸਾਨ ਪਹੁੰਚਾ ਰਿਹਾ, ਯਾਨੀ ਤੋੜਨ ਤੋਂ ਬਾਅਦ ਇਹ ਜਿਹੜਾ ਉਸ ਨੂੰ ਪ੍ਰਸਾਰ ਵੀ ਕਰਦੇ ਨੇ ਕਿ ਅਸੀਂ ਤੋੜ ਰਹੇ ਹਾਂ। ਜੂਨ 2019 ਦੇ ਵਿੱਚ ਵੀ ਲਾਹੌਰ ਦੀ ਮਾਈ ਜਿੰਦਾਂ ਦੀ ਹਵੇਲੀ 'ਚ ਇਸ ਬੁੱਤ ਦਾ ਉਦਘਾਟਨ ਕੀਤਾ ਗਿਆ ਸੀਗਾ। ਤੇ ਕੀ ਮਹਿਸੂਸ ਕਰਦੇ ਹੋ ਕਿ ਭਾਰਤ ਤੇ ਪਾਕਿਸਤਾਨ, ਖਾਸ ਕਰਕੇ ਸਿੱਖ ਅਤੇ ਮੁਸਲਮਾਨ ਜਿਹੜੀ ਸਿਆਸਤ ਹੈ, ਜੋ ਪਿਛਲੇ ਸਮੇਂ ਦੇ ਵਿੱਚ ਮਿਲਾਪ ਥੋੜਾ ਜਿਹਾ ਜ਼ਿਆਦਾ ਹੀ ਵਧਿਆ, ਉਹ ਕੁਝ ਕੱਟੜ ਹਿੰਦੂ ਲੌਬੀ ਨੂੰ ਇਹ ਪਸੰਦ ਵੀ ਨਹੀਂ ਹੈ। ਇਸ ਕਵੈਦ ਨੂੰ ਕਿਵੇਂ ਸਿਆਸੀ ਆਧਾਰ ਤੇ ਵੇਖ ਰਹੇ ਹੋ, ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਫਿਰ ਠੇਸ ਪੁੱਜੇਗੀ ਇਸ ਦੇ ਨਾਲ? ਸੁਰਿੰਦਰ ਜੀ, ਦੇਖੋ, ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਇਸ ਵਕਤ ਅਸੀਂ ਪਾਕਿਸਤਾਨ ਤੇ ਇੰਡੀਆ ਨੂੰ ਦੋਨਾਂ ਨੂੰ ਲੈ ਲਈਏ ਜੀ, ਅਫਗਾਨਿਸਤਾਨ ਤੇ ਬਾਕੀ ਸਾਰਾ ਕੁਝ ਵੱਖਰਾ ਕਰ ਦਈਏ। ਦੋਨਾਂ ਕੰਟਰੀਆਂ ਨੂੰ ਜਦੋਂ ਲੈਂਦੇ ਆ ਤੇ ਸਾਨੂੰ ਤਿੰਨਾਂ ਦੀ ਗੱਲ ਕਰਨੀ ਪਏਗੀ। ਤਿੰਨਾਂ ਦੇ ਵਿੱਚ ਅਜਿਹੇ ਫਸਾਦੀ ਪਏ ਨੇ ਜਿਨ੍ਹਾਂ ਨੇ ਰੋਜ਼ ਹੀ ਟਿੰਡ 'ਚ ਕਾਨਾ ਪਾ ਕੇ ਰੱਖਣਾ। ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਜੇ ਅਸੀਂ ਕਹਿ ਦਈਏ ਕਿ ਸਾਰੇ ਹਿੰਦੂ ਜਿਹੜੇ ਆ ਉਹ ਮਾੜੇ ਆ, ਹਿੰਦੂਆਂ 'ਚ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੇ ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹੀ ਜਿਹੜੀ ਉਹ ਹਰਕਤ ਕਰਨੀ ਆ
ਜਿਹਦੇ ਨਾਲ ਕਿ ਮੁਸਲਮਾਨ ਜਿਹੜੇ ਆ ਉਹਨਾਂ ਦੇ ਹਿਰਦੇ ਜਿਹੜੇ ਵਲੂੰਦਰੇ ਜਾਣ ਜੀ ਜੀ, ਤੇ ਕਿਤੇ ਨਾ ਕਿਤੇ ਉਹਨੂੰ ਚੋਣ ਮੁੱਦਾ ਜਿਹੜਾ ਉਹ ਬਣ ਜਾਵੇ ਕੱਲ ਨੂੰ, ਕਿਉਂਕਿ ਜਦੋਂ ਮੁਸਲਮਾਨਾਂ ਦੇ ਵਿਰੁੱਧ ਹੋਏਗੀ, ਮੁਸਲਮਾਨ ਕੋਈ ਨਾ ਕੋਈ ਉਹਦੇ ਤੇ ਐਕਸ਼ਨ ਕਰਨਗੇ ਤੇ ਫਿਰ ਉਹ ਚੋਣ ਮੁੱਦਾ ਬਣ ਜਾਊਗਾ। ਇਹੀ ਕੁਛ ਮੁਸਲਮਾਨਾਂ 'ਚ ਬਹੁਤ ਸਾਰੇ ਨੇ ਜਿਹੜੇ ਇਹ ਕੁਛ ਕਰਦੇ ਨੇ, ਇਹੀ ਕੁਛ ਸਿੱਖਾਂ 'ਚ ਵੀ ਆ। ਜੇ ਕਹਿ ਦਈਏ ਸਿੱਖ ਘੱਟ ਨੇ, ਸਿੱਖ ਵੀ ਘੱਟ ਨਹੀਂ। ਵੈਸੇ ਸੁਰਿੰਦਰ ਵੀਰ, ਮੰਦਰਾਂ ਦਾ 2 ਦਾ ਨੁਕਸਾਨ ਹੋਇਆ। ਪਾਕਿਸਤਾਨ ਸਰਕਾਰ ਨੇ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਕੀਤਾ। ਇੱਥੇ ਸਾਡੇ ਵੀ ਹੈਗੇ ਸਿਰ ਪਰੇ, ਸਿੱਖਾਂ 'ਚ ਵੀ ਹੈਗੇ, ਹਿੰਦੂਆਂ 'ਚ ਵੀ ਹੈਗੇ, ਮੁਸਲਮਾਨਾਂ 'ਚ ਵੀ ਹੈਗੇ, ਪਰ ਆਵਾਮ ਥੋੜਾ ਮੈਨੂੰ ਲੱਗਦਾ ਸੁਚੇਤ ਹੋ ਰਿਹਾ। ਪਰ ਇਹਨਾਂ ਦੀ ਨਕਲੋ ਹਰਕਤ ਹੈ ਨਾ, ਜਿਹੜੀਆਂ ਨਾਪਾਕ ਹਰਕਤਾਂ ਲਗਾਤਾਰ ਜਾਰੀ ਨੇ, ਰੁਕ ਨਹੀਂ ਰਹੀਆਂ। ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਆਪਣੇ ਨਾਲ ਇਸ ਵਕਤ ਸ਼ੇਰਗਿੱਲ ਸਾਹਿਬ ਜੁੜ ਚੁੱਕੇ ਨੇ ਮੋਹਾਲੀ ਤੋਂ। ਸ਼ੇਰਗਿੱਲ ਜੀ, ਸਵਾਗਤ ਹੈ ਤੁਹਾਡਾ, ਵੈਲਕਮ। ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ, ਅਸੀਂ ਤਾਂ 70 ਸਾਲ ਤੋਂ ਤਾਲੀਬਾਨ ਦਾ ਰੋਗ ਚੱਲ ਰਿਹਾ ਜੀ। ਸਾਡੇ ਤਾਂ ਜੀ ਦੇਖੋ, ਜਿੰਨੇ ਪੋਲੀਟੀਸ਼ੀਅਨ ਹੈ, ਬਕਾਊ ਮੀਡੀਆ, ਸਰ ਮੈਂ ਸਾਰੇ ਨਹੀਂ ਕਹਿੰਦਾ, ਬਕਾਊ ਮੀਡੀਆ, ਜਿੰਨਾ ਬਕਾਊ ਮੀਡੀਆ ਹੋ ਗਿਆ ਉਹ ਸਰ ਤਾਲੀਬਾਨ ਦੇ ਰੂਪ ਧਾਰਿਆ ਹੋਇਆ। ਅਸੀਂ ਜਨਤਾ ਇੱਕ ਬਹੁਤ ਸੌਫਟ ਨਰਮ, ਤੇ ਅਸੀਂ ਹਰ ਇੱਕ ਚੀਜ਼ ਖਰੀਦਦੇ ਦੇਸ਼ ਦੇ ਵਿੱਚ, ਅਸੀਂ ਹਰ ਚੀਜ਼ ਤੇ ਟੈਕਸ ਦਿੰਦੇ ਹਾਂ। ਅਸੀਂ ਦੇਸ਼ ਨੂੰ ਚਲਾਉਣ ਵਾਸਤੇ ਟੈਕਸ ਦਿੰਦੇ ਹਾਂ। ਪਰ ਜਿਹੜੇ ਤਾਲੀਬਾਨ ਨੇ 5,88,000 ਤੇ ਜਿਹੜਾ ਕੁਛ ਮੀਡੀਆ ਬਕਾਊ ਹੈ, ਇਹ ਆਪਣੀਆਂ ਰੋਟੀਆਂ ਸੇਕ ਕੇ ਬਾਕੀ ਜਿਹੜੀ ਅਨਪੜ੍ਹ ਜਨਤਾ ਨੂੰ ਮੂਰਖ ਬਣਾ ਰਿਹਾ। ਅਸੀਂ ਤਾਂ ਸਰ ਇਹ ਤਾਲੀਬਾਨ ਨੂੰ 70 ਸਾਲ ਤੋਂ ਚੱਲ ਰਹੇ ਹੈ। ਅਫਗਾਨਿਸਤਾਨ ਤਾਂ ਹੁਣ ਆਇਆ, ਚਲੋ ਜੋ ਆਇਆ, ਜੇ ਕੰਮ ਚੰਗਾ ਕਰੂਗਾ ਠੀਕ ਹੈ ਤਾਂ ਅਗਲਿਆਂ ਨੂੰ ਜੇਲ੍ਹ ਮਿਲੂਗੀ, ਜੇ ਕੰਮ ਗਲਤ ਕਰੂਗਾ ਤਾਂ ਅੱਗੇ ਉਹਦਾ ਬਾਈਕਾਟ ਹੋ ਜਾਊਗਾ। ਨੰਬਰ 2, ਮੈਂ ਇਹ ਕਹਿਣਾ ਵੀ ਪੰਜਾਬ ਦੇ ਵਿੱਚ 4 ਬੰਦੇ ਮੁੱਖ ਮੰਤਰੀ ਵਾਸਤੇ ਲੜ ਰਹੇ ਨੇ। ਹੈਲੋ ਸ਼ੇਰਗਿੱਲ ਜੀ, ਗੱਲ ਜਾਰੀ ਰੱਖੋ। 4 ਬੰਦੇ ਮੁੱਖ ਮੰਤਰੀ ਲੜ ਰਹੇ ਨੇ, ਆਪਣਾ ਸਿੱਧੂ ਤੇ ਆਪਣਾ ਮਜੀਠੀਆ, ਸੁਖਬੀਰ ਬਾਦਲ, ਭਗਵੰਤ ਮਾਨ। ਇਹਨਾਂ ਨੂੰ 4 ਨੂੰ ਜਿਹੜਾ ਖਲੀ ਦਾ ਰਿੰਗ ਬਣਾਇਆ ਹੋਇਆ ਆਪਣਾ ਜਲੰਧਰ ਦੇ ਵਿੱਚ, ਉਹਦੇ ਵਿੱਚ ਛੱਡ ਦੋ। ਜਿਹੜਾ ਜਿਉਂਦਾ ਆ ਗਿਆ ਉਹਨੂੰ ਆਪਾਂ ਮੁੱਖ ਮੰਤਰੀ ਮੰਨ ਲਾਂਗੇ, ਖਰਚਾ ਕਰਨ ਦੀ ਲੋੜ ਨਹੀਂ ਸਰ। ਥੈਂਕ ਯੂ, ਮਿਹਰਬਾਨੀ। ਵੈਸੇ ਹੋਣਾ ਤਾਂ ਏਦਾਂ ਹੀ ਚਾਹੀਦਾ। ਕੀ ਕਹਿ ਸਕਦੇ ਹਾਂ ਹੁਣ, ਕਿਹੜਾ ਜੋ ਨਵਜੋਤ ਸਿੱਧੂ, ਭਗਵੰਤ ਮਾਨ, ਸੁਖਬੀਰ ਬਾਦਲ ਤੇ ਕੈਪਟਨ ਕਹਿੰਦੇ 4 CM ਬਣਨਾ ਚਾਹੁੰਦੇ ਨੇ, ਇਹਨਾਂ ਦੀ ਕੁਸ਼ਤੀ ਲਵਾ ਦਿਓ। ਕਪਤਾਨ ਸਾਹਿਬ ਤਾਂ ਵਿਚਾਰੇ ਰਗੜੇ ਜਾਣਗੇ ਪਹਿਲੇ ਝੜ ਕੇ। ਸੁਖਬੀਰ, ਸਿੱਧੂ ਤੇ ਭਗਵੰਤ ਕੰਮ ਬਰਾਬਰ ਜਿਹੀ ਆ ਸੁਰਿੰਦਰ ਵੀਰ। ਜਿਵੇਂ ਸ਼ੇਰਗਿੱਲ ਹੋਰਾਂ ਨੇ ਆਖਿਆ ਕਿ ਜਿਵੇਂ ਪਹਿਲਾਂ ਰਾਜੇ ਨਾਲ ਰਾਜਾ ਲੜੇ, ਪ੍ਰਜਾ ਕਿਉਂ ਮਰੇ, ਹੈ ਨਾ, ਨਾਲੇ ਸਸਤਾ ਸੌਦਾ। ਇਹਨਾਂ ਦੇ 4 ਦੀ ਜੇ ਰੈਸਲਿੰਗ ਹੋ ਜਾਏ ਕੀ ਮਹਿਸੂਸ ਕਰਦੇ ਹੋ? ਸਭ ਤੋਂ ਦੁੱਖ ਤਾਂ ਕੈਪਟਨ ਸਾਹਿਬ ਦਾ ਹੋਊਗਾ, ਉਹਦੇ ਢਿੱਡ ਤੇ ਕਿਵੇਂ ਕੁਤਕਤਾੜੀਆਂ ਕਰਕੇ ਭੱਜਿਆ ਕਰਨਗੇ। ਨਹੀਂ, ਰੈਫਰੀ ਦਾ ਕੰਮ ਵੀ ਸ਼ੇਰਗਿੱਲ ਸਾਹਿਬ ਨੂੰ ਦੇਣਾ ਪੈਣਾ ਫਿਰ ਆਪਾਂ ਨੂੰ, ਠੀਕ ਹੈ ਨਾ, ਵੀ ਇਹ ਜ਼ਿੰਮੇਵਾਰੀ ਤੁਸੀਂ ਸਾਂਭੋ। ਰੈਫਰੀ ਤਾਂ ਪਬਲਿਕ ਹੋਵੇ, ਜਿਹੜਾ ਉਹਨਾਂ ਕੋਲ ਨਾ ਉਹ ਚਾਹੀਦੀਆਂ ਨਹੀਂ, ਜਿਹੜਾ ਬਾਹਰ ਨਿਕਲੇ ਉਹਦੀ ਖੋਦ ਮਾਰ ਕੇ ਅੰਦਰ ਚੱਲ। ਗੱਲ ਤਾਂ ਸੁਣੋ, ਪਬਲਿਕ ਤਾਂ ਦੇਖੂਗੀ, ਫਿਰ ਪਬਲਿਕ ਦੇਖੂਗੀ ਨਾ ਵੀ ਰੈਫਰੀ ਦਾ ਕੰਮ ਠੀਕ ਰਿਹਾ ਕਿ ਵਧੀਆ, ਕਿਉਂਕਿ ਮੁੱਦਾ ਸ਼ੇਰਗਿੱਲ ਸਾਹਿਬ ਨੇ ਚੱਕਿਆ, ਤੇ ਫਿਰ ਰੈਫਰੀ ਦਾ ਕੰਮ ਤਾਂ ਸ਼ੇਰਗਿੱਲ ਸਾਹਿਬ ਨੂੰ ਦੇਣਾ ਪਊਗਾ ਨਾ। ਬਾਕੀ ਕਿ ਰਾਜੇ ਨਾਲ ਰਾਜਾ ਲੜੇ, ਪਬਲਿਕ ਕਿਉਂ ਮਰੇ, ਹੈ ਨਾ। ਵੈਸੇ ਭਗਵਾਨ ਇਹ ਤਿੰਨੇ ਨੇ ਨਾ, ਆਪਣਾ ਕੈਪਟਨ ਤਾਂ ਚਲੋ ਫਿਜ਼ੀਕਲੀ ਉਮਰ ਦਰਾਜ ਵੀ ਨੇ, ਅਜੇ ਤੇ CM ਨੂੰ ਵੇਟਿੰਗ ਹੈ, ਬਾਦਲ ਸਾਹਿਬ ਵੀ ਨੇ ਨਾ, ਉਹ ਵੀ ਕਹਿੰਦੇ ਮੈਂ ਵੀ ਉਹਨੂੰ ਉਮਰ ਬੱਚਿਆਂ ਬਜ਼ੁਰਗ ਕਰਕੇ ਛੱਡ ਦਿੱਤਾ ਸ਼ੇਰਗਿੱਲ ਸਾਹਿਬ ਨੇ। ਪਰ ਸੁਖਬੀਰ ਤੇ ਸਿੱਧੂ ਲੱਗਦਾ ਕਿ ਸਿੱਧੂ ਵੀ ਢਿੱਡ ਦਾ, ਸਿੱਧੂ ਦਾ ਵੀ ਬਹੁਤ ਹੈ, ਸਾਹ ਤਾਂ ਉਹਨੂੰ ਵੀ ਬਹੁਤ ਚੜਦਾ, ਤੇ ਸਾਹ ਸੁਖਬੀਰ ਨੂੰ ਵੀ ਬਹੁਤ ਚੜਦਾ, ਤੇ ਸਾਹ ਭਗਵੰਤ ਨੂੰ ਵੀ ਬਹੁਤ ਚੜਦਾ। ਮੈਂ ਕਹਿੰਦੀ ਇਹਨਾਂ ਦੇ ਜੇ ਤੁਸੀਂ ਰੈਸਲਿੰਗ ਕਰਾਉਣੀ ਆ ਤਾਂ ਫਿਰ ਬਾਜੀ ਸਿੱਧੂ ਨੇ ਮਾਰ ਜਾਣੀ ਆ। ਅੱਛਾ, ਹਾਂ, ਇਹ ਤੈਨੂੰ ਕਲੀਅਰ ਕਰ ਦਿਆਂ। ਦੋਨੋਂ ਦੇ, ਚਾਹੇ ਸਿੱਧੂ ਨੂੰ ਤਾਰ ਦੋ, ਜੇ ਪ੍ਰਗਟ ਨੂੰ ਤਾਰ ਦੋ, ਇੱਕ ਗੱਲ ਆ, ਜਿਹੜੇ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਹੋਏ ਆ, ਬਾਜੀ ਉਹਨਾਂ ਚੋਂ ਵੱਜਣੀ ਆ, ਠੀਕ ਹੈ। ਬਾਕੀ ਕਿਸੇ ਚ, ਚਾਹੇ ਬਾਦਲ ਸਾਹਿਬ ਹੋਣ, ਚਾਹੇ ਸੁਖਬੀਰ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਜਿਹੜਾ ਮਰਜੀ ਹੋਵੇ, ਉਹਨਾਂ ਤੋਂ ਬਾਜੀ ਨਹੀਂ ਵੱਜਣੀ ਹੈ। ਬਾਜੀ ਕਿਉਂਕਿ ਜਦੋਂ ਸਪੋਰਟਸ ਨਾਲ ਮਾੜਾ ਨਹੀਂ ਹੈ, ਭਗਵੰਤ ਨੂੰ ਮਾੜਾ ਨਾ ਗਿਣੋ, ਤਕੜਾ ਸਰੀਰ ਦਾ, ਗਠੀਲਾ। ਉਹ ਨਹੀਂ, ਉਹ ਜੋ ਮਰਜੀ ਕਹਿ ਦੋ, ਪਰ ਗੱਲ ਇਹ ਆ ਕਿ ਚਲੋ ਤਾਰੀਫ ਕਰਨੀ ਆ ਤੇ ਕਰਵਾ ਲਓ, ਪਰ ਝੂਠੀ ਨਹੀਂ ਹੋਣੀ। ਗੱਲ ਇਹ ਆ ਮੁੱਕਦੀ, ਉਹ ਇੰਨੇ ਕੋ ਅੱਜ ਵੀ ਦਮ ਖਮ ਚ ਹੈਗੇ ਆ, ਉਹਨਾਂ ਨੇ ਬੋਲੇ ਲੱਗਦਾ। ਭਗਵੰਤ ਤਾਂ ਨਾ, ਜਿਵੇਂ ਸੰਗਰੂਰ ਵਾਲੇ ਕਹਿੰਦੇ ਆ, ਦੰਦੀਆਂ ਵੱਢ ਕੇ ਖਾ ਜੂ। ਗੱਲ ਆ, ਜੇ ਦੰਦੀਆਂ ਵੱਢਣ ਜੋਗਾ ਕੋਈ ਛੱਡੂ ਤਾਂ ਹੀ ਖਾਓਗੇ ਨਾ, ਠੀਕ ਆ। ਵੈਸੇ ਜੱਫਾ ਲਵਾ ਦੇਣਾ ਚਾਹੀਦਾ ਯਾਰ, ਵੈਸੇ ਚੰਗੀ ਗੱਲ ਹੈ ਨਾ। ਚਲੋ ਉਦਾਂ ਲਵਾ ਦੇਵੇ ਵੀ, ਜਿਸਮਾਨੀ ਨੁਕਸਾਨ ਨਹੀਂ ਕਰਨਾ, ਉਦਾਂ ਜੱਫੀ ਲਾ ਲਓ, ਨਾਲ ਐਕਸਰਸਾਈਜ਼ ਹੋ ਜੂਗੀ, ਹੈ ਨਾ, ਬੜੀ TRP ਜਾਊਗੀ ਇਹਨਾਂ ਦੀ।
ਇੰਨਾ ਕਰੋੜਾਂ ਰੁਪਏ ਖਰਚਾ ਕਾਹਨੂੰ ਕਰਨਾ, ਉਹੀ ਪੰਜਾਬ ਦੀ ਭਲਾਈ ਤੇ ਲੱਗ ਜਾਣ ਜਿਹੜਾ ਕਰੋੜਾਂ ਰੁਪਏ ਖਰਚਾ ਕਰਨਾ ਇਹਨਾਂ ਨੇ। ਖੈਰ ਸੁਰਿੰਦਰ ਵੀਰ, ਇਹਦੇ 'ਚ ਜੇ ਆਪਾਂ ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਵੱਲੋਂ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵਿੱਚ ਕੀ ਕੁਛ ਚੱਲ ਰਿਹਾ, ਫਿਰ ਜਾਂਦੇ ਜਾਂਦੇ ਦਿੱਲੀ ਸਿਆਸਤ ਤੇ ਕਿਸਾਨਾਂ ਦੀ ਗੱਲ ਕਰਾਂਗੇ, ਸਮਾਪਤੀ ਕਰਾਂਗੇ ਅੱਜ ਥੋੜਾ ਜਿਹਾ ਜਲਦੀ ਜੀ। ਦੇਖੋ ਇੱਕ ਜਿਹੜੀ ਹੋਰ ਅਪਡੇਟ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਉਹ ਮੁੰਡੇ ਆਪਦੇ ਤੋਂ ਵੱਡਾ ਇਕੱਠ ਕਰਾਉਂਦਾ, ਵੱਡੇ ਇਕੱਠ 'ਚ ਆਪ ਘਰੇ ਬੈਠਦਾ, ਮੰਗ ਕਰਦਾ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਮਿਲਣੀ ਚਾਹੀਦੀ ਆ। ਠੀਕ ਹੈ, ਸੁੱਚਾ ਸਿੰਘ ਲੰਗਾਹ ਨਾਲ ਹੀ ਕਹਿੰਦਾ ਜੀ ਮੈਂ ਤਾਂ ਰੋਜ਼ ਮਾਫੀ ਮੰਗਦਾ, ਮੈਂ ਤੇ ਲਕੀਰਾਂ ਕੱਢ ਕੇ ਵੀ ਮੰਗ ਰਿਹਾ, ਹੱਥ ਜੋੜ ਕੇ ਵੀ ਮੰਗ ਰਿਹਾ, ਮੇਰਾ ਆਖਰੀ ਸਮਾਂ, ਮੈਨੂੰ ਮਾਫੀ ਦੇ ਦਿਓ। ਪੱਤਰਕਾਰ ਕਹਿੰਦੇ ਜੀ ਤੁਸੀਂ ਚੋਣ ਲੜੋਗੇ? ਪਹਿਲਾਂ ਚੋਣਾਂ ਦਾ ਬਾਅਦ 'ਚ ਸੋਚਾਂਗੇ, ਜੇ ਮਾਫੀ ਮਿਲੇਗੀ, ਜੇ ਮਾਫੀ ਨਹੀਂ ਮਿਲੇਗੀ ਤੇ ਫੇਰ ਕੀ ਆ। ਕਹਿੰਦੇ ਜੇ ਮਾਫੀ ਨਾ ਮਿਲੀ, ਕਹਿੰਦਾ ਫਿਰ ਜੇ ਮਾਫੀ ਨਾ ਮਿਲੀ ਫੇਰ ਤੇ ਜਿਨ੍ਹਾਂ ਨੇ ਲੜਦੀਆਂ ਉਹ ਚੋਣਾਂ ਲੜਨਗੇ, ਮੈਂ ਥੋੜੀ ਲੜੂੰਗਾ। ਠੀਕ ਹੈ, ਹੁਣ ਉਹਦੇ ਨਾਲ ਹੀ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਅਕਾਲੀ ਦਲ ਦਾ ਗੁਰਬਚਨ ਸਿੰਘ ਬੱਬੇ ਆਲੀ ਆ, ਉਹ ਨਾਲ ਦੀ ਨਾਲ ਹੀ ਇਹਨਾਂ ਦਾ ਜਿਹੜਾ ਰੈਵਲ ਆ ਉਹਦੇ ਤੋਂ ਉੱਥੇ ਰੈਲੀ ਬਰਾਬਰ ਕਰਵਾ ਦਿੰਦਾ। ਉਧਰ ਸੁਖਵੀਰ ਸਿੰਘ ਬਾਦਲ ਉੱਠਦਾ, ਉਹ ਸੁੱਚਾ ਸਿੰਘ ਛੋਟੇਪੁਰ ਨੂੰ ਚੋਗਾ ਪਾ ਦਿੰਦਾ ਕਿ ਆ ਜਾਓ ਛੋਟੇਪੁਰ ਸਾਹਿਬ, ਹੁਣ ਤੁਹਾਡੀ ਲਾਟਰੀ ਕੱਢਣ ਲੱਗੇ ਆ। ਠੀਕ ਹੈ, ਕਿਸੇ ਟਾਈਮ ਛੋਟੇਪੁਰ ਜਿਹੜਾ ਭਾਵੇਂ 2002 'ਚ ਆਜ਼ਾਦ ਜਿੱਤ ਕੇ ਆਇਆ ਸੀ, ਪਰ 1985 'ਚ ਉਹ ਅਕਾਲੀ ਦਲ ਵੱਲੋਂ ਜਿੱਤਿਆ ਹੋਇਆ ਸੀ। 1980 'ਚ ਉਹਨੂੰ ਟਿਕਟ ਨਹੀਂ ਸੀ ਦਿੱਤੀ ਗਈ। 1977 'ਚ ਵੀ ਮੰਗਦਾ ਸੀ, ਚਲੋ 1977 ਤਾਂ ਹਾਲਾਤ ਹੋਰ ਸੀ ਕਿ ਉਹਦੇ ਜਥੇਦਾਰ ਮੋਹਨ ਸਿੰਘ ਤੋੜ ਬੈਠੇ ਸੀਗੇ, ਉਸ ਵੇਲੇ ਨਹੀਂ ਸੁਣੀ ਗਈ ਕਿਉਂਕਿ ਮੋਹਨ ਤੋੜ ਸਾਹਿਬ ਦਾ ਜਵਾਈ ਆ ਉਹ, ਉਸ ਵੇਲੇ ਉਹਦੀ ਨਹੀਂ ਸੁਣੀ ਗਈ। 80 ਦੇ ਵਿੱਚ ਵੀ ਉਹਦੀ ਨਹੀਂ ਬਹੁਤੀ ਸੁਣੀ ਗਈ, ਪਰ 1985 'ਚ ਟਿਕਟ ਦਿੱਤੀ, ਉਹ ਚੋਣ ਜਿੱਤਿਆ। ਉਹਦੇ ਬਾਅਦ 1997 'ਚ ਮੰਗਦਾ ਰਿਹਾ, ਅਕਾਲੀ ਦਲ ਨੇ ਨਹੀਂ ਦਿੱਤੀ, ਉੱਥੇ ਸੁੱਚਾ ਸਿੰਘ ਲੰਗਾਹ ਨੂੰ ਬਰਾਬਰ ਤਾਰ ਦਿੱਤਾ ਤੇ ਉਹਨੂੰ ਰੋਲ ਦਿੱਤਾ। ਅੱਜ ਉਹਦੀ ਵੀ ਵਾਰੀ ਜਿਹੜੀ ਆਉਂਦੀ ਲੱਗ ਰਹੀ ਆ ਕਿ ਹੁਣ ਅਕਾਲੀ ਦਲ ਨੂੰ ਉਹਦੀ ਲੋੜ ਪੈ ਗਈ, ਜਿੱਦਾਂ ਜਗਵੀਰ ਸਿੰਘ ਬਰਾੜ ਦੀ ਪੈ ਗਈ। 2010-11 ਦੇ ਵਿੱਚ ਉਹ ਦੁਖੀ ਹੋ ਕੇ ਭੱਜਿਆ ਸੀ, ਕਹਿੰਦਾ ਸੀ ਇਹ ਸਾਡੀ ਸੁਣਵਾਈ ਨਹੀਂ ਕਰਦੇ, ਅਸੀਂ ਚੱਲੇ ਹਾਂ, ਚਲਾ ਗਿਆ। ਉਹਨੇ ਵੀ ਕਾਫੀ ਦੇਰ 11 ਕੁ ਸਾਲ ਬਾਹਰ ਕੱਟ ਲਏ, ਕੱਟ ਕੇ ਉਹਦੀ ਵੀ ਵਾਪਸੀ ਹੋ ਗਈ। ਹੁਣ ਉਸੇ ਤਰ੍ਹਾਂ ਲੱਗਦਾ ਕਿ ਆਉਣ ਵਾਲੇ ਦਿਨ ਜਿਹੜੇ ਆ ਉਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਵੀ ਵਾਪਸੀ ਹੋਏਗੀ ਤੇ ਸ਼ਾਇਦ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਜਿਹੜਾ ਸ਼ੇਵਾ ਸਿੰਘ ਸੇਖਵਾਂ ਵਾਲਾ ਕਾਦੀਆਂ ਹਲਕਾ ਖਾਲੀ ਹੋਇਆ, ਉਸ ਕਾਦੀਆਂ ਹਲਕੇ ਤੋਂ, ਕਿਉਂਕਿ ਉਹਦੇ ਵਿੱਚ ਕੁਝ ਹਲਕਾ ਜਿਹੜਾ ਪੁਰਾਣੇ ਵਾਲਾ ਸੀਗਾ ਸੁੱਚਾ ਸਿੰਘ ਛੋਟੇਪੁਰ ਵਾਲਾ, ਉਹ ਹਲਕਾ ਵੀ ਪੈਂਦਾ ਤੇ ਉਹਨੂੰ ਸਾਰੇ ਨੂੰ ਮਿਲਾ ਕੇ ਹਲਕਾ ਬਣਿਆ ਤੇ ਉਸ ਨੂੰ ਹੋ ਸਕਦਾ ਕਿ ਉੱਥੇ ਲਿਆ ਕੇ, ਕਿਉਂਕਿ ਇੱਕ ਬੰਨੇ ਕਾਹਨੂੰਵਾਲ ਹੁੰਦਾ ਸੀ, ਇੱਕ ਬੰਨੇ ਜਿਹੜਾ ਸੀ ਧਾਰੀਵਾਲ ਹੁੰਦਾ ਸੀ, ਧਾਰੀਵਾਲ ਤੋਂ ਛੋਟੇਪੁਰ ਆਉਂਦੇ ਸੀ ਤੇ ਜਿਹੜਾ ਕਾਹਨੂੰਵਾਲ ਹੁੰਦਾ ਸੀ ਉਧਰੋਂ ਪਹਿਲਾਂ ਸੇਵਾ ਸਿੰਘ ਸੇਖਵਾ ਤੇ ਫਿਰ ਉਹਦੇ ਪਹਿਲਾਂ ਉਹਨਾਂ ਦੇ ਫਾਦਰ ਉਜਾਗਰ ਸਿੰਘ ਸੇਖਵਾ ਹੁੰਦਾ ਸੀ, ਫਿਰ ਸੇਵਾ ਸਿੰਘ ਸੇਖਵਾ ਲੰਬਾ ਸਮਾਂ ਰਿਹਾ। ਹੁਣ ਲੱਗਦਾ ਕਿ ਜਿਹੜਾ ਨਵਾਂ ਹਲਕਾ ਉਹ ਕਾਦੀਆਂ, ਉੱਥੋਂ ਸੁੱਚਾ ਸਿੰਘ ਛੋਟੇਪੁਰ ਨੂੰ ਉਤਾਰਨ ਦੀ ਜਿਹੜੀ ਆ ਉਹ ਅਕਾਲੀ ਦਲ ਪਲਾਨਿੰਗ ਜਿਹੜੀ ਉਹ ਕਰਦਾ ਆ ਰਿਹਾ। ਹੁਣ ਆ ਜਾਈਏ ਕਾਂਗਰਸ ਵੱਲ ਨੂੰ। ਦੇਖੋ ਕਾਂਗਰਸ ਅਜੇ ਉਸੇ ਰਫੜ 'ਚ ਪਈ ਹੋਈ ਆ ਜਿਹੜਾ ਅਫਗਾਨਿਸਤਾਨ 'ਚ ਹੋਇਆ ਕਿ ਪਤਾ ਨਹੀਂ ਰਾਸ਼ਟਰਪਤੀ ਕਿਹਨੇ ਬਣਨਾ। ਇੱਕ ਐਜੂਕੇਸ਼ਨ ਮੰਤਰੀ ਦੀ ਆਈ ਆ ਫੋਟੋ ਸਾਹਮਣੇ, ਮੈਨੂੰ ਨਾਮ ਤਾਂ ਨਹੀਂ ਉਹਦਾ ਲੱਭ ਰਿਹਾ ਕੀ ਆ, ਪਰ ਉਹਦੀ ਫੋਟੋ ਆਈ ਆ ਕਿ ਐਜੂਕੇਸ਼ਨ ਮਿਨਿਸਟਰ ਹੋਏਗਾ। ਤਾਂ ਮੈਨੂੰ ਸੀ ਪਤਾ ਤਾਂ ਕਰ ਲਈਏ ਕਿ ਪੜ੍ਹਿਆ ਕਿੰਨੀਆਂ ਕੋ ਕਲਾਸਾਂ, ਕਿਤੇ ਬਾਅਦ 'ਚ ਪਤਾ ਲੱਗੇ ਕਿ ਮਦਰਸੇ 'ਚ ਵੀ ਨਹੀਂ ਗਿਆ ਕਿ ਐਜੂਕੇਸ਼ਨ ਮਿਨਿਸਟਰ ਬਣਾਤਾ। ਠੀਕ ਹੈ, ਮਤਲਬ ਉਹ ਹਾਲਾਤ ਜਿਹੜੀ ਅਫਗਾਨਿਸਤਾਨ 'ਚ ਮੌਜੂਦਾ ਬਣੀ ਹੋਈ ਆ। ਬਣਾ ਸਕਦੇ ਐਜੂਕੇਸ਼ਨ ਮਿਨਿਸਟਰ ਘੱਟ ਪੜ੍ਹਿਆ ਨੂੰ, ਉਹ ਕਿਉਂ ਨਹੀਂ ਬਣਾ ਸਕਣਗੇ? ਉਹਨਾਂ ਨੂੰ ਤਾਂ ਐਕਸਕਿਊਜ਼ ਹੈ ਕਿ ਹਾਲਾਤ ਨਹੀਂ ਹੈਗੇ, ਉਹਨਾਂ ਦੀ ਮਜਬੂਰੀ ਵੀ ਹੈ, ਉਹਨਾਂ ਨੂੰ ਮਾਫ ਕੀਤਾ ਜਾ ਸਕਦਾ। ਜੇ ਸਾਡੇ ਵਾਲੇ ਹੁਣ ਕਿੰਨੇ ਕੁ ਪੜ੍ਹੇ ਲਿਖੇ ਨੇ ਪੰਜਾਬ ਵਾਲੇ ਜਿਹੜੇ ਬਣਦੇ ਨੇ, ਇੱਕ ਡਾਕਟਰ ਚੀਮਾ ਸੀ, ਇੱਕ ਡਾਕਟਰ ਰੁਪਿੰਦਰ ਕੌਰ ਸੀ, ਬਾਕੀ ਤਾਂ ਮਾਤਾ ਦਾ ਮਾਲ ਵੀ ਰਿਹਾ। ਖੈਰ ਹੈ, ਸਾਡੇ ਇਹਨਾਂ ਭਰਾਵਾਂ ਨੂੰ ਸਪੋਰਟ ਕੀਤਾ ਬਾਈ ਜੀ ਸੁਖੀ ਘੁੰਮਣ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਯੂਨੀਅਨ ਰੈਸਟੋਰੈਂਟ ਦਾ ਕਾਰੋਬਾਰ ਹੈ ਬੇਕਰਸਫੀਲਡ 'ਚ, ਜਿੱਥੇ ਪਹਿਲਾਂ ਟਰੱਕ ਯੂਨੀਅਨ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ, ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲਿਆ ਜਾ ਸਕਦਾ ਹੈ। ਤੇ ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਇੱਥੇ ਤੁਸੀਂ ਟਰੱਕ ਤੋਂ ਆ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500, 6613047500 ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ। ਗੱਲ ਸੁਰਿੰਦਰ ਵੀਰ ਸਿੱਖਿਆ ਦੀ ਹੋ ਰਹੀ ਸੀ, ਜੇ ਸਾਡੇ ਵਾਲਿਆਂ ਨੂੰ ਬਣਾਇਆ ਜਾ ਸਕਦਾ ਤੇ ਫਿਰ ਤਾਲਿਬਾਨ ਨੂੰ ਤਾਂ ਮਾਫ ਕਰਨਾ ਬਣਦਾ, ਕਿਉਂਕਿ ਉਹਨਾਂ ਦੇ ਹਾਲਾਤ ਨਹੀਂ ਰਹੇ। ਕੁਝ ਕਮੈਂਟ ਵੀ ਮੈਂ ਲੈ ਲਾਂ।
अमित अरोड़ा जी थैंक यू साउथ कोरिया तो। मेजर सिंह हरियाणा तो ते हरविंदर सिंह कहते जी लीडर हमेशा जात धर्म के नां ते लोकां नूं लड़ाउंदे ने। बादलों ने हमेशा धर्म के नां ते वोटां लईआं ने, लीडरां दा कोई पुत नहीं मरदा। इस तरह दीआं रंजिशां दे विच अमरिंदर सिंह, मनजीत सिंह ते अमनप्रीत बाई जी सर बराड़ मुक्तसर तो, धर्म सिंह गंढे, गुरनैब सिंह बराड़, रविंदर जोशन, बलदेव सिंह बठिंडा तो, दलवीर सिंह, गुरमीत चाल मनीला तो, पिंटू वालिया नीदरलैंड तो, मक्खन सिंह पुरेवाल अपने सबसक्राइबर भी ने, अवतार सिंह कुलार, परमिंदर सिद्धू, ज्ञान सिंह जी ते सवेर वेले अच्छा सैम चालक पानी गल हो गई इंग्लैंड तो, कुलदीप सिंह ग्रोवर गोनियाना, मनदीप सिंह, प्रविंदर बैदवान, जोरा सिंह सिद्धू, हरविंदर सिंह ते केवल बाई जी बहरीन तो ते धालीवाल बराम ते कमलदीप जी। सुरेंद्र वीर मैं जिक्र किया सी कि सिक्ख्या मंत्री तालिबान वाला तो फिर भाई प्रवान हो जाएगा साडे वाला नूं वेख के जी। सुरेंद्र नहीं मैं उससे ते आउण लगा सी जो तालिबान दी मौजूदा हालात आ पंजाब कांग्रेस दी ते पंजाब सरकार दी वो हालात मौजूदा बनी हुई आ। ठीक है, पता ही नहीं लगता कि किधर नूं जाना, की कुछ होना, मुख्यमंत्री रहना नहीं रहना, कांग्रेस प्रधान दी सुनी जानी नहीं सुनी जानी, मुख्यमंत्री दी सुनी जानी नहीं सुनी जानी, 2022 च टिकटां किहदे मुताबक वंडियां जानियां, किनू जिला प्रधान बनाउणा, किनू लाउणा, की कुछ होना। अजे तक जो तालिबान मतलब अफगानिस्तान की मौजूदा स्थिति आ वो पंजाब की मौजूदा स्थिति नाल बिल्कुल जिहड़ी ओह मैच खांदी। इहदे ते इक उदाहरण जिहड़ी ओह बाद च भी दियांगा। हुण जिहड़ी आम आदमी पार्टी तुसीं गल कीती, आपां ना छोटे हुंदे जो साइकिल नहीं सी चलाउंदे हुंदे, कई वारी पटाका मार जांदी सी ट्यूब जिहड़ी सीगी। ठीक है, ਉਹ फिर आपां कहंदे यार पैंचर ला दिओ, कहंदे नवीं पाउणी पैणी, कहंदे नहीं यार अज नहीं पैसे हैगे यार तू इज्जे कर इहनूं ठीक कर दे। ਉਹ ਕਹਿੰਦਾ ਸੀ ਇਹਦੇ ਅੰਦਰਲੇ ਬੰਨੇ ਵੀ ਪੱਚ ਰੱਖਣਾ ਪੈਣਾ ਜੀ ਇੱਕ। ठीक है, अंदरों पच रखूंगा, अंदरले बने पच रख के एक उपर पैंचर ला के ना ਉਹਦੇ ਉੱਤੇ डबल पैंचर लाऊंगा, तैनूं एक बारी घरे पहुंचदा कर दूं, ਉਹਦੇ बाद कल नूं ट्यूब बदला ली। ठीक है, हुण इन्हां ने ਜਿਹੜਾ पटाका 2017 च मार बैठे सी ना ਉਹ अजे अंदर अजे तक तो इन्हां ने अंदर ਉਹਦੇ पच रखिया ही नहीं। हुण इन्हां नूं याद आई है कि पच रख के चला लीए, ਉਹ ਪੱਚ ਨਾਲੋਂ ट्यूब भी बदल लैण ते चंगे रह जाणगे, टायर भी बदला लैण, साइकिल चलदा हो जू, कुछ ना कुछ बन जू। पंजाब नूं इन्हां ते आसां ने। ठीक है, पर अजे तक उतों तक नहीं पहुंचे। अजे बेचारे वो फटी हुई ट्यूब जिहड़ी ओनू चक के रोज देखी जांदे, इहनूं किहड़े बन्ने पच लाइए ना लाइए, अंदरले बन्ने भी पच रखीए, कल्ला उपरले ना सारीए, ओहदे ते चली जांदे। पर उत्तराखंड च अज पक्का पैंचर लाता केजरीवाल साहब ने। अगले साल जिहड़ियां चोणां होणीਆਂ ने ना, साबका करनल अजय कोठियाल होरां नूं आम आदमी पार्टी का सीएम ऐलान दिता है। अज जिहड़ा केजरीवाल साहब ने ऐलान किया उत्तराखंड दी चोणां दे विच कि करनल अजय कोठियाल सीएम दे उम्मीदवार होणगे। ते कुछ दिन पहला उप मुख्यमंत्री भी इत्थे आए सीगे उत्तराखंड दे विच, दिल्ली वाले, उन्होंने सर्वे किया सी। वैसे वधिया पढ़े लिखे बंदे नूं उतारिया, कुछ ना कुछ तो होएगा। सो पहला भी तुहानूं चेते होना उत्तराखंड तो नाल संबंधित भी एक उड़ान सीरीयल सीगा जिहड़ा चलदा सी, ओहदी IPS सी, ओह पहली IPS सी, मैनूं नाम नहीं याद आ रहा, वो भी इन्हां दी पार्टी च शामिल होई सी हरिद्वार तो, जिहदे ते उड़ान सीरीयल बनिया सी। इंडिया दी फस्ट IPS सी ओह लेडी, मैनूं नाम नहीं याद, वो भी इन्हां ने पार्टी च शामिल कीती सी, पंजाब दी सीगी। ते बाद दे विच फिर ओहनूं इसे तरह नकार दिता सीगा। सो पहलां पढ़िया लिखिया बंदियां ते चकदे ने, पर पंजाब च जे सीएम उतारन बारे साइलेंट ने, उत्तराखंड च उतार दिता आपने सीएम कोठियाल नूं जी। नहीं बिल्कुल मैं उत्तराखंड ते ही आउणा सीगा क्योंकि मैं सारी वीडियो देखी आ। फिर चंगी गल आ, देखो जिथे तारीफ करनी बनदी उत्थे तारीफ करांगे, जिथे आलोचना बनदी उत्थे आलोचना करांगे, क्योंकि साडा हक आ। जे असीं सच्चाई नहीं अज बयान करांगे ते कल नूं सच्चाई सामने आएगी ते फिर किते ना किते सवाल साडे ते भी खड़े होणगे। जिथे चंगा काम जे दिल्ली च कर रहे हो ते प्रशंसा करनी बनदी आ। जे उत्तरांचल दे लई तुसीं नवां एजेंडा लैके आए तो तुहाडी प्रशंसा करनी बनदी आ। पर यही कुछ पंजाब च भी तो कर दिंदे, 2017 च कर दिंदे, 17 नहीं कीता 22 च ही कर दो। चेहरा तो ले आओ, चेहरा कौन होऊगा? किते ये कही जाओ कि चेहरा सिख होएगा, चोणां तो बाद बतावांगे, तो फिर चोणां च ही लोकां ने बताता ही, वो कहंदे सी तुसीं ते बाद च दसोगे, असीं दस देंगे, इस करके लोकां ने पहलां दसता ही। हुण इहदे च ना
ਇੱਕ ਅਪਡੇਟ ਮੇਰੇ ਕੋਲ ਹੁਣੇ ਆਈ ਆ, ਉਹ ਮੈਂ ਥੋੜੀ ਜਿਹੀ ਜਿਹੜੀ ਉਹ ਦੱਸ ਦਿਆਂ। ਉਹ ਕੀ ਆ ਕਿ ਅੱਜ ਪੰਜਾਬ ਸਾਰੇ ਦੇ ਵਿੱਚ ਨਾ ਜਿਹੜੇ ਸਬ ਇੰਸਪੈਕਟਰ ਭਰਤੀ ਕਰਨੇ ਸੀ ਉਹਦੇ ਲਈ ਪਹਿਲੇ ਦਿਨ 17 ਤਰੀਕ ਅੱਜ ਨਾ 1 ਵਜੇ ਤੋਂ 3 ਵਜੇ ਤੱਕ ਆਨਲਾਈਨ ਟੈਸਟ ਹੋਇਆ। ਟੈਸਟ ਲਿਆ ਟਾਟਾ ਕੰਸਲਟੈਂਸੀ ਵਾਲਿਆਂ ਨੇ, ਮਤਲਬ ਟਾਟਾ ਕੰਪਨੀ ਵਾਲੇ ਜਿਹੜੇ ਆ ਨਾ, ਮਤਲਬ ਗੱਡੀਆਂ ਵੀ ਬਣਾਉਂਦੇ ਆ ਪਰ ਟੈਸਟ ਵੀ ਲੈਣ ਲੱਗ ਗਏ ਆ। ਉਹਨਾਂ ਨੇ ਟੈਸਟ ਲਿਆ। ਹੁਣ ਬਾਕੀ ਤਾਂ ਮੇਰੇ ਕੋਲ ਡਿਟੇਲ ਨਹੀਂ ਆਈ ਕਿਉਂਕਿ ਆਨਲਾਈਨ ਟੈਸਟ ਸੀ, ਪਰ ਮੇਰੇ ਕੋਲ ਇੱਕ ਜਿਹੜੀ ਆਈ ਆ, ਮੈਨੂੰ ਹੈਰਾਨਗੀ ਹੋ ਰਹੀ ਆ ਪੰਜਾਬ ਪੁਲਿਸ ਤੇ, ਮੈਨੂੰ ਸੂਬੇ ਦੇ ਮੁੱਖ ਮੰਤਰੀ ਤੇ ਹੋ ਰਹੀ ਆ, ਮੈਨੂੰ ਟਾਟਾ ਵਾਲਿਆਂ ਤੇ ਹੋ ਰਹੀ ਆ। ਉਹਦੇ ਚ ਇੱਕ ਕੁਐਸਚਨ ਕਹਿੰਦੇ ਆਇਆ, ਬਾਕੀ ਤਾਂ ਜਿੱਦਾਂ ਜਿੱਦਾਂ ਕੱਲ ਤੱਕ ਪੂਰੀ ਅੰਦਰੋਂ ਨਿਕਲ ਕੇ ਆਊਗੀ ਫੇਰ ਪਤਾ ਲੱਗੂਗਾ। ਜਿਹੜੀ ਇੱਕ ਆਈ ਉਹ ਆਈ ਆ ਕਿ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਮਤਲਬ ਜਿਹੜਾ ਮੁੱਖ ਜੱਜ ਆ ਉਹਦੇ ਤੋਂ ਇਲਾਵਾ ਬਾਕੀ ਕਿੰਨੇ ਜੱਜ ਆ, ਉਹਦੇ ਥੱਲੇ 4 ਆਪਸ਼ਨਾਂ ਕਹਿੰਦੇ ਦਿੱਤੀਆਂ ਹੋਈਆਂ। 4 ਆਪਸ਼ਨਾਂ ਕੀ ਆ? 9, 7, 5 ਤੇ 4। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਸ ਬੇਵਕੂਫ ਨੇ ਪੇਪਰ ਪਾਇਆ। ਠੀਕ ਹੈ, ਜਿਸ ਬੇਵਕੂਫ ਨੂੰ ਇਹ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਜੱਜ ਕਿੰਨੇ ਆ ਚੀਫ ਜਸਟਿਸ ਤੋਂ ਇਲਾਵਾ। ਠੀਕ ਹੈ, ਗੱਲ ਤੇ ਆ ਕਿ ਤੁਸੀਂ ਜ਼ਿਆਦਾ ਕੁਐਸਚਨ ਪਾਓ ਕਿ ਉੱਥੇ ਪੋਸਟਾਂ ਕਿੰਨੀਆਂ ਨੇ। ਪੋਸਟਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਬਗੈਰ 34 ਨੇ ਤੇ 35ਵਾਂ ਖੁਦ ਆ। ਤੁਸੀਂ ਜਿਹੜੀਆਂ ਥੱਲੇ 4 ਆਪਸ਼ਨਾਂ ਪਾ ਰਹੇ ਹੋ, 9, 7, 5 ਤੇ 4 ਪਾ ਰਹੇ ਹੋ, ਉਹਦੇ ਚ ਬੱਚਾ ਆਨਸਰ ਕੀ ਲਿਖੇਗਾ? ਆ ਨਿਕਲ ਕੇ ਇੱਕ ਤਾਂ ਆ ਗਈ ਆ, ਬਾਕੀ ਹੌਲੀ ਹੌਲੀ ਨਿਕਲ ਆਉਣਗੀਆਂ। ਅਗਲੀ ਗੱਲ, ਪੇਪਰ ਕਾਹਦਾ ਪਾਇਆ? ਇੱਕ ਪੇਪਰ ਅੱਜ ਹੋਇਆ, ਇੱਕ ਕੱਲ ਹੋਏਗਾ। ਕੱਲ ਵਾਲਾ ਜਦੋਂ ਆਏਗਾ ਫੇਰ ਉੱਤੇ ਕਰ ਲਾਂਗੇ। ਜਿਹੜਾ ਅੱਜ ਹੋਇਆ ਉਹਦੇ ਚ ਕੀ ਆ ਰਿਹਾ? ਕਹਿੰਦੇ ਜੀ ਉਹਦੇ ਚ 70 ਨੰਬਰ ਦਾ ਮੈਥ ਪਾਤਾ, 15 ਨੰਬਰ ਦੀ ਜੀਕੇ ਪਾਤੀ, 15 ਨੰਬਰ ਦੀ ਪੰਜਾਬੀ ਪਾਤੀ। ਹੁਣ ਚਲੋ 15 ਦੀ ਤੇ ਜੀਕੇ ਪਾਤੀ, ਠੀਕ ਆ, 15 ਦੀ ਪੰਜਾਬੀ ਪਾਤੀ। ਜਿਹੜਾ 70 ਨੰਬਰ ਦਾ ਮੈਥ ਪਾਇਆ, ਇਹ ਜਿਹੜੇ ਥਾਣੇਦਾਰ ਵੱਡੇ ਭਰਤੀ ਕਰਨੇ ਆ, ਕੀ ਗੱਲ ਇਹਨਾਂ ਨੇ ਆੜਤ ਤੇ ਬਹਿ ਕੇ ਬਾਣੀ ਵਾਲਾ ਹਿਸਾਬ ਕਰਨਾ ਜਿਹੜਾ ਇਹਨਾਂ ਨੂੰ ਮੈਥ ਪਾਇਆ? ਮਤਲਬ ਅਕਲ ਤੋਂ ਜਨਾਜ਼ਾ ਤੁਹਾਡਾ ਨਿਕਲਿਆ। ਤੁਸੀਂ ਕੱਲ ਨੂੰ ਇਹ ਏਡੀਏ ਨੂੰ ਫੋਨ ਲਾ ਕੇ ਪੁੱਛਣਗੇ ਸਰਕਾਰੀ ਵਕੀਲ ਨੂੰ ਕਿ ਜੀ, ਇੱਕ ਵਾਰੀ ਦੀ ਮੈਨੂੰ ਯਾਦ ਆ, ਇੱਕ ਨਾ ਪਟਿਆਲੇ ਜੱਜ ਸੀ, ਮੇਰਾ ਦੋਸਤ ਵੀ ਸੀ, ਤੁਹਾਨੂੰ ਪਤਾ ਉਹਦੀ ਡੈਥ ਹੋ ਗਈ ਸੀ ਪੋਲੋ ਗਰਾਊਂਡ 'ਚ। ਇੱਕ ਉਹ ਡਾਕਟਰ ਪਟਿਆਲੇ ਬੜਾ ਵੱਡਾ ਹਸਪੀਟਲ ਆ, ਉਹਦੀ ਭੈਣ ਸੀ ਡਾਕਟਰਨੀ, ਜਿਹਨੇ ਨਿਹੰਗ ਨੂੰ ਇੱਕ ਉਹ ਨਿਹੰਗ ਨੂੰ ਕਹਿ ਕੇ ਤੇ ਉਹਨੂੰ ਕਿਰਪਾਨ ਦੇ ਨਾਲ ਉਹਦਾ ਕਤਲ ਕਰਵਾਤਾ ਸੀਗਾ। ਹਾਂ, ਵਿਜੇ ਸਿੰਘ। ਠੀਕ ਹੈ, ਹੁਣ ਮੈਨੂੰ ਉਸ ਵੇਲੇ ਕੀ ਹੋਇਆ ਕਿ ਮੈਂ ਤੇ ਮੇਰੇ ਨਾਲ ਇੱਕ ਸਰਕਾਰੀ ਵਕੀਲ, ਅਸੀਂ ਦੋਨੋਂ ਇਕੱਠੇ ਜਾ ਰਹੇ ਹਾਂ। ਸਾਨੂੰ ਇੱਕ SHO ਦਾ ਫੋਨ ਆ ਜਾਂਦਾ, ਕਹਿੰਦਾ ਭਾਈ ਸਾਹਿਬ ਇੱਕ ਦੱਸਿਓ, ਜੇ ਕੋਈ ਕਹਿੰਦਾ ਪੈਸੇ ਦੇ ਕੇ ਕਤਲ ਕਰਾਵੇ ਤੇ ਕਿਹੜੀ ਧਾਰਾ ਲੱਗਦੀ ਆ? ਠੀਕ ਹੈ, ਉਹਨੇ ਮੈਨੂੰ ਫੋਨ ਫੜਾਤਾ, ਕਹਿੰਦਾ ਜੀ ਇਹਨਾਂ ਨਾਲ ਗੱਲ ਕਰ ਲਓ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਵੀ ਤੁਹਾਡੇ ਕਿੰਨੇ ਜਣੇ ਸੀ ਇਨਵੈਸਟੀਗੇਸ਼ਨ ਕਰਨ ਵਾਲੇ? ਕਹਿੰਦਾ ਜੀ DIG ਤੱਕ ਸੀ। ਮੈਂ ਕਿਹਾ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ? ਕਹਿੰਦਾ ਜੀ ਉਹਨਾਂ ਮੇਰੀ ਡਿਊਟੀ ਲਾਈ ਆ, ਕਹਿੰਦੇ ਜੀ ਸਰਕਾਰੀ ਵਕੀਲ ਨੂੰ ਪੁੱਛ ਲਓ ਕਿਹੜੀ ਧਾਰਾ ਲੱਗਦੀ ਆ। ਮਤਲਬ ਇਹ ਸਾਡੀ ਹਾਲਤ ਹੈ। ਹੁਣ ਪੈਸੇ ਦੇ ਕੇ ਕਤਲ ਹੋਇਆ ਤੇ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਕਿਹੜੀ ਧਾਰਾ 'ਚ ਪਰਚਾ ਦਰਜ ਕਰਨਾ? ਲਾਨਤ ਹੈ ਯਾਰ। ਹੁਣ ਤੁਸੀਂ ਉਹਨਾਂ ਨੂੰ ਮੈਥ ਦੇ ਸਵਾਲ ਪਾ ਰਹੇ ਹੋ, 70 ਨੰਬਰ ਦਾ ਮੈਥ ਪਾਇਆ। ਕੀ ਗੱਲ ਇਹਨਾਂ ਨੇ ਕੱਲ ਨੂੰ ਮੁਨੀਮ ਲੱਗਣਾ ਕਿਸੇ ਆੜਤੀਏ ਦੇ ਨਾਲ? ਤੁਸੀਂ ਇਹਨਾਂ ਨੇ IO ਬਣਨਾ। IO ਦਾ ਮਤਲਬ ਕੀ ਆ? ਇਨਵੈਸਟੀਗੇਟਿੰਗ ਆਫੀਸਰ ਆ। ਇਹਨਾਂ ਇਨਵੈਸਟੀਗੇਸ਼ਨ ਕਰਨੀ ਆ, ਚਲਾਨ ਪੇਸ਼ ਕਰਨਾ। ਕੱਲ ਨੂੰ ਇਹਨਾਂ ਨੇ ਸ਼ਹਾਦਤ ਤੇ ਜਾਣਾ, ਉੱਤੇ ਐਵੀਡੈਂਸ ਹੋਣਾ ਇਹਨਾਂ ਦਾ ਕੋਰਟ ਦੇ ਵਿੱਚ। ਜੇ ਇਹਨਾਂ ਨੂੰ ਕਾਨੂੰਨ ਦੀ ਨੌਲੇਜ ਨਹੀਂ ਹੈ ਤੇ ਕੀ ਕਰਨਗੇ? ਤੁਸੀਂ ਭਰਤੀ ਕਿਹਨੂੰ ਕਰਨ ਲੱਗੇ ਹੋ? ਤੁਸੀਂ ਘੱਟੋ ਘੱਟ ਇਹ ਤਾਂ ਸੋਚੋ ਨਾ, ਟਾਟਾ ਨੂੰ ਤਾਂ ਦੇ ਦਿੱਤਾ, ਠੀਕ ਆ, ਉਹ ਚ ਕਪੜੇ ਕੀ ਹੋਣੇ ਕੀ ਨਹੀਂ ਹੋਣੇ ਉਹ ਤਾਂ ਚਲੋ ਬਾਅਦ ਚ ਕਿਤੇ ਜਿੱਦਾਂ ਪਰਦੇ ਖੁੱਲਣਗੇ ਉਦੋਂ ਵਿਆਖਿਆ ਕਰ ਲਾਂਗੇ। ਮਤਲਬ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਪੇਪਰ ਪਾਉਣ ਵਾਲੇ ਉਹ ਚ DGP ਆ, DGP ਨੂੰ ਪਤਾ ਨਹੀਂ ਉਹਨਾਂ ਨੂੰ ਪੁੱਛੇ ਕਿ ਅਸੀਂ ਤੁਹਾਨੂੰ ਹਾਇਰ ਕੀਤਾ, ਸਾਨੂੰ ਘੱਟੋ ਘੱਟ ਇਹਦਾ ਪੈਟਰਨ ਕਿਸ ਤੇ ਆਏਗਾ ਸਾਨੂੰ ਦੱਸ ਦਿਓ। ਜੇ ਉਹ 70 ਨੰਬਰ ਦਾ ਮੈਥ ਪਾਉਣ ਲੱਗੇ ਤੁਸੀਂ ਰੋਕਦੇ ਕਿ ਨਹੀਂ ਚਾਹੀਦਾ? ਇਹਨਾਂ ਨੂੰ ਕਾਨੂੰਨ ਦੇ ਨਾਲ ਸੰਬੰਧਿਤ ਪਾਓ ਕਿ ਕਾਨੂੰਨ ਦਾ ਕੱਲ ਨੂੰ ਇਹ ਕਾਨੂੰਨ ਦੇ ਰਖਵਾਲੇ ਆ। ਇਹਨਾਂ ਨੇ ਕਾਨੂੰਨ ਦੀ ਜਿਸ ਬੰਦੇ ਨੇ ਵੀ ਅਵਗਿਆ ਕੀਤੀ, ਜਿਹੜਾ ਕਾਨੂੰਨ ਦੇ ਵਿਰੁੱਧ ਜਾਏਗਾ, ਇਹਨਾਂ ਨੇ ਉਹਨੂੰ ਕਟਹਿਰੇ 'ਚ ਖੜਾ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਆ। ਕਿ ਫਿਰ ਉਹਨਾਂ ਨੂੰ ਕਾਨੂੰਨ ਦੇ ਲਈ ਸਵਾਲ ਪੁੱਛਣਾ ਚਾਹੀਦਾ। ਦੂਜੀ ਗੱਲ, ਪੰਜਾਬੀ ਤੁਸੀਂ ਕਿੰਨੇ ਦੀ? 15 ਨੰਬਰ ਦੀ ਪੁੱਛੀ ਆ। ਉਸ ਪੰਜਾਬੀ ਦੇ ਵਿੱਚ FIR ਪੰਜਾਬੀ 'ਚ ਦਰਜ ਹੋਣੀ, ਚਲਾਨ ਪੰਜਾਬੀ 'ਚ ਪੇਸ਼ ਹੋਣਾ, ਤੇ ਉਹਦਾ ਕਿੰਨੇ 15 ਨੰਬਰ ਦਾ ਪਾ ਰਹੇ ਹੋ ਤੁਸੀਂ? ਤੁਸੀਂ GK ਪਾਓ 60-70 ਨੰਬਰ ਦੀ, ਪਤਾ ਲੱਗੇ ਕਿ ਬੰਦੇ ਦਾ ਕਿੰਨਾ ਕੋ ਦਿਮਾਗ ਹੈਗਾ, ਕਿੰਨਾ ਕੋ ਵਰਤ ਸਕਦਾ, ਕਿੰਨਾ ਨਹੀਂ ਵਰਤ ਸਕਦਾ।
पर मैनू सब तो वड्डा इस ते आया कि जिन्हें चीफ जस्टिस तो अलावा जेड़े आ वो सुप्रीम कोर्ट च किन्ने जज ने, ओदी मैं हैरान गया कि जेड़ियां चारे ऑप्शनां नीचे दित्तियां चारे ही गलत दित्तियां होईयां। पिछले दिन आज तो 15-20 दिन पहला पटवारियां दा होके हटिया, 2,34,000 ने अपलाई किया, 1,72,000 ने टेस्ट दिता। पोस्टां किन्नियां ने 1157। ओहदे च अपनियां पटवारी आ जेड़ा रेवन्यू नाल संबंधित आ, जेड़ा नहरी विभाग नाल संबंधित वो भी है ते विच ओहदे च जिलादार भी ने, वो सारा 1157 ने। ओहदे च भी 16 क्वेश्चन ओ सी जेड़े गलत सी जिन्हां दी ऑप्शनां दित्तियां होईयां थल्ले। 16 दे थल्ले आंसर 4 ऑप्शनां देणियां तुसीं MCQ च पाउंदे हो ते चारे थल्ले जदों ऑप्शनां ओहदियां गलत होणगीਆਂ ते बच्चा किद्दां ओहनूं भरेगा? उन्हां चों की चुणूगा? गलत चुणूगा। जे चारां चों किसे नूं मर्जी चुण दवे वो क्वेश्चन तो गलत आ, आंसर तो गलत हो गया। पहली गल तुसीं पाया गलत चों गलत चुने या ओहनूं छड्डे, ओहदा जवाब दे कौन आ? इस करके किते ना किते सरकार जिहड़ी आ ओहदा जनाजा निकल रहा ते खास करके पेपर पाउण वाले दा जनाजा निकल रहा। कल तक इहदी पूरी अपडेट आ जूगी, जे सवेर तक आ गई ते सवेर वाले च चज नाल की कहंदा खलड़ी देड़ांगे, नहीं ते फिर कल शाम वाले च देड़ांगे कि दूसरा जिहड़ा कल नूं भी पैंदा ओहदे च की आउंदा की नहीं आउंदा, फिर चज नाल सारे दी जिहड़ी ओह व्याख्या करांगे, तफसील च जावांगे। पर कुल मिला के आ कि किड्डी तकड़ी जिहड़ी आ ओह सरकारां दी बेवकूफी आ। जे पहला +2 दा पंजाब स्कूल एजुकेशन बोर्ड ने हिस्टरी दा सिलेबस चेंज करना सी, 3 वार बुक्कां छपाइयां, 3 वार इन्नियां मिस्टेक, अखीर ओही बुक जिहड़ी पिछले 20 सालां तो चलदी आ ओही चली जा रही आ। गुरु गोबिंद सिंह दा सारा ਚੱਕ ਦਿੱਤਾ, ਉਹਦੇ ਚ ਚੈਪਟਰ ਚੱਕ ਦਿੱਤੇ ਉਹਨਾਂ ਨਾਲ ਸੰਬੰਧਿਤ। ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ +2 ਦੀ ਹਿਸਟਰੀ ਚ ਚੈਪਟਰ ਚੱਕ ਦਿੱਤੇ। ਕਾਂਗਰਸ ਦਾ ਇਤਿਹਾਸ ਪਾਤਾ, ਕਾਂਗਰਸ ਦੇ ਇਤਿਹਾਸ ਤੋਂ ਟਿੰਡੇ ਲੈਣੇ ਆ। ਦੇਸ਼ ਦਾ ਇਤਿਹਾਸ ਨਹੀਂ ਚਾਹੀਦਾ, ਲੇਕਿਨ ਕਾਂਗਰਸ ਦਾ ਚਾਹੀਦਾ। मतलब हालातां किधर नूं चलियां। जेड़ा उस वेले सी अखीर पहला जिन्नी देर अरुणा चौधरी रही तद रफड़ रहा किताबां दा, फिर ओहदे बाद OP सोनी आया तद रफड़ रहा। तुसीं लाओ कि नवंबर दसंबर तक बच्चा जेड़ा सिलेबस पढ़िया एंड ते कहता कहंदे जी इहदे चों पेपर नहीं आउणा, इह किताब गलत सी, जेड़ा पिछले साल वाला ओही पढ़ो। ਜਿਹੜਾ ਬੱਚਾ अप्रैल 1 ਤੋਂ ਕਲਾਸਾਂ ਸ਼ੁਰੂ ਹੋਈਆਂ, 1 अप्रैल ਤੋਂ ਲੈ ਕੇ ਦਸੰਬਰ ਤੱਕ ਜਿਹੜਾ ਪੜਿਆ ਉਹ ਪੇਪਰ 'ਚ ਹੀ ਨਹੀਂ ਆਉਣਾ। ਕਹਿੰਦੇ ਪੇਪਰ ਆਸਾਨ ਪਾ ਦਾਂਗੇ ਪਰ ਪਿਛਲੇ ਸਾਲ ਵਾਲਾ ਪੜੋ। ਉਹੀ ਕੁਛ ਜਿਹੜਾ ਹੁਣ ਆਹ ਕਵੈਤ ਚੱਲ ਰਹੀ ਹੈ, 16 ਸਵਾਲ ਜਿਹੜੇ ਨੇ ਕੁਐਸਚਨ ਨੇ ਉਹ ਮੰਨ ਗਿਆ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦਾ ਚੇਅਰਮੈਨ ਜਿਹੜਾ ਆਪਣਾ ਨਾਂ ਕੀ ਆ ਰਮਨ ਬਹਿਲ, ਜਿਹਦੇ ਬਾਰੇ ਇਹ ਵੀ ਚੱਲ ਰਹੀ ਕਿ ਆਉਣ ਵਾਲੇ ਦਿਨਾਂ 'ਚ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ, क्योंकि गुरदासपुर तो टिकट मंगदा। किसी टाइम ਉਹਦੇ फादर गुरदासपुर तो ਜਿਹੜੇ ਸੀਗੇ ਉਹ मैं MLA ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਿਛਲੀ ਦੇ ਵਿੱਚ ਉਹ ਐਜੂਕੇਸ਼ਨ ਮਿਨਿਸਟਰ ਸੀ ਤੇ ਉਦੋਂ ਮੰਤਰੀ ਦਾ ਸਾਰਾ ਕੰਮਕਾਜ ਜਿਹੜਾ ਸੀਗਾ ਉਹ ਮੁੰਡਾ ਹੀ ਚਲਾਉਂਦਾ ਸੀਗਾ। ਹੁਣ ਮੁੰਡੇ ਨੂੰ SS ਬੋਰਡ ਦਾ ਚੇਅਰਮੈਨ ਲਾਇਆ ਹੋਇਆ। ਉਹਦੇ ਜਾਣ ਦੀ ਵੀ ਕੁਐਸਚਨ ਚੱਲ ਰਹੀ ਵੀ ਉਹ ਆਮ ਆਦਮੀ ਪਾਰਟੀ 'ਚ ਜਾਏਗਾ। ਉਹ ਕਹਿੰਦਾ ਮੈਂ ਚੋਣ ਲੜਨੀ ਆ, ਪਰ ਉਹ ਮੰਨ ਗਿਆ ਕਿ 16 ਕੁਐਸਚਨ ਗਲਤ ਪਾਏ ਗਏ। ਉਹਦੀਆਂ ਜਿਹੜੇ MCQ ਸੀਗੇ ਉਹ ਸਾਰੇ ਦੀਆਂ ਚਾਰੇ ਆਪਸ਼ਨਾਂ ਗਲਤ ਸੀ, ਇੱਕ ਵੀ ਠੀਕ ਨਹੀਂ ਸੀ। ਹੁਣ ਜਿਹੜਾ ਅੱਜ ਵਾਲਾ ਆਇਆ ਇਹ ਜਦੋਂ ਕੱਲ ਤੱਕ ਸਾਰਾ ਕੁਝ ਬਾਹਰ ਆਏਗਾ ਤਾਂ ਫਿਰ ਇਹਦੇ ਤੇ ਵੀ ਸਵਾਲ ਉੱਠਣਗੇ ਕਿ ਸਰਕਾਰ ਹੈਗੀ ਵੀ ਆ ਗਰਾਊਂਡ ਤੇ ਕਿ ਸਰਕਾਰ ਨਹੀਂ ਹੈ। ਜੇ ਨਹੀਂ ਹੈ ਤਾਂ ਫਿਰ ਸਰਕਾਰ ਨੂੰ ਘੱਟੋ ਘੱਟ ਜਾਂ ਤਾਂ ਚਹਿਲ ਨੂੰ ਚਲੇ ਜਾਣਾ ਚਾਹੀਦਾ ਜਾਂ ਲਾਹੌਰ ਵੱਲ ਨੂੰ, ਜਾਂ ਦਿੱਲੀ ਨੂੰ ਕਪੂਰਥਲਾ ਹਾਊਸ ਨੂੰ ਕਿਤੇ ਤੇ ਜਾਵੇ। ਘੱਟੋ ਘੱਟ ਲੋਕਾਂ ਦਾ ਖਹਿੜਾ ਤੇ ਛੱਡੇ, ਜੇ ਗਰਾਊਂਡ ਤੇ ਹੈ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਕੁਝ ਹੋ ਰਿਹਾ। फिर 1-2 अफसरां ते नजला झाड़ देणगे, एदी गलती ओदी गलती। सरकार ने जिम्मेवारी की तय की। जे जिम्मेवारी किसी दी नहीं है, जो कुछ मर्जी पाता, जो कुछ मर्जी कुफर तोल दिता जावे, घट्टो घट ये ते जो कुछ प्रतक्ख अखां दे सामने ओहदे बारे ते नॉलेज होनी चाहिए। किसी नूं तुरे जांदे बंदे नूं पुछ लवे, घट्टो घट नैट ते गूगल ते सर्च मारो, उत्ते चैक कर लो कि मौजूदा गिणती किन्नी है। 31 ਸੀ, 31 ਤੋਂ 35 ਕੀਤੀ ਸੀ, ਵਧਾਈ ਸੀ ਨਰਿੰਦਰ ਮੋਦੀ ਦੀ ਸਰਕਾਰ ਨੇ, ਤੇ ਲੈ ਕੇ ਕਿੱਥੇ ਜਾ ਰਹੇ ਹੋ? ਇਸ ਕਰਕੇ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਇੰਨੀਆਂ ਕੁ ਅਣਗਹਿਲੀਆਂ ਕਰਦੀਆਂ ਨੇ ਕਿ ਜਿਹਦੇ ਕੋਈ ਹੱਦ ਬੰਨਾ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਜੀ ਬਿਲਕੁਲ ਸੁਰਿੰਦਰ ਜੀ, ਬੁਲਾਈਏ ਫਿਰ ਫਤਿਹ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
सत श्री अकाल, मेहरबानी, शुक्रिया। सत श्री अकाल भाई सुरिंदर जी, मेहरबानी। सो ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ ਤੇ ਇਸ ਦੌਰਾਨ ਕੁਝ ਇੱਕ ਅਪਡੇਟ ਤੁਹਾਨੂੰ ਦੇ ਦਈਏ ਤੇ ਅਫਗਾਨਿਸਤਾਨ ਦੀ ਪਹਿਲੀ ਮੇਅਰ ਜ਼ਰੀਫਾ ਨੇ ਕੱਟੜਪ੍ਰਸਤ ਤਾਲਿਬਾਨੀਆਂ ਨੂੰ ਚੁਣੌਤੀ ਦਿੱਤੀ ਹੈ। ਇਹ ਅਫਗਾਨਿਸਤਾਨ ਦੀ ਪਹਿਲੀ ਮੇਅਰ ਸੀ ਜਿਸ ਦੇ ਪਤੀ ਨੂੰ ਵੀ ਤਾਲਿਬਾਨ ਨੇ ਮਾਰ ਦਿੱਤਾ ਸੀ ਤੇ 2018 ਦੇ ਵਿੱਚ ਇਹ ਅਫਗਾਨਿਸਤਾਨ ਦੀ ਪਹਿਲੀ ਮੇਅਰ ਬਣੀ ਸੀ ਤੇ ਉਸਨੇ ਆਪਣੇ ਫਲਾਈਟ ਦੇ ਵਿੱਚੋਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਕਿ ਮੈਂ ਦੇਸ਼ ਛੱਡ ਕੇ ਨਹੀਂ ਭੱਜਾਂਗੀ। ਉਸਨੇ ਆਖਿਆ ਕਿ ਦੇਸ਼ ਦੇ ਭਵਿੱਖ ਨੂੰ ਉਹਨਾਂ ਨੇ ਬਿਹਤਰ ਵੇਖਿਆ ਪਰ ਬਦਲੀ ਹੋਈ ਸਥਿਤੀ ਦੇ ਦੌਰਾਨ ਉਸਨੇ ਉਮੀਦ ਗਵਾ ਦਿੱਤੀ ਹੈ। ਉਹ ਆਪਣੇ ਅਪਾਰਟਮੈਂਟ ਦੇ ਕਮਰੇ 'ਚ ਬੈਠੀ ਉਡੀਕ ਕਰ ਰਹੀ ਹੈ ਕਿ ਤਾਲਿਬਾਨ ਆਉਣ ਤੇ ਉਸ ਨੂੰ ਜਾਨੋਂ ਮਾਰ ਦੇਣ। ਉਹ ਆਪਣੇ ਪਤੀ ਤੇ ਪਰਿਵਾਰ ਦੇ ਨਾਲ ਆਪਣੇ ਫਲੈਟ ਦੇ ਵਿੱਚ ਹੈ ਤੇ ਉਸਨੇ ਆਖਿਆ ਕਿ ਮੈਂ ਆਪਣਾ ਮੁਲਕ ਅਫਗਾਨਿਸਤਾਨ ਛੱਡ ਕੇ ਕਿਸੇ ਹਾਲਤ ਵਿੱਚ ਵੀ ਨਹੀਂ ਜਾਵਾਂਗੀ। ਕਾਬਲੇ ਜ਼ਿਕਰ ਹੈ ਕਿ 17 ਸਾਲਾ ਇਹ ਜ਼ਫਾਰੀ ਜਿਹੜੀ ਹੈ ਜ਼ਰੀਫਾ ਬੇਗਮ ਇਹ 2018 ਦੇ ਵਿੱਚ ਵਰਦਕ ਪ੍ਰਾਂਤ ਦੀ ਸਭ ਤੋਂ ਜਿਹੜੀ ਹੈ ਛੋਟੀ ਉਮਰ ਦੀ ਮੇਅਰ ਬਣੀ ਸੀ, ਪਹਿਲੀ ਮੇਅਰ ਚੁਣੀ ਗਈ ਸੀ ਅਫਗਾਨਿਸਤਾਨ ਦੀ। ਅਮਨਦੀਪ ਬਾਈ ਜੀ ਜੁੜੇ ਨੇ। ਅਮਨਦੀਪ ਸਵਾਗਤ ਹੈ ਤੁਹਾਡਾ, ਵੈਲਕਮ। ਅਮਨ ਜੀ ਸਵਾਗਤ ਹੈ ਤੁਹਾਡਾ। ਸੌਰੀ ਦਿੱਕਤ ਆ ਰਹੀ ਹੈ ਇੰਟਰਨੈਟ ਦੇ ਵਿੱਚ ਇਹਨਾਂ ਦੇ। ਤੇ 27 ਸਾਲਾ ਜ਼ਰੀਫਾ 2018 ਦੇ ਵਿੱਚ ਅਫਗਾਨਿਸਤਾਨ ਦੀ ਪਹਿਲੀ ਮੇਅਰ ਬਣੀ ਸੀਗੀ ਤੇ ਜਿਸ ਦੌਰਾਨ ਗਫਾਰੀ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਤਾਲਿਬਾਨ ਦੁਬਾਰਾ ਸ਼ਕਤੀਸ਼ਾਲੀ ਹੋ ਗਿਆ। ਸੋ ਗਫਾਰੀ ਜਿਹੜਾ ਇਸ ਮਾਮਲੇ ਦੇ ਵਿੱਚ ਚੁਣੌਤੀ ਦੇ ਰਹੇ ਨੇ ਕਿ ਉਹ ਅਗਰ ਤਾਲਿਬਾਨ ਆਪਣੇ ਪਿਛਲੀਆਂ ਔਰਤਾਂ ਦੇ ਪ੍ਰਤੀ ਨਜ਼ਰੀਆ ਰੱਖਦਾ ਤਾਂ ਜ਼ਰੀਫਾ ਬੇਗਮ ਨੇ ਆਖਿਆ ਕਿ ਉਹ ਉਸ ਦੇ ਲਈ ਤਿਆਰ ਹੈ ਪਰ ਉਹ ਆਪਣਾ ਮੁਲਕ ਨਹੀਂ ਛੱਡੇਗੀ। ਸੋ ਇਸ ਦੌਰਾਨ ਇਹ ਸੀ ਕੁਛ ਅਪਡੇਟ ਤੇ ਇਸ ਦੇ ਨਾਲ ਨਾਲ ਭਾਰਤ ਦੀ ਸਿਆਸਤ ਤੇ ਵੀ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ, ਸਥਿਤੀ ਅਜੇ ਵੀ ਜਿਉਂ ਦੀ ਤਿਉਂ ਬਣੀ ਹੈ ਤੇ ਅਫਗਾਨਿਸਤਾਨ ਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਐਮਰਜੈਂਸੀ ਈ ਵੀਜ਼ਾ ਐਲਾਨਿਆ ਕਿ ਅਫਗਾਨਿਸਤਾਨ ਦਾ ਕੋਈ ਵੀ ਨਾਗਰਿਕ ਅਗਰ ਭਾਰਤ ਆਉਣਾ ਚਾਹੇ ਤੇ ਉਸ ਨੂੰ ਇੱਥੇ ਆਉਂਦਿਆਂ ਹੀ ਜਿਹੜਾ ਈ ਵੀਜ਼ਾ ਸਹੂਲਤ ਦਿੱਤੀ ਜਾਵੇਗੀ। ਤੇ ਉਧਰ ਕਸ਼ਮੀਰ ਦੇ ਵਿੱਚ ਜਿਹੜਾ ਮੁਹर्रम ਦਾ ਜਲੂਸ ਕੱਢਿਆ ਜਾਂਦਾ ਉਸ ਜਲੂਸ ਦਾ ਕਵਰੇਜ ਕਰ ਰਹੇ ਸਨ ਕੁਝ ਪੱਤਰਕਾਰ ਤੇ ਪੁਲਿਸ ਨੇ ਉਹਨਾਂ ਤੇ ਵੀ ਲਾਠੀਚਾਰਜ ਕੀਤਾ। ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੀਨਗਰ ਦੇ ਵਿੱਚ ਮੁਹर्रम ਦਾ ਜਲੂਸ ਕੱਢ ਰਹੇ ਕੁਝ ਸ਼ੀਆ ਭਾਈਚਾਰੇ ਦੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇਹ ਜੰਮੂ ਕਸ਼ਮੀਰ ਸ਼੍ਰੀਨਗਰ ਦੇ ਜਹਾਂਗੀਰ ਚੌਕ ਦੇ ਵਿੱਚ ਇਹ ਮੁਹर्रम ਦਾ ਜਲੂਸ ਕੱਢ ਰਹੇ ਸਨ ਸ਼ੀਆ ਭਾਈਚਾਰੇ ਦੇ ਲੋਕ। ਪੁਲਿਸ ਨੇ ਉਹਨਾਂ ਨੂੰ ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ। ਇਸ ਦੌਰਾਨ ਉਹਨਾਂ ਨੌਜਵਾਨਾਂ ਦੀ ਜਦੋਂ ਖਿੱਚਤੂ ਹੋ ਰਹੀ ਸੀ ਤਾਂ ਉਸ ਦੌਰਾਨ ਕੁਝ ਪੱਤਰਕਾਰਾਂ ਨੇ ਪੁਲਿਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਉਹਨਾਂ ਪੱਤਰਕਾਰਾਂ ਦੇ ਵੀ ਭਰਮਾਂ ਲਾਠੀਚਾਰਜ ਕੀਤਾ ਜਿਸ ਦੀਆਂ ਕੁਝ ਵੀਡੀਓ ਫੁਟੇਜ ਵਾਇਰਲ ਹੋਈਆਂ ਨੇ। ਇਹ ਸਨ ਕੁਝ ਹੁਣ ਤੱਕ ਦੀਆਂ ਅਪਡੇਟਸ ਤੇ ਹੁਣ ਦੋਸਤੋ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਸਾਹਿਬ ਦਾ ਜ਼ਿਕਰ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਜੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਆਪਣੇ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਸਪਾਊਸ ਕੇਸ ਪੇਪਰ ਅਪਲਾਈ ਕਰਨਾ ਤਾਂ ਵੀ ਤੁਸੀਂ ਤਰਸੇਮ ਸਿੰਘ ਗਿੱਲ ਤੋਂ ਇਹ ਸੇਵਾਵਾਂ ਲੈ ਸਕਦੇ ਹੋ। ਤਰਸੇਮ ਸਿੰਘ ਗਿੱਲ ਯੂਨੀਵਰਸਿਟੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਜਿਨ੍ਹਾਂ ਦਾ ਨੰਬਰ ਹੈ 484 764 9861 484 764 9861। ਇਸੇ ਤਰ੍ਹਾਂ ਜੇ ਤੁਸੀਂ ontario ਪ੍ਰੋਵਿੰਸ ਦੇ ਵਿੱਚੋਂ ਕੈਨੇਡਾ ਨਵੇਂ ਆਏ ਹੋ, ਹੋਮ ਅਤੇ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ ਜਾਂ ਡਰਾਈਵਿੰਗ ਦੇ ਵਿੱਚੋਂ ਜਾਂ ਰਿਨਿਊਵਲ ਹੋਣ ਵਾਲੀ ਹੈ ਤਾਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਾਸਤੇ ਸੰਪਰਕ ਕਰੋ। ਟੋਰਾਂਟੋ ਵਿੱਚ ਵਸਦੇ ਭੈਣ ਮਨਦੀਪ ਕੌਰ ਹੋਰਾਂ ਦਾ ਨੰਬਰ ਹੈ 647 615 5000 647 615 5000। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ਾ ਯਾਦ ਰੱਖੋ। ਅਮਰੀਕਾ ਦੇ ਸੈਟਲ ਇਲਾਕੇ 'ਚ ਤੁਹਾਨੂੰ ਲੋਕਲ ਲੋਡ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਏ ਹੋ, ਤੁਸੀਂ ਓਨਰ ਪੈਟਰੋ ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਸਿਆਟਲ ਦੇ ਲੋਕਲ ਲੋਡ ਤੁਹਾਨੂੰ ਵਾਧੂ ਮਿਲਣਗੇ ਵਾਸ਼ਿੰਗਟਨ ਫreight ਸਰਵਿਸ ਤੋਂ। ਵਾਸ਼ਿੰਗਟਨ ਫreight ਸਰਵਿਸ ਨਾਲ ਵਾਬਸਤਾ ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 354 4060। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਜਿਨ੍ਹਾਂ ਦਾ ਬੇਕਰਸਫੀਲਡ ਦੇ ਵਿੱਚ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਦੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ ਜੋ ਦੇਸੀ ਘਿਓ ਦੇ ਪਰੌਂਠੇ ਬਹੁਤ ਲਜ਼ੀਜ਼ ਛਕਾਉਂਦੇ ਨੇ ਦਹੀਂ ਦੇ ਨਾਲ
ਤੇ ਹੋਰ ਭਾਰਤੀ ਵਿਦੇਸ਼ੀ ਖਾਣੇ ਦਾ ਆਨੰਦ ਵੀ ਇੰਡੀਅਨ ਰੈਸਟੋਰੈਂਟ ਤੋਂ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਤੇ ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 66130475000। ਸਾਡੇ ਨੰਬਰਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨ ਪਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ, ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ ਹੈ। ਇੱਥੇ ਤੁਸੀਂ ਫ੍ਰੀ ਕਾਫੀ ਛਕ ਸਕਦੇ ਹੋ, ਈਮੇਲ, ਫੈਕਸ ਤੇ ਪਾਰਕਿੰਗ ਟਰੱਕਾਂ ਦੀ ਫ੍ਰੀ ਹੈ ਤੇ ਟਰੱਕਾਂ ਦਾ ਕੋਈ ਸਮਾਨ ਸਮੱਗਰੀ ਇੱਥੋਂ ਖਰੀਦਿਆ ਜਾ ਸਕਦਾ ਹੈ। ਵਾਸ਼ਿੰਗਟਨ ਸਟੇਟ ਦੇ ਵਿੱਚ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਉਹ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਿਲ ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ ਤੇ ਨਾਲ ਲਿਕਰ ਸ਼ਾਪ ਵੀ ਹੈ, ਸਵਾਦ ਉਪਯੋਗ ਕਰੋ। ਤੇ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਇਸ ਪਰਿਵਾਰ ਦੀਆਂ, ਜਿਨ੍ਹਾਂ ਤੋਂ ਤੁਸੀਂ ਫਿਊਲ ਸਟੇਸ਼ਨ ਮਾਲਕ ਜੋ ਲੋਕ ਨੇ, ਫਿਊਲ ਗੈਸ ਸਟੇਸ਼ਨਾਂ ਵਾਲੇ ਸੱਜਣ, ਉਹ ਫਿਊਲ ਫਰੈਂਚਾਈਜ਼ ਲੈ ਸਕਦੇ ਨੇ ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 425 232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮੀ 6:30 ਤੋਂ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਹੁੰਦੇ ਹਾਂ। ਨਾਲ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ, ਵਿਰਾਸਤ ਸਿਆਸਤ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ ਤੇ ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲ ਗਈਆਂ, ਇੰਸਟਾਲ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਨੂੰ WhatsApp ਦੇ ਜ਼ਰੀਏ ਮੰਗਵਾਉਣਾ ਤਾਂ ਸਾਡਾ ਨੰਬਰ ਇਹੀ ਹੈ, ਸਟੂਡੀਓ ਲਾਈਨ 9876309655। ਇਸ ਨੰਬਰ 9876309655 ਤੇ ਤੁਸੀਂ ਸੁਨੇਹਾ ਦੇ ਦਿਓ ਕਿ ਗਰੁੱਪ 'ਚ ਸ਼ਾਮਲ ਕੀਤਾ ਜਾਵੇ। ਤੇ ਫਿਰ ਕਿਉਂਕਿ YouTube ਪੇਜ ਜੋ ਸਾਡਾ ਹੈ ਉਹ ਤੁਸੀਂ ਲਾਈਕ ਸਬਸਕ੍ਰਾਈਬ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਫੇਸਬੁੱਕ ਪੇਜ ਸਬਸਕ੍ਰਾਈਬ ਕਰ ਸਕਦੇ ਹੋ, ਪਰ ਇਹਨਾਂ ਦੋਨਾਂ ਦਾ ਭਰੋਸਾ ਕੋਈ ਨਹੀਂ ਹੈ ਤੇ ਕਦੋਂ ਬੰਦ ਹੋ ਜਾਣ, ਚੇਂਜ ਹੋ ਜਾਣ, ਕਿਉਂਕਿ ਜਦੋਂ ਤੁਸੀਂ ਨਿੱਘਾ ਰਿਪੋਰਟਿੰਗ ਕਰਦੇ ਹੋ ਤੇ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੁੰਦੀ ਹੈ। ਸੋ ਇਸ ਕਰਕੇ WhatsApp ਦੇ ਜ਼ਰੀਏ ਜ਼ਰੂਰ ਸੰਪਰਕ ਰੱਖੋ। ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੇ ਫਿਰ ਆਪਾਂ ਤੁਹਾਨੂੰ ਦੂਸਰਾ ਲਿੰਕ ਵੀ ਦੇ ਦਿਆਂਗੇ। ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਧੰਨਵਾਦ। ਤੁਸੀਂ ਅਗਰ ਸਪਾਂਸਰ ਲੈਣਾ ਚਾਹੋ ਜਾਂ ਸਬਸਕ੍ਰਿਪਸ਼ਨ ਕਰਾਉਣਾ ਚਾਹੋ ਤਾਂ $20 ਮੰਥਲੀ ਹੈ, ਤੁਸੀਂ ਲੈ ਸਕਦੇ ਹੋ ਤੇ ਉਸ ਦੇ ਵਾਸਤੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਪੇਪਾਲ ਦੇ ਰਾਹੀਂ ਪੇ ਕੀਤਾ ਜਾ ਸਕਦਾ ਜਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਵੈਸਟਰਨ ਯੂਨੀਅਨ ਵਗੈਰਾ ਦੇ ਰਾਹੀਂ ਵੀ ਤੁਸੀਂ ਇਹ ਜਿਹੜੀ ਸਬਸਕ੍ਰਿਪਸ਼ਨ $20 ਮੰਥਲੀ ਹੈ ਲੈ ਸਕਦੇ ਹੋ। ਤੇ ਲਓ ਦੋਸਤੋ, ਇਹ ਸਨ ਕੁਝ ਬੇਨਤੀਆਂ ਤੇ ਫੇਸਬੁੱਕ, YouTube ਤੇ ਜਿਹੜੇ ਸੱਜਣ ਆਏ ਨੇ ਉਹਨਾਂ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ ਤੇ ਸਾਡੇ ਜਿਹੜੇ ਨੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਸ਼ੇਅਰ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜ਼ਰੂਰ ਸ਼ੇਅਰ ਕਰਿਆ ਕਰੋ। ਆਪ ਸਭ ਸੱਜਣਾਂ ਦਾ ਧੰਨਵਾਦ। ਤੇ ਫੇਸਬੁੱਕ ਤੇ ਜੁੜੇ ਨੇ, ਜੋ ਵਿਚਾਰ ਦਿੱਤੇ ਨੇ ਜੋਰਾ ਸਿੰਘ ਸਿੱਧੂ ਹੋਰਾਂ ਨੇ, ਥੈਂਕ ਯੂ। ਨੈਕਸਲ ਔਜਲਾ, ਹਰਵਿੰਦਰ ਸਿੰਘ, ਅਨਵਰ ਅੰਸਾਰੀ ਸਾਹਿਬ, ਭੈਣ ਹਰਵਿੰਦਰ ਜੌਲ ਕਹਿੰਦੇ 800 ਬੰਦੇ ਦਾ 1500-1600 ਘੰਟੇ ਇਸ ਹਾਲਾਤ ਦੇ ਵਿੱਚ ਕਿਵੇਂ ਸਫ਼ਰ ਕਰਨਗੇ? ਖਾਣ ਪੀਣ, ਵਾਸ਼ਰੂਮ, ਅਖੀਰ ਨੂੰ ਅਮਰੀਕਾ ਤੇ ਗੈਰ ਇਨਸਾਨੀਅਤ ਵਾਲਾ ਕੇਸ ਵੀ ਕਰਨਗੇ ਲੋਕ। ਗੁਰਮੀਤ ਭੁੱਲਰ, ਮੱਖਣ ਸਿੰਘ ਪੁਰੇਵਾਲ, ਇਹ ਵੀ ਆਪਣੇ ਸਬਸਕ੍ਰਾਈਬਰ ਨੇ। ਅਮਰੀਕਾ ਦਾ ਕਬਜ਼ਾ ਅਫਗਾਨਿਸਤਾਨ ਦੇ ਹਵਾਈ ਅੱਡੇ ਤੇ ਉਸ ਸਮੇਂ ਤੱਕ ਰਹੇਗਾ, ਲਿਖਦੇ ਨੇ ਭੁਪਿੰਦਰ ਸਿੰਘ ਭਾਰਜ, ਹਾਲੈਂਡ ਤੋਂ। ਜਦੋਂ ਤੱਕ ਸਰਕਾਰ ਨਹੀਂ ਬਣ ਜਾਂਦੀ, ਰਾਸ਼ਟਰਪਤੀ ਨਹੀਂ ਬਣ ਜਾਂਦਾ, ਉਸ ਤੋਂ ਬਾਅਦ ਦੁਨੀਆ ਭਰ ਦੇ ਤਾਲਿਬਾਨ ਨੂੰ ਪ੍ਰਵਾਨਗੀ ਸਵੀਕਾਰ ਨਹੀਂ ਕਰਦੇ, ਇਸ ਦੀ ਸਪੋਰਟ ਦੀ ਹਾਮੀ ਨਹੀਂ ਭਰਦੇ, ਉਦੋਂ ਤੱਕ ਅਮਰੀਕਾ ਦੇ ਅੰਡਰ ਇਹ ਹਵਾਈ ਅੱਡਾ ਚੌਕੀ ਦੇ ਰੂਪ ਦੇ ਵਿੱਚ ਸਥਾਪਿਤ ਰਹੇਗਾ। ਇਸ ਦੀ ਉਦਾਹਰਨ ਯੂਰਪ ਦੇ ਛੋਟੇ ਮੁਲਕ ਕੋਸੋਵੋ ਤੋਂ ਲੈ ਸਕਦੇ ਹਾਂ। ਬਿਲਕੁਲ, ਥੈਂਕ ਯੂ। ਅਮਰੀਕਾ ਨੇ ਉਸ ਨੂੰ ਅਲਬੇਨੀਆ ਤੋਂ ਵੱਖ ਕਰਵਾਇਆ ਸੀ, ਆਜ਼ਾਦੀ ਇੱਕ ਵੱਖਰਾ ਮੁਲਕ ਬਣਾਇਆ ਸੀ। 5 ਤੋਂ 8 ਸਾਲ ਹੋ ਗਏ ਨੇ, ਅਜੇ ਵੀ ਕੁਝ ਮੁਲਕਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ, ਉਸ ਦੇ ਵਿੱਚੋਂ ਭਾਰਤ ਵੀ ਇੱਕ ਹੈ। ਅਮਰੀਕਾ ਦੀ ਚੌਕੀ ਅਜੇ ਵੀ ਉਸ ਮੁਲਕ ਦੇ ਵਿੱਚ ਕਾਇਮ ਹੈ। ਆਮ ਲੋਕਾਂ ਵਾਂਗ ਵਿਚਰਦੇ ਨੇ, ਪਰ ਅਮਰੀਕਾ ਆਪਣਾ ਦਬਦਬਾ, ਚੌਕੀ, ਇੰਚਾਰਜ ਉਸ ਮੁਲਕ ਦੇ ਅੰਦਰ ਉਸ ਤਰ੍ਹਾਂ ਬਰਕਰਾਰ ਹੈ। ਤੋ ਅਫਗਾਨਿਸਤਾਨ ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਰਹਿਣਗੇ। ਬਿਲਕੁਲ, ਭੈਣ ਹਰਵਿੰਦਰ ਨੇ ਵੀ ਆਖਿਆ ਕਿ ਰੂਸ ਨੂੰ ਕੱਢਣਾ ਆਇਆ ਅਮਰੀਕਾ,
ਆਇਆ ਸੀ, ਹੁਣ ਲੱਗਦਾ ਇਹ ਛੇਤੀ ਅਮਰੀਕਾ ਦਾ ਖੜਾ ਇਹ ਨਹੀਂ ਲੱਗਦਾ ਨਹੀਂ ਕਿ ਇੰਨੀ ਛੇਤੀ ਅਮਰੀਕਾ ਖੜਾ ਛੱਡੂ, ਕਿਉਂਕਿ ਇਹ ਅੰਤਰਰਾਸ਼ਟਰੀ ਪੋਲੀਟਿਕਸ ਇਸ ਖਿੱਤੇ ਦੇ ਵਿੱਚ ਆਇਆ। ਹੁਣ ਜਿਵੇਂ ਚਾਈਨਾ ਸਟਰੋਂਗ ਹੋ ਰਿਹਾ, ਸੋ ਆਪਸੀ ਸਾਰਾ ਵਰਤਾਰਾ ਫਿਰ ਅਫਗਾਨਿਸਤਾਨੀਆਂ ਨੂੰ ਚੱਲਣਾ ਪੈਂਦਾ। ਮੈਂ ਤਾਂ ਪਾਈ ਆ ਰਿਸ਼ਵਤ ਦਾ ਹਿੱਸਾ ਠੀਕ ਠਾਕ ਉੱਪਰ ਪਹੁੰਚਦਾ ਕਰਨ, ਕਹਿੰਦੇ ਬਿਲਕੁਲ। ਸੁਖ ਪੰਗੂ ਸਾਹਿਬ ਵੈਪਨ ਵਿਕਦੇ ਨੇ US ਦੇ, ਬਿਲਕੁਲ। 12ਵੀਂ ਬੈਚ ਨੂੰ ਕਮਰਸ ਨੂੰ ਕੌਣ ਸਟੱਡੀ ਕਰਕੇ ਚੱਲਿਆ ਜੀ, ਸੁਖਵਿੰਦਰ ਪੰਗੂ ਲਿਖਦੇ ਨੇ। ਇਸ ਦੌਰਾਨ ਮਾਵੀ ਜਸਪ੍ਰੀਤ, ਬਲਵਿੰਦਰ ਸਿੰਘ ਉਮੈਦਪੁਰੀ, ਪਿੰਟੂ ਵਾਲੀਆ ਨੀਦਰਲੈਂਡ ਤੋਂ, ਤੇ ਆਪ ਸਭ ਸੱਜਣਾਂ ਦਾ ਧੰਨਵਾਦ। ਤੇ ਇਸੇ ਤਰ੍ਹਾਂ YouTube ਤੇ ਵੀ ਆਪ ਜੀ ਨੇ ਹਾਜ਼ਰੀ ਲਾਈ ਹੈ। YouTube ਤੇ ਜੁੜੇ ਸੱਜਣ ਖਾਸ ਕਰਕੇ ਬਾਈ ਜਗਤਾਰ ਸਿੰਘ, ਇਨਸਾਨ ਗੇਮਿੰਗ, ਸੁਖਵਿੰਦਰ ਕਪੂਰਥਲੇ ਵਾਲੇ, ਪਿਰਥਾ ਸਿੰਘ ਕਹਿੰਦੇ ਪੈਸਿਆਂ ਦਾ ਹਿਸਾਬ ਕਿਤਾਬ ਵੀ ਕਰਨਾ ਜੀ 70 ਨੰਬਰ ਦੇ ਮੈਥ ਨਾਲ। ਗਿਆਨ ਸਿੰਘ ਨਹੀਂ, ਉਹ IPS ਕਿਰਨ ਬੇਦੀ ਤੋਂ ਪਹਿਲਾਂ ਸੀਗੇ ਉਹ ਮੈਡਮ। ਗਾਮਾ ਸਿੰਘ ਸਿੱਧੂ, ਮਨਜੀਤ ਸਿੰਘ, ਹਰਵਿੰਦਰ ਸਿੰਘ ਕਹਿੰਦੇ ਲੀਡਰ ਹਮੇਸ਼ਾ ਜਾਤ ਪਾਤ ਦੇ ਨਾਂ ਤੇ ਵੋਟਾਂ ਬਟੋਰਦੇ ਨੇ। ਮਨਜੀਤ ਸਿੰਘ ਨਵਜੋਤ ਸਿੱਧੂ ਦੇ ਫੈਨ ਨੇ, ਵਾਹਵਾ ਜਿੰਦਾਬਾਦ ਕਹਿੰਦੇ ਨੇ, ਚੰਗੀ ਗੱਲ ਹੈ, ਹੋਣਾ ਚਾਹੀਦਾ। ਅਮਨਪ੍ਰੀਤ ਜੀ ਥੈਂਕ ਯੂ, ਸਰਬਰਾੜ ਮੁਕਤਸਰ ਤੋਂ। ਸੋ ਹਰਵਿੰਦਰ ਸਿੰਘ ਥੈਂਕ ਯੂ, ਪਰਮਿੰਦਰ ਵੈਦਵਾਨ, ਜੋਰਾ ਸਿੰਘ ਤੇ ਮਨਦੀਪ ਸਿੰਘ, ਕੁਲਦੀਪ ਸਿੰਘ ਗਰੋਵਰ ਥੈਂਕ ਯੂ। ਲਓ ਦੋਸਤੋ, ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸਵੇਰੇ ਫਿਰ 6 ਵਜੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।